ਅਸੀਂ ਕਾਰਪੋਰੇਟ ਤੋਂ ਡਿਵੈਲਪਮੈਂਟ ਕਰਾਉਣ ਦੇ ਚੱਕਰਾਂ 'ਚ ਜਿਹੜਾ ਸਾਡਾ ਇਨਫਰਾਸਟ੍ਰਕਚਰ ਬਣਿਆ ਹੋਇਆ ਕਿਤੇ ਇਹ ਨਾ ਆਪਣਾ ਖੋਲੀਏ। ਮੈਂ ਕਹਿੰਦਾ ਹੜਤਾਲ ਨਾ ਕਰੋ, ਇੱਕ ਵਾਰ ਇੱਕ ਸਾਲ ਇਹ ਮਿਥ ਲਓ ਵੀ 2023 ਦੇ ਵਿੱਚ ਵੀ ਅਸੀਂ ਇੱਕ ਸਾਲ ਖੇਤੀ ਫ੍ਰੀ ਕਰਾਂਗੇ। ਵੀ ਇਹ ਜਿਹੜੀਆਂ ਪਾਲਿਸੀਆਂ ਨੇ ਰਾਤੋਂ ਰਾਤ ਨਾ ਬਣੀਆਂ ਤਾਂ ਤੁਸੀਂ ਦੇਖਿਓ ਇਹਨਾਂ ਗੱਲਾਂ ਦੇ ਰਿਜ਼ਲਟ ਮਿਲਣੇ ਨੇ। ਵੀ ਕੁਆਲਿਟੀ ਫੂਡ ਮਾਰਕੀਟ 'ਚ ਹੈ ਨਹੀਂ, ਤੁਸੀਂ ਲੈ ਕੇ ਆਓ, ਲੋਕ ਤਾਂ ਲੱਭਦੇ ਫਿਰਦੇ ਆ ਤੁਹਾਨੂੰ, ਪਰ ਉਹਦੇ ਲਈ ਤੁਹਾਨੂੰ ਡਿਫਰੈਂਟ ਕਰਨਾ ਪਊਗਾ, ਉਹਦੇ ਲਈ ਕੁਛ ਨਾ ਕੁਛ ਤੁਹਾਨੂੰ ਮਿਹਨਤ ਕਰਨੀ ਪਊਗੀ। ਲੇਕਿਨ ਸਮੱਸਿਆ ਇਹ ਆ ਵੀ ਜਦੋਂ ਇੱਥੋਂ ਚੀਜ਼ ਬਾਹਰ ਜਾਣ ਲੱਗਦੀ ਹੈ, ਜਿਹੜੇ ਲੋਕਲ ਪ੍ਰਾਈਸ ਨੇ ਉੱਠ ਖੜਦੇ ਆ। ਉੱਠਣ ਦੇ ਨਾਲ ਜਿਹੜਾ ਆਮ ਬੰਦਾ, ਜਿਹੜਾ ਬੰਦਾ ਸ਼ਹਿਰੀ ਹੈ, ਉਹਨੂੰ ਇਹ ਲੱਗਦਾ ਵੀ ਹੁਣ ਇਹ ਚੀਜ਼ਾਂ ਪਹੁੰਚ ਤੋਂ ਦੂਰ ਹੋ ਗਈਆਂ। 15 ਰੁਪਏ ਕਿਲੋ ਤਾਂ ਮੰਨ ਲਓ ਟਮਾਟਰ ਤੇ 10 ਤੋਂ 12-15 ਰੁਪਏ ਕਿਲੋ ਪਰ ਕੇਜੀ ਕੋਸਟ ਆ ਜਾਂਦੀ ਹੈ। ਕੰਜ਼ਿਊਮਰ ਉਹਨੂੰ 10 ਰੁਪਏ ਲੈਣ ਨੂੰ ਰਾਜੀ ਆ। 6 ਮਹੀਨੇ ਵੇਟ ਕਰਨੀ ਪੈਂਦੀ ਹੈ, ਉਹ ਤੋਂ ਬਾਅਦ ਉਹ ਫੁੱਲ ਲੱਗਦਾ ਹੈ, ਉਹ ਤੋਂ ਬਾਅਦ ਉਹਨੂੰ ਇੰਨੇ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਤੁਸੀਂ ਸੁੱਤੇ ਪਏ ਹੁੰਦੇ ਹੋ ਖੇਤਾਂ ਦੇ ਵਿੱਚ ਵਿਚਾਰੇ ਪਾਣੀ ਛੱਡਦੇ ਫਿਰਦੇ ਹੁੰਦੇ ਆ। ਇੱਥੇ ਸਾਰੇ ਫੈਕਟਰੀ ਨੂੰ ਲਾਈਟ ਦੇਣ ਨੂੰ, ਇੱਥੇ ਸਾਡੀਆਂ ਲਾਈਟਾਂ ਵੀ ਕਈ ਵਾਰ ਰਾਤ ਨੂੰ ਆਉਂਦੀਆਂ। ਅਰੇ ਸਰਕਾਰ ਦਾ ਥੋੜ੍ਹਾ ਜਿਹਾ ਵਹਿਮ ਦੂਰ ਹੋ ਜੂ ਵੀ ਕਣਕ ਆ ਸਕਦੀ ਹੈ, ਚੀਨੀ ਆ ਸਕਦੀ ਹੈ। ਇੰਨੇ ਲੋਕਾਂ ਨੂੰ ਇਹ ਤਾਂ ਇੱਕ ਪਿਆਜ਼ ਘੱਟ ਜੇ ਸਰਕਾਰ ਲੜਖੜਾ ਜਾਂਦੀ ਆ। ਜੇ ਇਹ ਚੀਜ਼ਾਂ ਸਾਰੀਆਂ ਇੱਕ ਵਾਰ ਮਾਰਕੀਟ 'ਚ ਤੁਸੀਂ ਸਾਲ ਲਈ ਇੱਕ ਛੁੱਟੀ ਉਹ ਕਰ ਦਿਓ, ਜਦ ਕੁਛ ਬਚਦਾ ਹੀ ਨਹੀਂ। ਵੀ ਖਾਣ ਜੋਗਾ ਬੰਦਾ ਬੀਜੂਗਾ, ਇੱਕ ਸਾਲ ਕਿਸਾਨ ਛੁੱਟੀ 'ਤੇ ਜਾਣਗੇ। ਹੁਣ ਮੂਹਰੇ ਸਮਿਆਂ ਦੇ ਵਿੱਚ ਸਬਜ਼ੀਆਂ ਜੇ ਸੋਚੋ ਨਾ ਵੀ ਰੇਹੜੀਆਂ ਤੇ ਨਹੀਂ ਵਿਕਣੀਆਂ। ਅਸੀਂ ਉਹਨਾਂ ਦਾ ਵੀ, ਕਿਉਂ ਵੀ ਸਾਡੇ ਕੰਟਰੀ ਦੇ ਨਾਗਰਿਕ ਨੇ, ਅਸੀਂ ਉਹਨਾਂ ਦੀ ਲਾਈਫ ਬਾਰੇ ਵੀ ਸੋਚੀਏ, ਚਾਹੇ ਉਹ ਸਟੇਟ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ। ਇੱਕ ਬੰਦਾ ਤੁਰਦਾ ਨਹੀਂ, ਸ਼ਾਇਦ ਨਾ ਤੁਰਨੇ ਵਾਲੇ ਨੇ ਕੋਈ ਨਸ਼ਾ ਵੀ ਕੀਤਾ ਹੋਵੇ, ਕਿਤੇ ਮਿਸਯੂਜ਼ ਵੀ ਕੀਤਾ ਹੋਵੇ ਪੈਸੇ ਦਾ। ਗਲੋਬਲ ਪੰਜਾਬ ਦੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਗੱਲ ਖੇਤੀ ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਦੋਸਤੋ, ਜਿਵੇਂ ਅਸੀਂ ਦੇਖਦੇ ਹਾਂ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ, ਜਿੱਥੇ ਬਹੁਤ ਸਾਰੇ ਲੋਕ ਖੇਤੀਬਾੜੀ 'ਤੇ ਨਿਰਭਰ ਕਰਦੇ ਨੇ। ਪਰ ਅੱਜ ਦੇ ਸਮੇਂ ਵਿੱਚ ਜੇਕਰ ਦੇਖਿਆ ਜਾਵੇ ਤਾਂ ਲੋਕ ਕਣਕ ਝੋਨੇ ਦੇ ਚੱਕਰਾਂ ਦੇ ਵਿੱਚ ਪੈ ਕੇ ਖੇਤੀਬਾੜੀ ਤੋਂ ਦੂਰ ਜਾ ਰਹੇ ਨੇ। ਪਰ ਅੱਜ ਅਸੀਂ ਤੁਹਾਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਮੁਸ਼ਕਾਬਾਦ 'ਚ ਇੱਕ ਅਜਿਹੇ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਕਿ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਹੈ ਤੇ ਲੱਖਾਂ ਦਾ ਮੁਨਾਫਾ ਕਮਾ ਰਹੇ ਨੇ। ਉਹ ਤੁਹਾਡਾ ਸਵਾਗਤ ਹੈ ਜੀ। ਸੁਖਵੀਰ ਜੀ, ਤੁਹਾਡਾ ਇੱਥੇ ਆਉਣ 'ਤੇ ਤਹਿ ਦਿਲੋਂ ਸ਼ੁਕਰੀਆ, ਧੰਨਵਾਦ ਜੀ। ਦਵਿੰਦਰ ਜੀ, ਜੇਕਰ ਦੇਖਿਆ ਜਾਵੇ ਆਪਾਂ ਹੁਣ ਬਹੁਤ ਸਾਰੇ ਜਿਹੜੇ ਆਪਣੇ ਕਿਸਾਨ ਨੇ ਉਹ ਖੇਤੀਬਾੜੀ ਤੋਂ ਦੂਰ ਜਾ ਰਹੇ ਨੇ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਸੁਖਵੀਰ ਜੀ, ਦੂਰ ਜਾਣਾ ਸੁਭਾਵਿਕ ਹੈ। ਜਦੋਂ ਫਾਰਮਰ ਨੂੰ ਕੋਈ ਬੱਚਤ ਨਾ ਹੋਵੇ ਤਾਂ ਉਹਨੂੰ ਇਹ ਧੰਦੇ 'ਚ ਲੱਗਦਾ ਵੀ ਮੈਂ ਕਿਉਂ ਇਹਨੂੰ ਕਰਾਂ। ਸਾਡਾ ਇਕੱਲਾ ਦੂਰ ਜਾਣ ਦਾ ਨਹੀਂ ਗੱਲ, ਨਹੀਂ ਸਾਡੀ ਜਿਹੜੀ ਜਨਰੇਸ਼ਨ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਫੌਰਨ ਚਲੇਗੀ। ਜਿਹੜੀ ਪੜ੍ਹੀ ਲਿਖੀ ਜਨਰੇਸ਼ਨ ਸੀ ਉਹ ਬਾਹਰ ਚਲੇਗੀ। ਉਹਦਾ ਕਾਰਨ ਇਹ ਸੀ ਵੀ ਇਹ ਧੰਦੇ ਨੂੰ ਕਿਸੇ ਨੇ ਨੇੜੇ ਹੋ ਕੇ ਤੱਕਿਆ ਨਹੀਂ, ਗੌਰਮੈਂਟ ਦਾ ਕੋਈ ਇਹਦੇ 'ਤੇ ਮਾਡਲ ਨਹੀਂ ਆਇਆ। ਸਾਡੀ ਐਗਰੀਕਲਚਰ ਸਟੇਟ ਹੈ, ਕੋਈ ਐਗਰੀਕਲਚਰ ਪਾਲਿਸੀ ਨਹੀਂ ਆਈ, ਜਿਸ ਕਰਕੇ ਸਾਡਾ ਜਿਹੜਾ ਯੂਥ ਹੈ ਜਾਂ ਸਾਡਾ ਕਿਸਾਨ ਹੈ ਉਹ ਇਹ ਤੋਂ ਦੂਰ ਹੋ ਗਿਆ। ਜਿਵੇਂ ਕਿ ਅਸੀਂ ਹੁਣ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰ ਰਹੇ ਸੀ, ਅਸੀਂ ਸੁਣਿਆ ਕਿ ਤੁਸੀਂ ਵੀ ਵਿਦੇਸ਼ ਜਾਣ ਦੇ ਚੱਕਰ ਦੇ ਚਾਹਵਾਨ ਸੀਗੇ ਪਹਿਲਾਂ। ਤੁਹਾਡਾ ਇੱਧਰ ਦੇ ਵੱਲ ਸਬੱਬ ਕਿਵੇਂ ਬਣਿਆ? ਸੁਖਵੀਰ, ਜਦੋਂ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਯੰਗ ਹੁੰਦਾ, ਵੱਡਾ ਹੁੰਦਾ, ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਜਦੋਂ ਸੋਚਣਾ ਸ਼ੁਰੂ ਕਰਦਾ ਤਾਂ ਉਹਨੂੰ ਲੱਗਦਾ ਵੀ ਮੈਂ ਇਹਨੂੰ ਕਿੱਥੋਂ ਪੂਰਾ ਕਰ ਸਕਦਾ। ਜ਼ਮੀਨ ਥੋੜ੍ਹੀ ਜ਼ਿਆਦਾ ਨਹੀਂ ਸੀਗੀ, ਉਹਦੇ ਕਰਕੇ ਜਦ ਦੇਖਿਆ ਵੀ ਇੱਥੇ ਨਹੀਂ ਗੱਲ ਬਣਨੀ, ਮੈਂ ਵੀ ਅੱਜ ਦੇ ਯੂਥ ਦੀ ਤਰ੍ਹਾਂ ਹੀ ਉਸ ਟਾਈਮ ਸੋਚਿਆ ਬਾਹਰ ਜਾਵਾਂ, ਪਰ ਸਫਲਤਾ ਨਹੀਂ ਮਿਲੀ। ਉਸ ਤੋਂ ਉਪਰੰਤ ਆ ਕੇ ਫਿਰ ਇਸ ਕੰਮ ਨੂੰ ਅੱਧੇ ਏਕੜ ਤੋਂ ਸ਼ੁਰੂ ਕੀਤਾ। ਕਾਫੀ ਮਿਹਨਤ ਕੀਤੀ, 92 ਤੋਂ ਲੈ ਕੇ ਅੱਜ 28 ਸਾਲ ਹੋ ਗਏ। ਮੁਸ਼ਕਲਾਂ ਵੀ ਆਈਆਂ, ਸਿੱਖਿਆ ਮੁਸ਼ਕਲਾਂ ਤੋਂ, ਘਬਰਾਏ ਨਹੀਂ। ਹੌਲੀ ਹੌਲੀ ਉਹਨਾਂ ਤੋਂ ਹੀ ਮੁਸ਼ਕਲਾਂ ਤੋਂ ਹੀ ਸਿੱਖਦੇ ਗਏ, ਅੱਗੇ ਤੁਰਦੇ ਗਏ। ਪਰ
ਉਹ ਦਿਨ ਦੂਰ ਨਹੀਂ ਸੀ ਜਦੋਂ ਪ੍ਰਮਾਤਮਾ ਨੇ ਸਾਡੀ ਬਾਂਹ ਫੜੀ ਆ ਕੇ ਸਾਨੂੰ ਇਸ ਚੀਜ਼ ਨੂੰ ਸਿਖਾਇਆ। ਇਹਦੇ 'ਚ ਜਿਵੇਂ ਬਹੁਤ ਵੱਡਾ ਰੋਲ ਗਿਣਾ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਹਾਰਟੀਕਲਚਰ ਡਿਪਾਰਟਮੈਂਟ, ਐਗਰੀਕਲਚਰ ਡਿਪਾਰਟਮੈਂਟ, ਮੰਡੀ ਬੋਰਡ, ਪੰਜਾਬ ਐਗਰੋ, ਜਿਹੜੇ ਸਾਰੇ ਡਿਪਾਰਟਮੈਂਟਾਂ ਨੇ ਸਾਡੇ ਕੰਮ ਨੂੰ ਆ ਕੇ ਸਾਨੂੰ ਪਹਿਚਾਣਿਆ, ਸਾਨੂੰ ਸੇਧ ਦਿੱਤੀ। ਅੱਜ ਵੀ ਉਹਨਾਂ ਤੋਂ ਅਸੀਂ ਗਾਹੇ ਬਗਾਹੇ ਜਾ ਕੇ ਸਾਰੇ ਕੰਮ ਕਰ ਕਿਵੇਂ ਕਰੀਏ, ਕਿੱਦਾਂ ਕਰੀਏ, ਉਹਨਾਂ ਦੀਆਂ ਸਲਾਹਾਂ ਦੇ ਮੁਤਾਬਕ ਹੀ ਅਸੀਂ ਕਰਦੇ ਹਾਂ। ਸ਼ੁਰੂਆਤ ਦੇ ਵਿੱਚ ਇਕੱਲੇ ਸੀ, ਹੌਲੀ ਹੌਲੀ ਅਸੀਂ ਇੱਕ ਗਰੁੱਪ ਬਣਾਇਆ। ਗਰੁੱਪ ਦੇ ਵਿੱਚ ਬਣਨਾ ਸਾਡੇ ਇਹ ਕੰਮ ਨੂੰ ਸਾਨੂੰ ਸੌਖਾ ਲੱਗਣ ਲੱਗਿਆ। ਗਵਰਨਮੈਂਟ ਵੱਲੋਂ ਵੀ ਜਿਹੜਾ ਗਰੁੱਪ ਫਾਰਮਿੰਗ ਦੇ ਲਈ ਕਾਫੀ ਸਾਰੀਆਂ ਪਾਲਿਸੀਆਂ ਆਈਆਂ, ਜਿਹਦੇ 'ਚ ਸਾਡੀ ਗਵਰਨਮੈਂਟ ਨੇ ਸਹਾਇਤਾ ਵੀ ਕੀਤੀ। ਅਸੀਂ ਉਹਨਾਂ ਨੂੰ ਹੀ ਅਪਣਾ ਕੇ ਕੰਮ ਕੀਤਾ 10 ਘੰਟੇ ਬਹਿ ਕੇ। ਉਹਦੇ ਨਾਲ ਸਾਨੂੰ ਜਦ ਲੱਗਿਆ ਵੀ ਇਹਦੇ 'ਚ ਸਾਨੂੰ ਪ੍ਰੋਫਿਟੇਬਿਲਿਟੀ ਹੈ ਤਾਂ ਅਸੀਂ ਇਹਨੂੰ ਹੌਲੀ ਹੌਲੀ ਅੱਗੇ ਵਧਾਉਂਦੇ ਗਏ। ਇਹਦੇ ਵਿੱਚ ਜਦੋਂ ਨੋਟਬੰਦੀ ਆਈ ਸਾਡੇ 'ਤੇ ਬਹੁਤ ਮਾੜਾ ਸਮਾਂ ਆਇਆ, ਸਾਨੂੰ ਘਾਟਾ ਪਿਆ। ਸਾਨੂੰ ਵੀ ਲੱਗਿਆ ਵੀ ਏਡਾ ਬੜਾ ਸਟਰਕਚਰ ਇਹਨੂੰ ਹੋਰ ਕਰੀਏ ਕੀ, ਪਰ 2-3 ਸਾਲ ਬਹੁਤ ਹੀ ਮਾੜੇ ਸੀਗੇ। ਪਰ ਹੁਣ ਫੇਰ ਇਸ ਵਾਰ ਕੁਛ ਮਾਰਕੀਟ ਸਟੈਂਡ ਕੀਤੀ ਹੈ। ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਧੰਦੇ ਨੂੰ ਮਿਹਰ ਕਰੇ ਤਾਂ ਅਸੀਂ ਮਿਹਨਤ ਕਰੀਏ ਅਤੇ ਇਸ ਨੂੰ ਹੋਰ ਅੱਗੇ ਲੈ ਕੇ ਜਾਈਏ। ਜਿਵੇਂ ਹੁਣ ਦੇਖਿਆ ਤੁਸੀਂ ਕਿਹਾ ਕਿ 1992 ਦੇ ਵਿੱਚ ਅਸੀਂ ਸ਼ੁਰੂ ਕੀਤਾ ਇਹ। ਜਦ ਦੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਾਵੇ ਕਿ ਆਲੇ ਦੁਆਲੇ ਆਪਣੇ ਟਿੱਬੇ ਰੇਤਾ ਹੁੰਦਾ ਸੀਗਾ, ਅਤੇ ਆਪਾਂ ਇਹ ਫਸਲ ਦੀ ਖੇਤੀ ਬਾਰੇ ਸੋਚਿਆ ਕਿਵੇਂ ਹੁਣ? ਸੁਖਬੀਰ ਜੀ, ਸ਼ੁਰੂਆਤ ਦੇ ਵਿੱਚ 92 ਵਿੱਚ ਇਹ ਰੇਗਿਸਤਾਨ ਸੀ। ਇਹ ਮਿੰਨੀ ਇਜ਼ਰਾਈਲ ਦੇ ਨਾਂ ਦੇ ਅੱਜ ਤਾਂ ਫੇਮਸ ਆ। ਵੀ ਰੇਤੇ ਦੇ ਵਿੱਚ ਮੰਨ ਲਓ ਕੋਈ ਵੀ ਫਸਲ ਮੂੰਗਫਲੀ ਤੋਂ ਛੱਡ ਕੇ ਬਾਜਰਾ ਹੋ ਗਿਆ, ਉਹ ਤੋਂ ਇਲਾਵਾ ਕੋਈ ਫਸਲ ਇੱਦਾਂ ਦੀ ਨਹੀਂ ਸੀ ਜਿਹੜੀ ਹੋਰ ਹੋ ਜਾਵੇ। ਲੇਕਿਨ ਮੂੰਗਫਲੀ ਵੀ ਹੌਲੀ ਹੌਲੀ ਅਲੋਪ ਹੋ ਗਈ। ਉਸ ਤੋਂ ਬਾਅਦ ਇਹਨਾਂ ਰੇਗਿਸਤਾਨ ਦੇ ਵਿੱਚ ਇਹਨਾਂ ਰੇਤੇ ਨੂੰ ਇੱਕ ਪਾਸੇ ਟਿੱਬੇ ਲਾਏ ਗਏ, ਫਿਰ ਉਹਨੂੰ ਚੁਕਾ ਕੇ ਫ੍ਰੀ ਚੁਕਾਇਆ ਗਿਆ। ਫਿਰ ਉਹਦੇ ਥੱਲਿਓਂ ਲੈਂਡ ਕੱਢ ਕੇ ਉਹਦੇ ਕਲਟੀਵੇਸ਼ਨ ਸ਼ੁਰੂ ਕੀਤੀ। ਪਰ ਜਿਹੜਾ ਕੁੱਲ ਮਿਲਾ ਕੇ ਜੇ ਮੈਂ ਵੈਦਰ ਪੱਖੋਂ ਦੇਖਾਂ, ਇਹ ਬਹੁਤ ਹੀ ਰਿਚ ਏਰੀਆ ਹੈ। ਵੈਦਰ ਕਰਕੇ ਸਾਨੂੰ ਜਿਹੜੀ ਵੀ ਅਸੀਂ ਕ੍ਰੌਪ ਲਾਈ ਉਹਦੇ ਵਿੱਚ ਸਾਨੂੰ ਬੈਨੀਫਿਟ ਹੋਇਆ। ਅਤੇ ਉਹ ਦਿਨ ਸੀ ਜਦੋਂ ਇੱਥੇ ਪਾਣੀ ਵੀ ਨਹੀਂ ਸੀ ਪੀਣ ਨੂੰ ਹੁੰਦਾ। ਅੱਜ ਅਸੀਂ ਇੱਥੇ ਪ੍ਰਮਾਤਮਾ ਨੇ ਜੰਗਲ 'ਚ ਮੰਗਲ ਲਾਏ ਆ। ਅਸੀਂ ਵੀ ਕੰਮ ਕਰਦੇ ਹਾਂ, ਹੋਰ ਬਹੁਤ ਸਾਰੇ ਸੁਸਾਇਟੀ ਫਾਰਮਰ ਆ ਕੇ ਅਸੀਂ ਇੱਥੇ ਇਕੱਠੇ ਹੋ ਕੇ ਸਿੱਖਦੇ ਵੀ ਹਾਂ। ਕਿਤੇ ਨਾ ਕਿਤੇ ਜਦ ਅਸੀਂ ਤੁਹਾਡੇ ਇੱਧਰ ਪਿੰਡ ਨੂੰ ਮੁੜੇ ਹਾਂ ਤਾਂ ਸਾਨੂੰ ਰਸਤੇ 'ਚ ਨਹਿਰ ਮਿਲੀ ਆ। ਨਹਿਰ ਦਾ ਵੀ ਬਹੁਤ ਫਰਕ ਪੈਂਦਾ ਹੋਊਗਾ ਜੀ ਇਹਦੇ ਵੈਦਰ ਵਾਸਤੇ। ਸੁਖਬੀਰ ਜੀ, ਜਿਹੜੀ ਨਹਿਰ ਹੈ ਇਹਦਾ ਪਾਣੀ ਦਾ ਲੈਵਲ ਸਾਡੇ 18-20 ਫੁੱਟ ਆ। ਨੰਬਰ ਤੋਂ ਪਾਣੀ ਦੀ ਕੁਆਲਿਟੀ ਦਾ ਲੈਵਲ ਜਿਹੜਾ ਸੀਗਾ ਉਹ ਬਹੁਤ ਹੀ ਵਧੀਆ ਇੱਥੇ। ਉਸ ਤੋਂ ਇਲਾਵਾ ਜਿਵੇਂ ਅਸੀਂ ਚਿੱਲੀ ਸਿਲੈਕਟ ਕੀਤੀ ਇਹਦੇ 'ਚ ਲਾਉਣ ਲਈ, ਚਿੱਲੀ ਫੈਮਿਲੀ ਨੂੰ ਹਿਊਮਿਡਿਟੀ ਚਾਹੀਦੀ ਹੈ। ਨਹਿਰ ਕਰਕੇ ਉਹ ਹਿਊਮਿਡਿਟੀ ਦੀ ਮਾਤਰਾ ਵਧੀਆ ਰਹਿੰਦੀ ਆ। ਉਸ ਦੇ ਨਾਲ ਜਿਹੜੀ ਇਹ ਮਿਰਚ ਦੀ ਖੇਤੀ ਹੈ, ਇਹਦੇ 'ਚ ਮੰਨ ਲਓ ਇਹ ਸ਼ੂਟੇਬਲ ਏਰੀਆ ਦੇ ਲਈ। ਉਸ ਦੇ ਨਾਲ ਅਸੀਂ ਹੋਰ ਵੀ ਜਿਹੜੀਆਂ ਕ੍ਰੌਪਸ ਹਿਊਮਿਡਿਟੀ 'ਚ ਹੁੰਦੀਆਂ ਨੇ ਅਸੀਂ ਉਹ ਸਿਲੈਕਟ ਕੀਤੀਆਂ, ਉਹਨਾਂ 'ਤੇ ਕੰਮ ਕੀਤਾ। ਉਹਨਾਂ ਦੇ ਕੰਮ ਕਰਕੇ ਸਾਨੂੰ ਉਹਨਾਂ 'ਚੋਂ ਵੀ ਬੈਨੀਫਿਟ ਮਿਲਿਆ। ਜਿਹੜੀ ਤੁਸੀਂ ਸ਼ੁਰੂਆਤ ਕੀਤੀ ਆ, ਜਦ ਇਹ ਸਬਜ਼ੀ ਦੀ ਸ਼ੁਰੂਆਤ ਕੀਤੀ ਆ ਤਾਂ ਕਿੰਨੇ ਏਕੜ ਤੋਂ ਕੀਤੀ ਆ? ਅਤੇ ਜਦ ਆਪਾਂ ਕੋਈ ਵੀ ਕੰਮ ਨਵਾਂ ਕਰਦੇ ਹਾਂ ਤਾਂ ਆਪਾਂ ਨੂੰ ਉਹਦੇ ਵਿੱਚ ਮੁਸ਼ਕਲਾਂ ਤਾਂ ਲਾਜ਼ਮੀ ਆਉਂਦੀਆਂ ਨੇ। ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਇਹਦੇ ਵਿੱਚ? ਸੁਖਬੀਰ, ਸ਼ੁਰੂਆਤ ਅੱਧੇ ਕੁ ਏਕੜ ਚਿੱਲੀ ਤੋਂ ਸ਼ੁਰੂ ਕੀਤੀ। ਉਹਨੂੰ ਡਾਇਰੈਕਟ ਸੇਲ ਦੇ ਵਿੱਚ ਕਰਕੇ 2 ਪੈਸੇ ਬਣੇ। ਇੱਕ ਲੱਗਿਆ ਵੀ ਇਹ ਕੰਮ ਨੂੰ ਹੋਰ ਵੱਡਾ ਕਰੀਏ। ਵਿੱਚ 2003 ਦੇ ਵਿੱਚ ਬਹੁਤ ਵੱਡਾ ਕੋਹਰਾ ਪੈ ਗਿਆ। ਕੋਹਰਾ ਪੈਣ ਨਾਲ ਸਾਡੀ ਕ੍ਰੌਪ ਉੱਪਰੋਂ ਡੈਮੇਜ ਹੋ ਗਈ ਸਾਰੀ, ਫੁੱਟ 1.5 ਫੁੱਟ ਸੜ ਗਈ ਕੋਹਰੇ ਨਾਲ। ਉਹ ਸਮਾਂ ਸੀ ਜਦੋਂ ਜਿਹੜਾ ਪਿੰਡ ਦਾ ਕੋਈ ਬੰਦਾ ਇੱਦਾਂ ਦਾ ਨਹੀਂ ਜਿਹੜਾ ਨਹੀਂ ਆਇਆ, ਜਿਹੜਾ ਉਹਨੂੰ ਦੇਖ ਕੇ ਆ ਕੇ ਉਹਨਾਂ ਨੇ ਹਰ ਇੱਕ ਬੰਦੇ ਨੇ, ਕੁਝ ਵਧੀਆ ਇਨਸਾਨ ਵੀ ਸੀਗੇ ਜਿਹੜੇ ਮੈਨੂੰ ਆ ਕੇ ਮੇਰੇ ਲਈ ਉਹਨਾਂ ਨੇ ਮੈਨੂੰ ਪ੍ਰੇਰਿਤ ਨਹੀਂ, ਮੇਰਾ ਉਹਨਾਂ ਨੇ ਮੰਨ ਲਓ ਵੀ ਮੈਨੂੰ ਕਿਹਾ ਵੀ ਕੋਈ ਵੱਡੀ ਗੱਲ ਨਹੀਂ, ਵੀ ਇਹ ਗੱਲ ਹੋ ਗਈ ਵੀ ਹੁੰਦਾ ਰਹਿੰਦਾ, ਕੁਦਰਤੀ ਕਰੋਪੀ ਆਉਂਦੀ ਰਹਿੰਦੀ ਹੈ। ਅਤੇ ਲੇਕਿਨ ਉਸ ਸਾਲ ਵੀ ਮੈਨੂੰ ਜਿਹੜਾ ਵਿੱਚ ਫਰੂਟ ਬਚਿਆ ਉਹਦੇ ਵਿੱਚੋਂ ਵੀ ਸਾਨੂੰ ਪ੍ਰੋਫਿਟ ਹੋਇਆ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਕਈ ਲੋਕ ਜੇ ਥੋੜ੍ਹੀ ਬਹੁਤੀ ਜੇ ਆਪਾਂ ਨੂੰ ਕੋਈ ਵੀ ਕਿਸੇ ਵੀ ਕੰਮ ਦੇ ਵਿੱਚ ਘਾਟਾ ਪੈਂਦਾ ਤਾਂ ਆਪਾਂ ਉਹਨੂੰ ਅਗਲੇ ਸਾਲ ਛੱਡ ਦਿੰਦੇ ਹਾਂ ਵੀ ਕਿਤੇ ਤੁਸੀਂ ਉਵੇਂ ਡੋਲ ਨਾ ਜਾ। ਮਤਲਬ ਲੋਕਾਂ ਨੇ ਆ ਕੇ ਤੁਹਾਨੂੰ ਕਿਹਾ ਵੀ ਨਹੀਂ ਹੁਣ ਜੇ ਆਪਾਂ ਦੇਖਦੇ ਹਾਂ ਆਲੂ ਲਾਉਂਦੇ ਆਪਾਂ 1 ਸਾਲ ਮੰਦਾ ਪੈ ਜਾਂਦਾ ਤਾਂ ਲੋਕ ਵਿੱਚ ਦੀ ਛੱਡ ਦਿੰਦੇ ਨੇ, ਪਰ ਤੁਸੀਂ ਹੌਸਲਾ ਨਹੀਂ ਹਾਰਿਆ, ਅੱਗੇ ਚੱਲਦੇ ਰਹੇ। ਸੁਖਬੀਰ ਜੀ, ਜਦੋਂ ਤੁਸੀਂ ਇੱਕ ਧੰਦੇ 'ਚ ਪੈ ਜਾਂਦੇ ਹੋ, ਅਸੀਂ ਹੋਰ ਕਰਦੇ ਕੀ? ਸਾਡੇ ਕੋਲ ਹੋਰ ਆਪਸ਼ਨ ਨਹੀਂ ਸੀ ਕੋਈ। ਝੋਨੇ ਕਣਕ ਵਾਲੀ ਜਿਹੜੀ ਮੰਨ ਲਓ ਜਿੰਨੀ ਕੁ ਇਨਕਮ ਆ ਉਨੀ ਕੁ ਇਨਕਮ ਤਾਂ ਜੇ ਇਹ ਬਿਲਕੁਲ ਵੀ ਘੱਟੋ ਘੱਟ ਹੋਵੇ ਤਾਂ ਵੀ ਡਬਲ ਹੋ ਜਾਂਦੀ ਆ। ਪਰ ਤੁਹਾਨੂੰ ਇਹਦੇ 'ਚ ਮੇਨਲੀ 10 ਘੰਟੇ ਰਹਿ ਕੇ ਨਾਲ ਕੰਮ ਕਰਨਾ ਪੈਣਾ, ਸਿੱਖਣਾ ਪੈਣਾ, ਵਿੱਚ ਬਹਿਣਾ ਪੈਣਾ। ਜੇ ਤੁਸੀਂ ਸੋਚੋਗੇ ਨਾ ਵੀ ਅਸੀਂ ਲੇਬਰ ਤੋਂ ਜਾਂ ਕਿਸੇ ਕੰਟਰੈਕਟ ਫਾਰਮਿੰਗ 'ਚ ਕਰਵਾ ਲਈਏ, ਉਦੋਂ ਤੁਹਾਨੂੰ ਉਨੇ ਪੈਸੇ ਨਹੀਂ ਬਚਣੇ। ਜਦੋਂ ਤੁਹਾਡੀ ਦੇਖ ਰੇਖ ਦੇ ਅਧੀਨ ਸਾਰਾ ਕੰਮ ਹੁੰਦਾ ਉਹਦਾ ਸੁਭਾਵਿਕ ਹੈ ਉਸ ਕ੍ਰੌਪ ਨੇ ਤੁਹਾਡੇ ਲਈ ਲਾਹੇਵੰਦ ਹੋਣਾ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਤੁਸੀਂ ਸਬਜ਼ੀ ਦਾ ਕਰ ਰਹੇ ਹੋ ਇੱਥੇ, ਸਬਜ਼ੀ ਦੇ ਲਈ ਤੁਸੀਂ ਜਿਹੜੀ ਮਿੱਟੀ ਆ ਉਹਦਾ ਕਿਵੇਂ ਪਛਾਣ ਤੇ ਉਹਨੂੰ ਕਿਵੇਂ ਮਿੱਟੀ ਨੂੰ ਤਿਆਰ ਕਰਦੇ ਹੋ? ਕਿਹੜੀ ਖਾਦ ਪਾਉਂਦੇ ਹੋ ਉਹਦੇ ਵਿੱਚ? ਕਿਵੇਂ ਉਹਨੂੰ ਅੱਗੇ ਤੋਰਦੇ ਹੋ? ਕਿਹੜੀ ਵਿਧੀ ਨਾਲ ਅੱਗੇ ਸਬਜ਼ੀ ਲਾਉਂਦੇ ਹੋ ਉਹਦੇ ਵਿੱਚ?
ਸੁਖਵੀਰ, ਜਦੋਂ ਇਹਦੀ ਸਟਾਰਟਿੰਗ ਦੇ ਵਿੱਚ ਅਸੀਂ ਇਹਦੀ ਸੋਇਲ ਟੈਸਟਿੰਗ ਕਰਾਉਂਦੇ ਹਾਂ, ਜਿਹੜੇ ਇਹਦੇ ਵਿੱਚ ਤੱਤਾਂ ਦੀ ਮਾਤਰਾ ਸਾਨੂੰ ਪਤਾ ਲੱਗ ਜਾਂਦੀ ਹੈ ਵੀ ਕਿਹੜੇ ਤੱਤ ਘੱਟ ਨੇ, ਕਿਹੜੇ ਵੱਧ ਨੇ। ਫਿਰ ਉਹਨਾਂ ਨੂੰ ਲੀਚਿੰਗ ਕਰਨ ਲਈ ਅਸੀਂ ਇਹਨੂੰ ਪਾਣੀ ਦੇ ਨਾਲ ਭਰਦੇ ਹਾਂ ਤਾਂ ਕਿ ਜਿਹੜੀ ਇਹਦੀ ਸੋਇਲ ਦੀ ਈਸੀ ਆ ਉਹ ਡਾਊਨ ਚੱਲ ਜਾਵੇ। ਬਰਸਾਤ ਵਾਲਾ ਪਾਣੀ ਅਸੀਂ ਬਰਸਾਤ ਟਾਈਮ ਇਹਨਾਂ ਦੇ ਅੰਦਰ ਹੀ ਵਾੜ ਲੈਂਦੇ ਹਾਂ। ਫਿਰ ਉਹ ਤੋਂ ਬਾਅਦ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਵਾਹ ਕੇ ਮੁੜ ਕੇ ਨਵੀਂ ਕ੍ਰੌਪ ਦੇ ਲਈ ਤਿਆਰੀ ਕਰਦੇ ਹਾਂ। ਉਹਦੇ ਵਿੱਚ ਬੇਸਲ ਦੇ ਵਿੱਚ ਜਿਹੜੀ ਚੀਜ਼ਾਂ ਦੀ ਕਮੀ ਆ ਅਸੀਂ ਉਹ ਬੇਸਲ ਦੇ ਵਿੱਚ ਪੂਰੀਆਂ ਕਰਦੇ ਹਾਂ। ਬਾਕੀ ਜਿਹੜੀ ਨਾਲ ਦੀ ਨਾਲ ਸਾਡੇ ਕੋਲ ਡ੍ਰਿਪ ਇਰੀਗੇਸ਼ਨ ਹੈ, ਜਿਹੜੀਆਂ ਚੀਜ਼ਾਂ ਦੀ ਖਾਦ ਦੀ ਜਾਂ ਕੋਈ ਮਾਈਕਰੋ ਨਿਊਟ੍ਰੀਐਂਟ ਦੀ ਕਮੀ ਆ ਅਸੀਂ ਨਾਲ ਦੀ ਨਾਲ ਡੇਲੀ ਇਹਨੂੰ ਫਰਟੀਗੇਟ ਕਰਦੇ ਹਾਂ। ਜਿਵੇਂ ਹੁਣ ਦੇਖ ਰਹੇ ਹਾਂ ਕਿ ਤੁਸੀਂ ਇੱਥੇ ਹੁਣ ਸ਼ਿਮਲਾ ਮਿਰਚ ਲਗਾਈ ਆ, ਤੇ ਜਿਹੜਾ ਤੁਸੀਂ ਪੋਲੀ ਫਾਰਮ ਦੁਆਰੇ ਸੋਚਿਆ ਕਿਵੇਂ, ਇਹਦੀ ਸ਼ੁਰੂਆਤ ਕਦ ਕੀਤੀ ਹੈ? ਅਸੀਂ 2007 ਦੇ ਵਿੱਚ ਕਿਤੇ ਬਾਹਰ ਵਿਜ਼ਿਟ ਤੇ ਗਏ ਸੀਗੇ। ਉਹ ਵਿਜ਼ਿਟ ਤੇ ਜਾਣ ਤੋਂ ਬਾਅਦ ਅਸੀਂ ਉੱਥੇ ਜਾ ਕੇ ਵੇਖਿਆ ਵੀ ਜਿਹੜਾ ਪੋਲੀ ਹਾਊਸ ਹੈ ਆਪਣੇ ਉਦੋਂ ਇੱਥੇ ਨਹੀਂ ਸੀਗਾ। ਇੰਡੋ ਇਜ਼ਰਾਈਲ ਦੇ ਵਿੱਚ ਇੱਕ ਛੋਟਾ ਯੂਨਿਟ ਲੱਗਿਆ ਸੀ, ਉਹਦੇ ਤੇ ਅਜੇ ਉੱਥੇ ਟਰਾਇਲ ਹੀ ਚੱਲਦੇ ਸੀਗੇ। ਉੱਥੋਂ ਆ ਕੇ ਅਸੀਂ ਪਹਿਲਾਂ ਲੱਕੜ ਦੇ ਉੱਤੇ ਇੱਕ 500 ਸਕੁਅਰ ਮੀਟਰ ਦਾ ਪੋਲੀ ਹਾਊਸ ਬਣਾ ਕੇ ਉੱਥੋਂ ਲਿਆਂਦੇ ਸੀਡ। ਜਦੋਂ ਲਾਏ ਸਾਨੂੰ ਲੱਗਿਆ ਵੀ ਇਹ ਆਪਣੇ ਵੈਦਰ ਦੇ ਵਿੱਚ ਵਧੀਆ ਸਾਨੂੰ ਉਹਨਾਂ ਦਾ ਈਲਡ ਮਿਲਿਆ। ਉਸ ਤੋਂ ਬਾਅਦ ਅਸੀਂ 1 ਏਕੜ ਪੋਲੀ ਹਾਊਸ ਲਾਇਆ। 1 ਏਕੜ ਦੇ ਉੱਤੇ ਉਸ ਟਾਈਮ ਮੰਨ ਲਓ ਗੌਰਮੈਂਟ ਵੱਲੋਂ ਜਿਹੜੀ ਵਿੱਤੀ ਸਹਾਇਤਾ ਸੀਗੀ ਉਹਦੀ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਬੈਂਕਾਂ ਦਾ ਸਹਿਯੋਗ ਨਹੀਂ ਸੀ ਸ਼ੁਰੂ 'ਚ। ਬਾਅਦ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਪਹਿਲਾ ਟਰਮ ਲੋਨ ਟਾਈਮ ਸਿਰ ਦਿੱਤਾ ਤਾਂ ਸਾਨੂੰ ਬੈਂਕਾਂ ਨੇ ਵੀ ਸਾਡੀ ਹੈਲਪ ਕੀਤੀ। ਉਸ ਤੋਂ ਉਪਰੰਤ ਸਾਨੂੰ ਹਾਰਟੀਕਲਚਰ ਮਹਿਕਮੇ ਦੀ ਹੱਲਾਸ਼ੇਰੀ ਵੀ ਤੁਸੀਂ ਕੰਮ ਕਰੋ, ਤੁਹਾਨੂੰ ਜਿਹੜੀ ਵਿੱਤੀ ਸਹਾਇਤਾ ਅਸੀਂ ਦੇਵਾਂਗੇ। ਉਹਨਾਂ ਦੇ ਸਹਿਯੋਗ ਨਾਲ ਹੀ ਹਾਰਟੀਕਲਚਰ ਨੇ ਬਹੁਤ ਵੱਡਾ ਕੰਮ ਕਰਿਆ। ਚਾਹੇ ਤੁਸੀਂ ਉਹਦੇ 'ਚ ਹਨੀ ਦੇ ਵਿੱਚ ਦੇਖ ਲਓ, ਚਾਹੇ ਤੁਸੀਂ ਹੋਰ ਜਿਹੜੇ ਵੀ ਸਹਾਇਕ ਧੰਦੇ ਜੋ ਵੀ ਉਹਨਾਂ ਵੱਲੋਂ ਤੋਰੇ ਗਏ ਨੇ, ਤੇ ਹਾਂ ਉਹਦੇ 'ਚ ਇੱਕ ਮਸ਼ਰੂਮ ਦੇ ਫਾਰਮ ਲਈ ਤੇ ਕਿਸੇ ਵੀ ਰੋਡ ਤੇ ਜਾਓ ਤੁਹਾਨੂੰ ਹਾਰਟੀਕਲਚਰ ਦਾ ਕੋਈ ਨਾ ਕੋਈ ਕੰਮ ਨਜ਼ਰ ਆਊਗਾ। ਬਾਕੀ ਗਵਰਨਮੈਂਟ ਨੇ ਤਾਂ ਇੱਕ ਸਿਸਟਮ ਦੇਣਾ ਹੁੰਦਾ ਹੈ, ਉਹ ਕੰਮ ਕਰਨਾ ਤਾਂ ਕਿਸਾਨਾਂ ਨੇ ਹੁੰਦਾ। ਅਸੀਂ ਕਈ ਵਾਰੀ ਉਲਟਾ ਸੋਚ ਜਾਂਦੇ ਹਾਂ ਵੀ ਅਸੀਂ ਇੱਕ ਸੇਧ ਲੈਣ ਲਈ, ਜਿਵੇਂ ਯੂਨੀਵਰਸਿਟੀ ਦੀ ਗੱਲ ਕਰਾਂ, ਯੂਨੀਵਰਸਿਟੀ ਦੇ 50 ਕਿਲੋਮੀਟਰ ਏਰੀਆ 'ਚ ਤੁਸੀਂ ਘੁੰਮ ਕੇ ਦੇਖੋ ਆਲੇ ਦੁਆਲੇ ਤੁਹਾਨੂੰ ਟੈਕਨੋਲੋਜੀ ਮਿਲੂਗੀ। ਜਿਵੇਂ ਯੂਨੀਵਰਸਿਟੀ ਤੋਂ ਦੂਰ ਵਾਲੇ ਪਿੰਡ ਆਈ ਜਾਂਦੇ, ਜਿਹੜੇ ਲੋਕ ਆਏ ਨਹੀਂ ਕਦੇ, ਉਹ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਆ ਵੀ। ਇਸ ਲਈ ਸਾਡੇ ਤਾਂ ਯੂਨੀਵਰਸਿਟੀ ਨੇੜੇ ਸੀ। ਉਦੋਂ ਉਪਰੰਤ ਜਦੋਂ ਯੂਨੀਵਰਸਿਟੀ ਸਾਨੂੰ ਅਵਾਰਡ ਦਿੱਤਾ ਉਹਦਾ ਸਾਡਾ ਹੋਰ ਨੇੜੇ ਦਾ ਰਾਬਤਾ ਬਣਿਆ। ਅਸੀਂ ਬਹੁਤ ਕੁਝ ਸਿੱਖਿਆ ਉਹਨਾਂ ਤੋਂ, ਅੱਜ ਵੀ ਸਿੱਖ ਰਹੇ ਹਾਂ। ਹੁਣ PhD ਦੇ ਸਟੂਡੈਂਟ ਨੇ, BSc MSc ਵਾਲੇ ਇੱਥੇ ਇੱਕ ਦਿਨ ਟ੍ਰੇਨਿੰਗ ਲਈ ਵੀ ਆਉਂਦੇ ਨੇ। ਕਮੇਟੀ 'ਚ ਡਾਕਟਰ ਧਾਲੀਵਾਲ, ਹਰਜੀਤ ਧਾਲੀਵਾਲ, ਉਹਨਾਂ ਵੱਲੋਂ ਵੀ ਸਾਨੂੰ ਟਾਈਮ ਸਿਰ ਬਹੁਤ ਸਾਰੀਆਂ ਗਾਈਡੈਂਸ ਦਿੱਤੀਆਂ ਜਾਂਦੀਆਂ ਨੇ। ਉਹਨਾਂ ਵੱਲੋਂ ਵੀ ਜਿਹੜੇ ਉੱਥੇ ਟ੍ਰੇਨਿੰਗ ਪ੍ਰੋਗਰਾਮ ਨੇ ਸਾਨੂੰ ਸੱਦਿਆ ਵੀ ਜਾਂਦਾ ਤੇ ਉਹਨਾਂ ਕਲਾਸਾਂ ਨੂੰ ਇੱਥੇ ਵੀ ਭੇਜਿਆ ਜਾਂਦਾ। ਅਸੀਂ ਇੱਕ ਮਿਲ ਕੇ ਮਿਊਚੁਅਲ ਅਪਰੋਚ ਦੇ ਰਾਹੀਂ ਕੰਮ ਕਰ ਰਹੇ ਹਾਂ। ਆਉਣ ਵਾਲਾ ਸਮਾਂ ਮੇ ਵੀ ਇੱਦਾਂ ਦਾ ਆ ਰਿਹਾ ਵੀ ਤੁਹਾਨੂੰ ਇਕੱਠੇ ਹੋ ਕੇ ਨਵੀਂ ਖੇਤੀ ਨੂੰ ਸਿੱਖਣਾ ਪੈਣਾ, ਕਿਉਂਕਿ ਝੋਨੇ ਕਣਕ ਨਾਲ ਸਾਡਾ ਕੰਮ ਨਹੀਂ ਸਾਰਨਾ। ਸਰਕਾਰਾਂ ਵੀ ਹੱਥ ਖੜੇ ਕਰਨ ਲੱਗ ਗਈਆਂ। ਝੋਨਾ ਕਣਕ ਚੱਕਣ ਤੋਂ ਵੀ ਅਸੀਂ ਕੋਈ ਰੇਟ ਨਹੀਂ ਦੇ ਸਕਦੇ। ਇਹਦਾ ਪਿੱਛੇ ਜੇ ਬਿਆਨ ਵੀ ਆਇਆ ਵੀ ਅਸੀਂ ਜਿਹੜਾ ਫਿਕਸ ਰੇਟ ਆ ਇਹਦਾ ਵੀ ਅਸੀਂ ਥੋੜ੍ਹੇ ਟਾਈਮ ਤੱਕ ਬੰਦ ਕਰ ਸਕਦੇ ਹਾਂ। ਸੁਖਵੀਰ, ਜਦੋਂ ਕੋਈ ਵੀ ਚੀਜ਼ ਹੈ, ਜੇਕਰ ਕੋਈ ਪਰਿਵਾਰ, ਜੇਕਰ ਕੋਈ ਇਨਸਾਨ ਜਾਂ ਕੋਈ ਸੁਸਾਇਟੀ ਜਿਹੜੀ ਸਮੇਂ ਮੁਤਾਬਕ ਬਦਲੀ ਨਹੀਂ, ਉਹਦੀ ਕੁੱਲ ਨੂੰ ਖਤਰਾ ਹੋ ਜਾਂਦਾ। ਵੀ ਸਾਡੀ ਖੇਤੀ ਨੂੰ ਅਸੀਂ ਸੋਚਾਂਗੇ ਨਾ, ਜੇ ਸਾਡੇ ਹੁਣ ਦਾਦਾ ਜੀ ਹੁਣੀ ਇੱਥੇ ਮੂੰਗਫਲੀ ਦੀ ਖੇਤੀ ਕਰਦੇ ਤੇ ਅਸੀਂ ਉਹਦਾ ਹੀ ਪਿੱਛਾ ਕਰੀ ਜਾਂਦੇ, ਅਸੀਂ ਕੀ ਬੱਚੇ ਪਾਲ ਲੈਂਦੇ। ਅਸੀਂ ਸਮੇਂ ਨੇ ਚਾਹੇ ਸਾਨੂੰ ਵੰਗਾਰਿਆ, ਅਸੀਂ ਸਮੇਂ ਮੁਤਾਬਕ ਬਦਲੇ ਤਾਂ ਕਿਤੇ ਜਾ ਕੇ ਕੋਈ ਨਵੀਂ ਐਕਟੀਵਿਟੀ ਸ਼ੁਰੂ ਹੋਈ। ਠੀਕ ਹੈ, ਗੌਰਮੈਂਟ ਦਾ ਜੇ MSP ਨਹੀਂ ਲੈਣਾ, ਗੌਰਮੈਂਟ ਨੂੰ ਫਾਰਮਰ ਨੂੰ ਸਹਾਇਤਾ ਕਰਨ ਲਈ ਬਹੁਤ ਹੋਰ ਕੰਮ ਨੇ। ਗੌਰਮੈਂਟ ਉੱਧਰ 'ਚ ਹੀ ਲੋਕਾਂ ਦੀ ਹੈਲਪ ਕਰੇ। ਕਿਉਂ ਹੁਣ ਇਹਦੇ 'ਚ ਮੰਨ ਲਓ ਇਹਨੂੰ ਵੀ ਪਹਿਲਾਂ ਤਾਂ ਇਹ ਫ੍ਰੀ ਸੀਗੇ ਪੈਸਟੀਸਾਈਡ ਤੇ NPK, ਹੁਣ ਤਾਂ ਇਹਨੂੰ ਵੀ ਇਹਨਾਂ ਨੇ GST ਦੇ ਅੰਡਰ ਲੈ ਲਿਆ, ਪਰ ਉਹਦੇ ਬਦਲੇ 'ਚ ਕਿਸਾਨ ਨੂੰ ਐਡਾ ਕੁਝ ਮਿਲ ਨਹੀਂ ਰਿਹਾ ਜਿਹੜਾ ਦੇਣਾ ਚਾਹੀਦਾ। ਜੇ ਦਿੱਤਾ ਵੀ ਜਾ ਰਿਹਾ ਉਹ 25, 30, 40% ਸਬਸਿਡੀ ਆ, ਉਹਦੇ 'ਚ 28% ਦਾ GST ਆ। ਫਾਰਮਰ ਦੇ ਪੱਲੇ ਕੀ ਪੈਂਦਾ? ਇਹ ਪਹਿਲਾਂ ਵਾਲਾ ਫਾਰਮਰ ਨਹੀਂ ਹੈਗਾ ਵੀ ਗੱਲਾਂ 'ਚ ਆ ਕੇ ਕੋਈ ਜਾ ਕੇ ਲੋਨ ਕਰਾ ਕੇ ਚੀਜ਼ ਲੈ ਲੂ। ਫਾਰਮਰ, ਪੰਜਾਬ ਦੇ ਫਾਰਮਰ ਨੂੰ ਬਹੁਤੀ ਸਿਖਾਉਣ ਦੀ ਲੋੜ ਨਹੀਂ, ਇਹ ਸਿੱਖਿਅਤ ਫਾਰਮਰ ਹੈ, ਹਾਲਾਤਾਂ ਨੇ ਸਿਖਾਤਾ। ਲੇਕਿਨ ਇੰਨਾ ਮੈਂ ਜ਼ਰੂਰ ਕਹੂੰਗਾ ਵੀ ਜੇਕਰ ਤੁਸੀਂ ਐਗਰੀਕਲਚਰ ਪਾਲਿਸੀ ਲੈ ਕੇ ਆਉਂਦੇ ਹੋ, ਹੁਣ ਤਾਂ ਆਪਣੇ ਕੋਲ ਸਾਰਾ ਡਾਟਾ ਪਿਆ ਹੈ। ਇੱਕ ਕਿਸਾਨ ਕੋਈ 1 ਏਕੜ, 2 ਏਕੜ, 5 ਏਕੜ ਤੇ ਸਿਰ ਕਿੰਨਾ ਕਰਜ਼ਾ ਹੈ। ਹੁਣ ਤਾਂ ਆਧਾਰ ਕਾਰਡ ਨਾਲ ਤੁਸੀਂ ਇੱਕ ਚੀਜ਼ ਮੈਂਸ਼ਨ ਕਰ ਸਕਦੇ ਹੋ, ਦੇਖ ਸਕਦੇ ਹੋ ਵੀ ਤੁਹਾਨੂੰ ਛੋਟੇ ਫਾਰਮਰਾਂ ਲਈ ਲੈਦਾ ਪਾਲਿਸੀ, ਵੱਡਿਆਂ ਲਈ ਲੈਦਾ। ਤੁਹਾਨੂੰ ਇੱਕ ਸਿਸਟਮ ਲੈ ਕੇ ਆਉਣਾ ਪਊਗਾ ਤਾਂ ਇਹ ਸਾਡੀ ਕਿਸਾਨੀ ਬਚੂਗੀ। ਜੇਕਰ ਅਸੀਂ ਨਹੀਂ ਧਿਆਨ ਕਰਾਂਗੇ, ਜਿਹੜਾ ਮੂਹਰੇ ਵਾਲਾ ਸਮਾਂ ਹੈ MSP ਚਲੇਗੀ, ਛੋਟਾ ਕਿਸਾਨ ਕਰੂਗਾ ਕੀ? ਉਹ ਕਿੱਥੇ ਬੀਜ ਤਾਂ ਲਊਗਾ, ਵੇਚੂਗਾ ਕਿੱਥੇ? ਉਹਨਾਂ ਕੋਲ ਖੜੇ ਕਰਨ ਲਈ, ਟਰਾਲੀ ਖੜੀ ਕਰਨ ਲਈ, ਪ੍ਰੋਡਿਊਸ ਦੀ ਖੜਨ ਲਈ ਜਗ੍ਹਾ ਨਹੀਂ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਪੋਲੀ ਹਾਊਸ ਤਿਆਰ ਕੀਤਾ ਸੀ, ਲੰਘਦੇ ਵੜਦੇ ਦੇਖਦੇ ਹਾਂ ਬਹੁਤ ਸਾਰੇ ਲੋਕਾਂ ਨੇ ਇਹ ਸਿਸਟਮ ਤਾਂ ਲਗਾਇਆ ਹੁੰਦਾ, ਪਰ ਕਈਆਂ ਦੇ ਉੱਤੇ ਛੱਤ ਨਹੀਂ ਹੁੰਦੀ ਤਾਂ ਲਾ ਕੇ ਕਈ ਅੱਧ ਵਿਚਾਲੇ ਛੱਡ ਕੇ ਭੱਜ ਜਾਂਦੇ ਨੇ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਵੀਰ ਜੀ, ਕੋਈ ਵੀ ਟੈਕਨੋਲੋਜੀ ਹੈ, ਚਾਹੇ ਆਲੂ ਲਾਏ ਪਹਿਲਾਂ ਸ਼ੁਰੂ 'ਚ, ਜਾਂ ਝੋਨਾ ਲਾਇਆ, ਕੋਈ ਵੀ ਚੀਜ਼ ਪਹਿਲਾਂ ਆਈ, ਇਹਨੂੰ ਸਿੱਖਣ ਲਈ 5-7 ਸਾਲ ਦਾ ਸਮਾਂ ਲੱਗਦਾ।
ਅਸੀਂ ਸਾਲ 2 ਸਾਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਸਿੱਖ ਸਕਦੇ। ਸਾਨੂੰ ਉਹ ਸਮੇਂ ਦੇ ਨਾਲ ਨਾਲ ਜਿਹੜਾ ਇਹ ਪੋਲੀਓਸ ਪਹਿਲਾਂ ਆ ਗਿਆ ਦੀ ਟੈਕਨੋਲੋਜੀ ਉਨੀ ਨਹੀਂ ਆਈ। ਯੂਨੀਵਰਸਿਟੀ ਵੱਲੋਂ ਵੀ ਇਹਦੇ ਟ੍ਰੇਨਿੰਗ ਕੋਰਸ ਚਲਾਏ ਜਾਂਦੇ ਨੇ, ਪਰ ਉਹ ਬੇਸਿਕ ਦੱਸਿਆ ਜਾਂਦਾ ਹੈ। ਸਾਡੀ ਹੁਣ ਇਹੀ ਕੋਸ਼ਿਸ਼ ਹੈ ਵੀ ਫਾਰਮ ਦੇ ਉੱਤੇ ਅਸੀਂ ਇੱਕ ਕਲਾਸਰੂਮ ਬਣਾ ਰਹੇ ਹਾਂ, ਜਿਹਦੇ ਵਿੱਚ ਕੋਈ ਵੀ ਬੰਦੇ ਨੇ ਲਾਉਣਾ ਹੈ ਉਹ ਪਹਿਲਾਂ ਆ ਕੇ ਘੱਟੋ ਘੱਟ ਇੱਕ ਅਸੀਂ ਟ੍ਰੇਨਿੰਗ ਪ੍ਰੋਗਰਾਮ ਰੱਖਾਂਗੇ ਵੀ ਇੱਕ ਕ੍ਰੌਪ ਦੇ ਵਿੱਚ ਬੰਦਾ ਆਵੇ, ਦੇਖੇ ਹੁੰਦਾ ਕੀ ਆ, ਕੀ ਮੈਂ ਇਹ ਕਰ ਸਕਦਾ ਕਿ ਨਹੀਂ ਕਰ ਸਕਦਾ। ਜੇਕਰ ਉਹਦੇ 'ਚ ਕਪੈਸਿਟੀ ਹੈ ਤਾਂ ਉਹ ਇਹਨੂੰ ਲਾਵੇ। ਜੇ ਹੁਣ ਲੋਕਾਂ ਦੀਆਂ ਪ੍ਰੈਜੈਂਟੇਸ਼ਨਾਂ ਦੇਖ ਕੇ ਬੰਦੇ ਨੂੰ 20-25 ਲੱਖ ਰੁਪਈਆ ਪ੍ਰੋਫਿਟ ਦਿਖਾਤਾ, ਬਾਅਦ ਦੇ ਵਿੱਚ ਨਿਕਲਿਆ ਉਹਦੇ ਕੋਲ ਕੁਝ ਵੀ ਨਹੀਂ, ਜਿਹੜੀ ਉਹਦੀ ਸਬਸਿਡੀ ਸੀ ਉਹ ਵੀ ਲੈ ਗਏ, ਈਵਨ ਪਲਾਂਟਿੰਗ ਮਟੀਰੀਅਲ ਵੀ ਲੈ ਗਏ। ਉਹ ਫਾਰਮਰ ਨੂੰ ਅਣਜਾਣ ਸੀਗਾ, ਉਹਨੂੰ ਨਹੀਂ ਪਤਾ ਸੀਗਾ। ਜਦੋਂ ਉਹਦੇ ਸਿਰ ਪਈ ਗੱਲ ਇਹ ਇਦਾਂ ਦੀ ਖੇਤੀ ਆ, ਜੇ ਹੁਣ ਮੰਨ ਲਓ ਖੀਰੇ ਦੀ ਗੱਲ ਕਰਦੇ ਹਾਂ 2 ਲੱਖ ਰੁਪਈਆ ਕ੍ਰੌਪ ਦਾ ਰਨਿੰਗ ਖਰਚਾ, ਉਹ ਇਹ 'ਚ ਰੀਟੇਕ ਨਹੀਂ ਆ ਵੀ ਉਹ ਜਦੋਂ ਉਹਦੇ ਆਪ ਕਰਨਾ ਚਾਹਿਆ ਉਹਨੇ ਉਦੋਂ ਨਹੀਂ ਹੋਇਆ। ਉਹਦੇ ਨਾਲ ਕੁਝ ਸੋਇਲ ਦੀਆਂ ਬਿਮਾਰੀਆਂ ਸੀਗੀਆਂ, ਉਹਨਾਂ ਦਾ ਪ੍ਰੋਪਰ ਟਰੀਟਮੈਂਟ ਨਹੀਂ ਅਵੇਅਰ ਹੋਇਆ, ਉਹਦੇ ਕਰਕੇ ਬਹੁਤ ਵੱਡਾ ਫਾਰਮਰ ਦਾ ਨੁਕਸਾਨ ਹੋਇਆ। ਫਾਰਮਰ ਬਹੁਤ ਵੱਡੇ ਲੈਵਲ ਤੇ ਖੁੱਲ੍ਹ ਕੇ ਇਸ ਫੀਲਡ 'ਚ ਆਏ ਸੀ, ਪਰ ਬਦਕਿਸਮਤੀ ਵੀ ਇਹ ਟੈਕਨੋਲੋਜੀ ਉਸ ਟਾਈਮ ਅਵੇਅਰ ਨਹੀਂ ਸੀ। ਅੱਜ ਅਸੀਂ ਇਹਦੇ 'ਚ ਕਹਿ ਸਕਦੇ ਹਾਂ ਵੀ ਹਰੇਕ ਕ੍ਰੌਪ ਨੂੰ ਤੁਸੀਂ ਪ੍ਰੋਪਰ ਕਰ ਸਕਦੇ ਹੋ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਗਾਈਡ ਕਰਾਂਗੇ। ਇਹਦੇ ਵਿੱਚ ਜਿਹੜੀਆਂ ਵਾਟਰ ਸੋਲੂਬਲ ਖਾਦਾਂ ਨੇ ਜਾਂ ਸਪਰੇਆਂ ਨੇ, ਉਹ ਤੁਸੀਂ ਪੂਰ ਕੁਆਲਿਟੀ ਦੀਆਂ ਜੇ ਪਾਉਂਦੇ ਹੋ ਤਾਂ ਤੁਹਾਨੂੰ ਉਹ ਬਹੁਤ ਹਾਰਮਫੁਲ ਨੇ। ਤੁਸੀਂ ਕੁਆਲਿਟੀ ਵਾਲੀਆਂ ਚੀਜ਼ਾਂ ਪਾਓ, ਜ਼ਹਿਰਾਂ ਦੀ ਮਾਤਰਾ ਓਨੀ ਰੱਖੋ ਜਿਹੜੀ ਕਿ ਫੂਡ ਖਾਣ ਜੋਗਾ ਵੀ ਰਹਿ ਜੇ। ਕਈ ਵਾਰ ਅਸੀਂ ਉਹਦੀ ਲੋੜ ਤੋਂ ਵੱਧ ਮਾਤਰਾ 'ਚ ਸਪਰੇਆਂ ਕਰ ਦਿੰਦੇ ਹਾਂ, ਉਹ ਪੈਦਾਵਾਰ ਵੱਧ ਲੈਣ ਲਈ ਵੀ, ਆਪਣੀ ਕ੍ਰੌਪ ਨੂੰ ਬਚਾਉਣ ਲਈ ਵੀ। ਤੁਹਾਨੂੰ ਦੱਸਿਆ ਨਹੀਂ ਜਾਂਦਾ। ਤਾਂ ਤੁਸੀਂ ਜਿਹੜੇ ਬੰਦੇ ਤੋਂ ਪੁੱਛਣ ਜਾਂਦੇ ਹੋ ਦੁਕਾਨਦਾਰ ਤੇ, ਉਹਨੇ ਜ਼ਿੰਦਗੀ 'ਚ ਇੱਕ ਬੂਟਾ ਨਹੀਂ ਲਾਇਆ ਹੁੰਦਾ ਕਦੇ। ਬਹੁਤ ਬੰਦੇ ਤਾਂ ਸਿੱਖਿਅਤ ਵੀ ਬੈਠੇ ਨੇ, ਕਈ ਇੱਦਾਂ ਦੇ ਵੀ ਨੇ ਜਿਹੜੇ ਕਦੇ ਫੀਲਡ 'ਚ ਨਹੀਂ ਆਏ, ਉੱਥੇ ਬੈਠੇ ਹੀ ਤੁਹਾਨੂੰ ਗਾਈਡੈਂਸ ਕਰੀ ਜਾਂਦੇ ਨੇ। ਉਹਨਾਂ ਨੂੰ ਪ੍ਰੈਕਟੀਕਲ ਪਤਾ ਨਹੀਂ ਹੁੰਦਾ, ਉਹ ਕਈ ਵਾਰ ਤੁਹਾਨੂੰ ਲੋੜ ਤੋਂ ਵੱਧ ਚੀਜ਼ਾਂ ਦਾ ਖਰਚਾ ਕਰਾ ਦਿੰਦੇ ਨੇ, ਜਿਹਦਾ ਰਿਜ਼ਲਟ ਨਹੀਂ ਮਿਲਦਾ, ਉਲਟਾ ਨੁਕਸਾਨ ਹੁੰਦਾ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਜਿਹੜਾ ਸ਼ੈੱਡ ਬਣਾਇਆ, ਕਿੰਨੇ ਬਾਈ ਕਿੰਨੇ ਦਾ ਬਣਾਇਆ ਤੇ ਕਿੰਨੇ ਸ਼ੈੱਡ ਬਣਾਏ ਨੇ, ਤੇ ਕਿੰਨੇ ਕੁ ਇਹਦੇ ਵਿੱਚ ਆਈਡੀਆ ਕਿੰਨੇ ਕੁ ਬੂਟੇ ਲੱਗ ਜਾਂਦੇ ਨੇ ਇਹਦੇ ਵਿੱਚ? ਸਾਡੇ ਕੋਲ 5.5 ਏਕੜ ਪੋਲੀ ਹਾਊਸ ਹੈ ਫੈਮਿਲੀ ਦੇ ਵਿੱਚ, ਜੁਆਇੰਟ ਫੈਮਿਲੀ ਸਾਡੀ, ਤੇ 1 ਏਕੜ ਦੇ ਵਿੱਚ 10,000 ਪਲਾਂਟ ਲੱਗ ਜਾਂਦਾ। 1 ਸਕੁਅਰ ਮੀਟਰ 'ਚ 2.5 ਪਲਾਂਟ ਲੱਗ ਜਾਂਦੇ ਆ। ਤੇ ਜੇ ਮੈਂ ਪਾਣੀ ਦੀ ਗੱਲ ਕਰਾਂ, ਇਹਦੇ 'ਚ ਮੰਨ ਲਓ 13,000 ਲੀਟਰ ਪਾਣੀ ਸਾਡਾ 2 ਦਿਨ ਛੱਡ ਕੇ ਵੈਦਰ ਦੀ ਟੈਂਪਰੇਚਰ ਦੇ ਅਕੋਰਡਿੰਗ ਇਹਦੀ ਕੰਜ਼ੰਪਸ਼ਨ ਹੁੰਦੀ ਹੈ। ਸਾਡੇ ਕੋਲ ਸਾਲ ਦਾ ਡਾਟਾ, ਸਾਨੂੰ ਕਿੰਨੇ ਲੱਖ ਲੀਟਰ ਪਾਣੀ ਚਾਹੀਦਾ। ਸਾਡੇ ਕੋਲ ਪਾਣੀ ਫਰੀ ਵਾਲਾ, ਅਸੀਂ ਪਾਣੀ ਪਿਲਾ ਕੇ ਬੂਟਿਆਂ ਨੂੰ ਮਾਰ ਦਿੰਦੇ ਹਾਂ। ਲੇਕਿਨ ਸਾਨੂੰ ਜੋ ਕੋਈ ਵੀ ਚੀਜ਼ ਲਿਮਟ 'ਚ ਰੱਖ ਕੇ, ਕੋਈ ਖਾਦ ਹੈ, ਕੋਈ ਸਪਰੇਅ ਹੈ ਜਾਂ ਪਾਣੀ ਹੈ, ਉਹ ਸਾਨੂੰ ਪ੍ਰੋਪਰ ਲਿਮਟ 'ਚ ਰੱਖ ਕੇ ਦੇਣਾ ਚਾਹੀਦਾ। ਜਦੋਂ ਤੋਂ ਕੋਈ ਵੀ ਚੀਜ਼ ਅਸੀਂ ਲੋੜ ਤੋਂ ਵੱਧ ਦਿੰਦੇ ਹਾਂ, ਉਹ ਫਾਇਦੇ ਦੀ ਬਜਾਏ ਨੁਕਸਾਨ ਕਰ ਦਿੰਦੀ ਹੈ। ਜਿਹੜੀ ਪਾਣੀ ਲਾਉਣ ਦੀ ਵਿਧੀ ਆ, ਉਹ ਤੁਸੀਂ ਪਾਣੀ ਕਿਹੜੇ ਢੰਗ ਨਾਲ ਲਾਉਂਦੇ ਹੋ ਇਹਨਾਂ ਨੂੰ ਬੂਟਿਆਂ ਨੂੰ? ਸਾਡੇ ਕੋਲ ਫਾਰਮ 'ਤੇ ਇੱਕ ਜਗ੍ਹਾ ਤੋਂ ਹੀ ਯੂਨਿਟ ਹੈ ਜਿੱਥੋਂ ਅਸੀਂ ਇਹਨੂੰ ਆਪਰੇਟ ਕਰਦੇ ਹਾਂ। ਉਹਦੇ 'ਚ ਮੰਨ ਲਓ ਅਸੀਂ ਜਿਹੜੀ ਏਜ ਦੇ ਮੁਤਾਬਕ, ਬੂਟਾ ਕਿੰਨੀ ਏਜ ਦਾ, ਉਹਦੇ ਮੁਤਾਬਕ ਉਹਦੀ ਫੀਡ ਤਿਆਰ ਕਰਦੇ ਹਾਂ। ਤੇ ਉਹ ਤੋਂ ਉਪਰੰਤ ਵੀ ਅੱਜ ਟੈਂਪਰੇਚਰ ਕਿੱਦਾਂ ਦਾ, ਕਿੰਨੀ ਪਾਣੀ ਦੀ ਰਿਕੁਆਇਰਮੈਂਟ ਕਿੰਨੀ, ਅਸੀਂ ਉਨਾ ਹੀ ਪਾਣੀ ਲਾਉਂਦੇ। ਜਿਵੇਂ ਅੱਜ ਡੇਲੀ, ਜਿਵੇਂ ਅੱਜ ਬੱਦਲਬਾਜੀ ਹੈ, ਅੱਜ ਸੂਰਜ ਨਹੀਂ ਆਇਆ, ਅੱਜ ਇਹਨੂੰ ਰਿਕੁਆਇਰਮੈਂਟ ਨਹੀਂ ਹੈਗੀ। ਜੇ ਤੁਸੀਂ ਦਿਓਗੇ ਖਾਦ ਦਿਓਗੇ ਤਾਂ ਇਹਦੀ ਸੋਇਲ ਦੀ ਇਸੀ ਵੱਜੇਗੀ, pH ਵੱਜੇਗੀ, ਉਹ ਬੂਟੇ ਨੂੰ ਫਾਇਦੇ ਦੀ ਬਜਾਏ ਨੁਕਸਾਨ ਕਰੂਗੀ। ਤੁਹਾਨੂੰ ਇਹ ਚੀਜ਼ਾਂ ਬੇਸਿਕ ਸਿੱਖਣੀਆਂ ਪੈਣੀਆਂ ਜੇ ਇਸ ਫੀਲਡ 'ਚ ਆਉਣਾ। ਉਹੀ ਚੀਜ਼ਾਂ ਨੇ ਜੇ ਤੁਸੀਂ ਸਿੱਖ ਗਏ, ਬੂਟੇ ਨੂੰ ਪ੍ਰੋਪਰ ਖੁਰਾਕ ਮਿਲਣ ਲੱਗੀ, ਬੂਟੇ ਨੂੰ ਵੱਡਾ ਤਾਂ ਵੈਦਰ ਨਹੀਂ ਕਰਨਾ, ਤੁਸੀਂ ਤਾਂ ਉਹਦੀ ਮੇਨਟੇਨੈਂਸ ਤੇ ਉਹਦੀ ਖੁਰਾਕ ਦੇਣੀ ਹੁੰਦੀ ਹੈ। ਉਹਦੇ ਲਈ ਤੁਹਾਨੂੰ ਸਿੱਖਣ ਦੀ ਬਹੁਤ ਲੋੜ ਹੁੰਦੀ ਹੈ। ਅਸੀਂ ਇੱਕ ਤੁਹਾਡੇ ਫਾਰਮਾਂ ਦੇ ਵਿੱਚ ਆ ਕੇ ਦੇਖਿਆ ਤਾਂ ਆਲੇ ਦੁਆਲੇ ਸਾਨੂੰ ਸਪੀਕਰ ਲੱਗੇ ਦਿਖਾਈ ਦਿੱਤੇ। ਉਹਨਾਂ ਸਪੀਕਰਾਂ ਦਾ ਕੀ ਸੰਬੰਧ ਹੈ ਇਸ ਸਬਜ਼ੀ ਦੇ ਨਾਲ? ਜੀ ਜਦੋਂ ਜਿਹੜਾ ਮਿਊਜ਼ਿਕ ਹੈ ਨਾ, ਜਿੱਦਾਂ ਆਪਾਂ ਨੂੰ ਪਸੰਦ ਆ, ਇੱਦਾਂ ਪਲਾਂਟ ਨੂੰ ਵੀ ਪਸੰਦ ਹੈ। ਮਿਊਜ਼ਿਕ ਇੱਕ ਇੱਦਾਂ ਦਾ ਵੀ ਇਹਨਾਂ ਦੇ ਵਿੱਚ ਵੀ ਚੇਤਨਾ ਹੁੰਦੀ ਆ, ਇਹ ਚੀਜ਼ ਨੂੰ ਅਨੁਭਵ ਕਰਦੇ ਆ। ਇਸ ਕਰਕੇ ਅਸੀਂ ਇੱਥੇ ਮਿਊਜ਼ਿਕ ਨਹੀਂ, ਅਸੀਂ ਸਵੇਰੇ ਸ਼ਾਮ ਗੁਰਬਾਣੀ ਵੀ ਲਾਉਂਦੇ ਹਾਂ। ਤੇ ਉਹਦੇ ਨਾਲ ਜਿਹੜਾ ਸਾਨੂੰ ਬਹੁਤ ਵੱਡਾ ਪ੍ਰੈਕਟੀਕਲੀ, ਇੱਕ ਨਹੀਂ ਵੀ ਵੈਸੇ ਹੀ ਅਸੀਂ ਗੱਲ ਕਰਦੇ ਹਾਂ, ਸਾਨੂੰ ਪ੍ਰੈਕਟੀਕਲੀ ਉਹਦਾ ਬਹੁਤ ਬੈਨੀਫਿਟ ਹੋਇਆ। ਔਰ ਕੁਆਲਿਟੀ ਔਰ ਉਹਦੇ ਟੇਸਟ ਦੇ ਵਿੱਚ ਜੋ ਵੀ ਹੈ, ਈਵਨ ਤੁਸੀਂ ਜੇ YouTube 'ਤੇ ਵੀ ਜਾਓ, ਮਿਊਜ਼ਿਕ ਦਾ ਕਾਫੀ ਕੁਛ ਰਿਸਰਚ ਕੀਤੀ ਪਈ ਹੈ, ਤੁਸੀਂ ਉੱਥੋਂ ਦੇਖ ਸਕਦੇ ਹੋ। ਪਲਾਂਟ ਨੂੰ ਮਿਊਜ਼ਿਕ ਕਾਫੀ ਜ਼ਿਆਦਾ ਫਾਇਦੇਮੰਦ ਆ। ਇੱਥੇ ਤੁਹਾਡੀ ਕਿੰਨੀ ਕੁ ਲੇਬਰ ਕੰਮ ਕਰਦੀ ਆ? ਜਿਹੜੀ ਤੁਹਾਡੇ ਇੱਥੇ ਕਿੰਨੀ ਕੁ ਲੇਬਰ ਕੰਮ ਕਰਦੀ ਹੈ ਤੇ ਕਿੰਨੀ ਕੁ ਲੇਬਰ ਦੀ ਲੋੜ ਪੈਂਦੀ ਆ? ਵੀ ਲੇਬਰ ਅਸੀਂ ਪਲਾਂਟ ਦੇ ਕੰਮ ਦੇ ਮੁਤਾਬਕ ਸਾਡੇ ਕੋਲ 7-8 ਬੰਦੇ ਪੱਕੇ ਹੁੰਦੇ, ਬਾਕੀ ਅਸੀਂ ਕੈਜੂਅਲ ਜਿੰਨੀ ਲੋੜ ਹੈ ਸਾਡੇ ਕੋਲ, ਉਹ ਸਾਡੇ ਕੋਲ ਸਿਸਟਮ ਹੈਗਾ। 10 ਬੰਦਿਆਂ ਦੀ ਲੋੜ ਹੈ, 20 ਦੀ ਲੋੜ ਹੈ। ਜਿਵੇਂ ਕੋਈ ਸਾਨੂੰ ਇਕੱਠਾ ਕਿਤੇ ਵੱਡਾ ਲੋਡ ਤਿਆਰ ਕਰਨਾ ਹੈ, ਉਹ ਸਾਡੇ ਕੋਲ ਲੇਬਰ ਦਾ ਬੈਕਅਪ ਹੈਗਾ। ਸਾਡੇ ਕੋਲ ਉਹਦੇ ਟਰਾਂਸਪੋਰਟ ਲਈ ਸਾਡੇ ਕੋਲ ਵਹੀਕਲ ਹੈਗੇ। ਅਸੀਂ ਇੱਥੋਂ 3-4 ਕਿਲੋਮੀਟਰ 'ਤੇ ਵੱਡਾ ਇੱਕ ਲੇਬਰ ਦਾ ਪਿੰਡ ਹੈ ਬੈਠਾ, ਗੜੀ ਦਾ ਬ੍ਰਿਜ ਨਾਲ ਹੀ ਸਾਡੇ, ਉੱਥੋਂ ਅਸੀਂ ਉਹਨੂੰ ਸੋਰਸ ਕਰਦੇ ਹਾਂ। ਜੀ,
ਕਈ ਥਾਵਾਂ ਤੇ ਆਪਾਂ ਦੇਖਦੇ ਹਾਂ ਕਿ ਲੇਬਰ ਦੀ ਵੀ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਤੇ ਹੁਣ ਜਿਵੇਂ ਤੁਸੀਂ ਵਿਦੇਸ਼ਾਂ ਦੇ ਦੌਰਾਨ ਰਹਿੰਦੇ ਹੋ, ਉੱਥੇ ਦੀ ਮਿੱਟੀ ਔਰ ਆਪਣੀ ਮਿੱਟੀ ਦਾ ਕੀ ਫਰਕ ਆ, ਤੇ ਆਪਣੀ ਕਿੰਨੀ ਕੁ ਉਪਜਾਊ ਆ ਜਿਹੜੀ ਮਿੱਟੀ ਆ, ਤੇ ਉੱਥੇ ਦੀ ਕਿੰਨੀ ਕੁ ਆ ਵੀ ਆਪਾਂ ਉਹਨਾਂ ਦੇ ਬਰਾਬਰ ਪੈਦਾਵਾਰ ਕਰ ਸਕਦੇ ਹਾਂ ਦੀ? ਸਾਡੀ ਮਿੱਟੀ ਉਹਨਾਂ ਨੂੰ ਬਹੁਤ ਰਿਚ ਹੈ। ਉਹਨਾਂ ਕੋਲ ਸਾਡੇ ਬਰਾਬਰ ਦੀ ਮਿੱਟੀ ਵੀ ਹੈਗੀ ਆ, ਪਰ ਸਾਡੇ ਨਾਲੋਂ ਵਧੀਆ ਮਿੱਟੀ ਨਹੀਂ ਹੈਗੀ। ਸਾਡੇ ਨਾਲੋਂ ਮਾੜੀ ਮਿੱਟੀ ਵੱਧ ਆ। ਸਿਰਫ ਉਹਨਾਂ ਕੋਲ ਸਿਸਟਮ ਹੈ ਜਿਹੜਾ ਵਾਟਰ ਮੈਨੇਜਮੈਂਟ ਆ ਉਹਨਾਂ ਦਾ ਬਹੁਤ ਸਟਰੋਂਗ ਆ। ਉਹ ਫਲੱਡ ਪਾਣੀ ਨਹੀਂ ਲਾਉਂਦੇ, ਉਹਨਾਂ ਕੋਲ ਡ੍ਰਿਪ ਸਿਸਟਮ ਨੇ, ਅਤੇ ਉਹਨਾਂ ਦਾ ਜਿਹੜਾ ਕੰਮ ਹੈ ਉਹਨੂੰ ਗੌਰਮੈਂਟ ਵੱਲੋਂ ਪੂਰਾ ਫਾਰਮਰ ਨੂੰ ਗਾਈਡ ਕੀਤਾ ਗਿਆ ਵੀ ਤਾਂ ਇੰਨੇ ਘੰਟੇ ਇਹਨੂੰ ਡ੍ਰਿਪ ਚਲਾਉਣਾ ਹੈ ਅਤੇ ਇੰਨੇ ਟਾਈਮ 'ਤੇ ਚਲਾਉਣਾ ਹੈ, ਅਤੇ ਉਹਦੇ 'ਚ ਆਇਆ ਚੀਜ਼ਾਂ ਜਿਹੜੀਆਂ ਫਰਟੀਗੇਸ਼ਨ ਕਰਨਾ, ਜੋ ਵੀ ਚੀਜ਼ ਕਰਨੀ ਹੈ ਪੈਕੇਜ ਪ੍ਰੈਕਟਿਸ ਉਹਨਾਂ ਦੇ ਕੋਲ ਤੱਕ ਛਪ ਕੇ ਬੁੱਕ ਆਈ ਹੁੰਦੀ ਹੈ। ਉਹਦੇ ਅਕੋਰਡਿੰਗ ਉਹਨਾਂ ਦੇ ਐਗਰੈਨੋਮਿਸਟ ਨੇ ਉਹ ਵਿਜ਼ਿਟ ਕਰਦੇ ਆ। ਜਿਹੜੀ ਲੋੜ ਹੈ ਉਹ ਫਾਰਮਰ ਨੂੰ ਕੋਈ ਆਪਣਾ ਬਹੁਤਾ ਦਿਮਾਗ ਲਾਉਣ ਦੀ ਲੋੜ ਨਹੀਂ, ਉਹਨੂੰ ਇੱਕ ਸਿਸਟਮ ਚਲਾਉਂਦਾ, ਨਾ ਕਿ ਫਾਰਮਰ ਚਲਾਉਂਦਾ। ਆਪਣੀ ਇੰਨੀ ਵਧੀਆ ਮਿੱਟੀ ਛੱਡ ਕੇ ਆਪਣੇ ਹੀ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਕੇ ਖੇਤੀ ਕਰਦੇ ਨੇ, ਉਹ ਆਪਣੇ ਇੱਥੇ ਕਿਉਂ ਨਹੀਂ ਕਰ ਸਕਦੇ ਫਿਰ? ਦੇਖੋ, ਇੱਕ ਸਿਸਟਮ ਕਿਸੇ ਕੰਟਰੀ ਨੂੰ ਉੱਪਰ ਲਿਜਾਉਣ ਦੇ ਵਿੱਚ ਜੇ ਤੁਸੀਂ ਸੋਚੋ ਨਾ ਸਰਕਾਰਾਂ ਦਾ ਰੋਲ ਹੁੰਦਾ, ਨਹੀਂ। ਹੁਣ ਜੇ ਅਮਰੀਕਾ ਕੈਨੇਡਾ ਦੀ ਇਕੋਨਮੀ ਦੇਖੋ, ਸਾਡੇ ਜਿੰਨੇ ਗੈਸ ਸਟੇਸ਼ਨ ਨੇ ਸਾਡੇ ਪੰਜਾਬੀਆਂ ਦੇ, ਜਿੰਨੇ ਰੈਸਟੋਰੈਂਟ ਨੇ ਸਾਡੇ, ਟਰੱਕਿੰਗ ਲਾਈਨ 'ਚ ਸਾਡੇ ਬੰਦੇ, ਮੋਟਲ ਦੇ ਵਿੱਚ ਸਾਰੇ ਸਾਊਥ ਵਾਲੇ ਬੰਦੇ, ਉੱਥੇ ਦਾ 20% ਉਹਨਾਂ ਦੇ ਲੋਕਾਂ ਕੋਲ, ਲੋਕਲ ਬੰਦਿਆਂ ਕੋਲ ਬਿਜ਼ਨਸ ਹੈ। ਸਾਡੇ ਬੰਦਿਆਂ ਨੇ ਸਿਰਫ ਉੱਥੇ ਸਿਸਟਮ ਕਰਕੇ ਇੱਕ ਬੰਦਾ ਜਾਂਦਾ, ਮਿਹਨਤ ਕਰਦਾ, ਉਹ 3-4 ਸਾਲ ਦੇ ਵਿੱਚ ਇੱਕ ਆਪਣੀ ਘਰ ਆਪਣਾ ਮਕਾਨ ਦੁਕਾਨ ਬਣਾ ਲੈਂਦਾ। ਉਹ ਇੱਕ ਗੌਰਮੈਂਟ ਨੇ ਫਾਰਮਰ ਨੂੰ ਉੱਪਰ ਲਿਆਉਣ ਲਈ ਇੱਕ ਸਿਸਟਮ, ਆਰਗੇਨਾਈਜ਼ ਸਿਸਟਮ ਰੈਡੀ ਕਰਕੇ ਦਿੱਤਾ ਹੈ, ਇਨਫਰਾਸਟਰਕਚਰ ਬਣਾ ਕੇ ਦਿੱਤਾ ਹੈ। ਸਾਡੇ ਕੋਲ ਇੱਥੇ ਕੀ ਹੈ? ਸਾਡੇ ਕੋਲ ਤਾਂ ਇੱਕ ਪ੍ਰੋਡਿਊਸ ਦੀ ਟਰਾਲੀ ਖੜੀ ਕਰਨ ਲਈ ਵੀ ਫਾਰਮਰ ਕੋਲ, ਛੋਟੇ ਫਾਰਮਰ ਕੋਲ ਜਗ੍ਹਾ ਨਹੀਂ ਹੈ। ਸਾਡੀ ਤਾਂ ਦੁਕਾਨ ਵੀ ਅਤੇ ਫੈਕਟਰੀ ਵੀ ਮੀਂਹ 'ਚ ਹੈ ਕਿਸਾਨ ਦੀ, ਵੀ ਇਹਦੇ ਕਰਕੇ ਸਾਡੇ ਕੁਦਰਤੀ ਕਰੋਪੀਆਂ ਕਾਰਨ ਵੀ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਨੇ। ਇਹਦੇ ਵਿੱਚ ਦੇਖ ਰਹੇ ਕਿ ਕਿਸਾਨ ਜਿਹੜੀ ਆਪਣੀ ਫਸਲ ਆ ਪਾਲ ਕੇ ਲੈ ਕੇ ਜਾਂਦੇ ਨੇ, ਉਹਨੂੰ ਵੀ ਢੱਕਣ ਵਾਸਤੇ ਉੱਥੇ ਕੋਈ ਸਾਧਨ ਨਹੀਂ ਹੈਗਾ। ਆਪਾਂ ਦੇਖਦੀਆਂ ਹੁਣ ਜਿਵੇਂ ਆਪਾਂ ਝੋਨੇ ਦਾ ਸੀਜ਼ਨ ਆਉਂਦਾ, ਕਣਕ ਦਾ ਆਉਂਦਾ, ਜੇ ਉੱਥੇ ਮੀਂਹ ਪੈਣ ਲੱਗ ਜਾਂਦਾ, ਲੋਕ ਆਪਣੀਆਂ ਪੱਲੀਆਂ ਤਰਪਾਲਾਂ ਲਿਆ ਕੇ ਢੱਕਦੇ ਨੇ। ਇਹ ਜਿਹੜੀ ਤੁਸੀਂ ਸੁਖਬੀਰ ਜੀ ਗੱਲ ਕਰਦੇ ਹੋ, ਮੈਂ ਇਹਦੇ ਨਾਲ ਥੋੜ੍ਹਾ ਜਿਹਾ ਮੇਰਾ ਵੱਖਰਾ ਵਿਚਾਰ ਆ। ਜਿਹੜੀ ਗੌਰਮੈਂਟ ਦੇ ਵਿੱਚ ਰੱਬ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਜੇ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਸ਼ਮਸ਼ਾਨ ਘਾਟ ਨੂੰ ਕੱਚਾ ਰਸਤਾ ਹੈ ਤਾਂ ਸਰਕਾਰ ਨੇ ਰੋਡ ਬਣਾਤੀ। ਕਿਸੇ ਨੇ ਦੱਸਿਆ ਵੀ ਸਾਡੇ ਮੰਨ ਲਓ ਵੀ ਟੋਭਾ ਪਿੰਡ 'ਚ ਆ ਬੜਿਆ ਜਾਂ ਗਲੀਆਂ ਨਾਲੀਆਂ, ਇਹ ਚੀਜ਼ਾਂ ਸਾਨੂੰ ਜਦੋਂ ਇਲੈਕਸ਼ਨ ਆਉਂਦੀ ਹੈ ਸਾਡਾ ਭਾਈਚਾਰਾ ਇਸ ਪੁਆਇੰਟ 'ਤੇ ਇਕੱਠਾ ਨਹੀਂ ਹੁੰਦਾ। ਹੁਣ ਬਹੁਤ ਸਾਰੇ ਕਿਸਾਨ ਨੇ ਆਪਣੇ ਮੁੱਦਿਆਂ ਲੈ ਕੇ ਧਰਨੇ ਲਗਾਉਂਦੇ ਰਹਿੰਦੇ ਨੇ, ਬਹੁਤ ਕੁਛ ਕਰਦੇ, ਪਰ ਸਰਕਾਰਾਂ ਫਿਰ ਵੀ ਨਹੀਂ ਸੁਣਦੀਆਂ ਉਹਨਾਂ ਦੀ। ਨਹੀਂ, ਦੇਖੋ, ਜਿਹੜਾ ਟੋਟਲ ਅੱਜ ਦੀ ਚੀਜ਼ ਦੇ ਵਿੱਚ ਸਾਰਾ ਕੰਮ, ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ, ਇਹ ਸਾਰਾ ਵੋਟ ਬੈਂਕ ਨਾਲ ਮਸਲਾ ਜੁੜ ਗਿਆ। ਸਾਡੀ ਖੇਤੀ ਵੀ ਉਹਦੇ ਨਾਲ ਜੁੜ ਗਈ। ਸਾਡੇ ਕੋਲ ਲੇਬਰ ਲਈ ਨਰੇਗਾ ਦੇਤੀ, ਇੱਕ ਬੰਦਾ ਬਹਿ ਕੇ ਪੈਸੇ ਲੈ ਆਉਂਦਾ, ਸਾਡੇ ਕੋਲ ਕੰਮ ਕਰਨਾ ਪੈਂਦਾ ਹੈ। ਉੱਥੇ ਸਾਨੂੰ ਕੋਈ ਬਹੁਤਾ ਵਿਚਾਰਿਆ ਨਹੀਂ ਗਿਆ ਵੀ ਇਹਨਾਂ ਬੰਦਿਆਂ ਨੂੰ ਵੀ ਲੋੜ ਹੈ। ਇਹ ਸਾਡੇ ਰਾਹੀਂ ਵੀ ਨਰੇਗਾ ਗੌਰਮੈਂਟ ਦੇ ਸਕਦੀ ਹੈ। ਅਸਲ ਦੇ ਵਿੱਚ ਐਗਰੀਕਲਚਰ ਦੇ ਉੱਤੇ ਕਿਸੇ ਨੇ ਅੱਜ ਤੱਕ ਕੋਈ ਏਡਾ ਧਿਆਨ ਨਹੀਂ ਦਿੱਤਾ ਵੀ ਜਿਹਨੂੰ ਕਿ ਇਹਨੂੰ ਸਕਸੈਸ ਬਣਾਉਣ ਲਈ ਕੋਈ ਇੱਕ ਬਲਾਕ ਲੈਵਲ ਦੇ ਉੱਤੇ ਸਾਨੂੰ ਕੋਈ, ਅਸੀਂ ਆਪਣਾ ਇੱਥੇ ਟ੍ਰੇਨਿੰਗ ਸੈਂਟਰ ਡਿਵੈਲਪ ਕਰ ਰਹੇ ਹਾਂ। ਜਿਵੇਂ ਹੁਣ ਦੇਖਿਆ ਜਾਵੇ ਕਿ ਆਪਣਾ ਜਿਹੜਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ, ਤੇ ਕਿਸਾਨਾਂ ਵੱਲ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ, ਨਾ ਤਾਂ ਇਹਨਾਂ ਨੂੰ ਕੋਈ ਸਿਸਟਮੈਟਿਕਲੀ ਕੋਈ ਕੰਮ ਦੇ ਰਹੇ ਨੇ, ਨਾ ਹੁਣ ਜਿਵੇਂ ਕਣਕ ਝੋਨਾ ਛੱਡ ਕੇ ਇਹਨਾਂ ਨੂੰ ਕੋਈ ਹੋਰ, ਜਿਵੇਂ ਤੁਸੀਂ ਹੁਣ ਸਬਜ਼ੀ ਦੀ ਖੇਤੀ ਕਰ ਰਹੇ ਹੋ, ਜੇ ਪਿੰਡਾਂ ਦੇ ਵਿੱਚ ਜਾ ਕੇ ਇਹਦੀ ਟ੍ਰੇਨਿੰਗ ਦਿੱਤੀ ਜਾਵੇ, ਜਾਂ ਹੋਰ ਕਈ ਫਸਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਆਪਾਂ ਵਧੀਆ ਪੈਸੇ ਦੇ ਵਧੀਆ ਪੈਦਾਵਾਰ ਕਮਾ ਸਕਦੇ ਹਾਂ ਜਿਨ੍ਹਾਂ ਨੂੰ ਲਾ ਕੇ, ਤਾਂ ਉਹਦੇ ਵੱਲ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ? ਹੁਣ ਸੁਖਬੀਰ ਜੀ, ਜਦੋਂ ਤੁਸੀਂ ਗੱਲ ਕਰਦੇ ਹੋ, ਇਹ ਬਹੁਤ 5 ਲੱਖ ਹੈਕਟੇਅਰ ਏਰੀਆ, ਬਹੁਤ ਵੱਡਾ ਏਰੀਆ। ਇਹ ਕੋਈ ਇੱਕ ਪਿੰਡ ਦੀ ਚੀਜ਼ ਨਹੀਂ ਵੀ ਜਿਹੜੀ ਕੋਈ ਹੱਟ ਕੇ ਤਿਆਰ ਕਰ ਲਈ, ਉਹਨੂੰ ਵੇਚਣਾ ਕਿੱਥੇ ਆ, ਉਹਨੂੰ ਲੈ ਕੇ ਕਿੱਥੇ ਜਾਣਾ। ਇੱਕ ਚੀਜ਼ ਵੱਧ ਲੱਗੀ ਮਾਰਕੀਟ ਦੇ ਵਿੱਚ, ਜਿੰਨੀ ਡਿਮਾਂਡ ਹੈ, ਅਜੇ ਕਿੰਨੇ ਕੁ ਏਰੀਏ 'ਚ ਖੇਤ ਸਬਜ਼ੀ ਹੁੰਦੀ ਹੈ, ਸਾਡੀ ਮਾੜੀ ਮੋਟੀ 5-10% ਵਾਜੇ ਰੋਲਣ ਲੱਗ ਜਾਂਦੀ ਹੈ। ਇਹ ਸਾਰਾ ਵੱਡਾ ਇਨਫਰਾਸਟਰਕਚਰ ਬਣਾਉਣ ਲਈ ਅਸੀਂ ਲੈ ਕੇ ਕਿੱਥੇ ਜਾਣੀ ਹੈ? ਸਾਨੂੰ ਮਿੰਨੀ ਆਪਣੇ ਪ੍ਰੋਸੈਸਿੰਗ ਯੂਨਿਟ ਲਾਉਣੇ ਪੈਣਗੇ, ਸਾਨੂੰ ਇਹਨੂੰ ਬਦਲਣਾ ਪਊਗਾ। ਇਸ ਤੋਂ ਇਲਾਵਾ ਜਿਹੜੀ ਮੂਹਰਲੀ ਖੇਤੀ ਹੈ, ਹੁਣ ਗੌਰਮੈਂਟ ਵੱਲੋਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਇੱਕ ਨਵਾਂ ਕਨਸੈਪਟ ਆਇਆ ਪੰਜਾਬ ਐਗਰੋ ਦੇ ਵਿੱਚ। ਆਪਣੇ ਮਨਜੀਤ ਬਰਾੜ ਜੀ MD ਨੇ, ਉਹਨਾਂ ਨੇ ਇਹ ਚੀਜ਼ ਨੂੰ ਸਾਨੂੰ ਵੀ ਦੱਸਿਆ ਵੀ ਉਹਨੂੰ ਜਿਹੜੀ ਅਗਲੀ ਖੇਤੀ ਆ ਹੋਣੀ ਕਿੱਦਾਂ। ਕਿਸਾਨ ਇਕੱਠੇ ਹੋਣ, ਆਪਣਾ ਇੱਕ ਆਰਗੇਨਾਈਜੇਸ਼ਨ ਬਣਾਉਣ, ਉਹਦੇ ਵਿੱਚ ਉਹਨਾਂ ਨੇ ਕਰਨਾ ਕੀ ਹੈ। ਇਹ ਹੁਣ ਅੱਗੇ ਜਿਹੜੀ ਪਹਿਲਾ ਸਮਾਂ ਸੀ ਨਾ ਵੀ ਬੰਦਾ ਤੜਕੇ ਉੱਠ ਕੇ ਜੀ ਉਹ ਹੱਥੀਂ ਕੰਮ ਕਰਦਾ ਹੈ ਵੀ ਜਾਂ ਉਹ ਬਹੁਤ ਜ਼ੋਰ ਨਾਲ ਕੰਮ ਕਰਦਾ ਹੈ, ਉਹ ਸਮਾਂ ਸੀ, ਉਹ ਨਿਕਲ ਗਿਆ। ਅੱਜ ਦੀ ਖੇਤੀ ਦਿਮਾਗ ਦੀ ਖੇਤੀ ਆ, ਸੋ ਟੈਕਨੋਲੋਜੀ ਦੀ ਖੇਤੀ ਆ। ਤੁਹਾਨੂੰ ਮਿਲਣਾ ਪਊ, ਪੈਣਾ ਪਊ। ਤੁਹਾਡੀ ਜੇ ਆਪਾਂ ਸੋਚਦੇ ਵੀ ਗੌਰਮੈਂਟ ਦੀ ਲੋੜ ਨਹੀਂ, ਲੋੜ ਤਾਂ ਸਾਡੀ ਹੈ ਵੀ ਅਸੀਂ ਕਰਨਾ ਕੀ ਹੈ। ਅਸੀਂ ਇੱਕ ਜਥੇਬੰਦੀ ਬਣਾ ਕੇ ਅਸੀਂ ਕਿਹੜਾ ਕੁਝ ਕਰਨਾ, ਕੀ ਕਰਨਾ, ਸਾਨੂੰ ਕਿਹੜੇ ਇਨਫਰਾਸਟਰਕਚਰ ਦੀ ਲੋੜ ਆ। ਤੁਹਾਨੂੰ ਆਪਣਾ ਇੱਕ ਖਾਕਾ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਖਾਕਾ ਤਿਆਰ ਅਸੀਂ ਕਰਨਾ ਕੀ ਆ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਲੋਕ ਗੰਨਾ ਵੀ ਲਾਉਂਦੇ ਨੇ, ਖੇਤੀ
ਕਣਕ ਜੀਰੀ ਛੱਡ ਕੇ ਗੰਨਾ ਲਾਉਂਦੇ ਨੇ, ਆਲੂ ਲਾਉਂਦੇ ਨੇ, ਉਹਦਾ ਮੰਡੀਕਰਨ ਤਾਂ ਸਰਕਾਰ ਕਰ ਸਕਦੀ ਹੈ, ਉਹ ਵੀ ਨਹੀਂ ਕਰਦੀ। ਮਿਰਚ ਲਾਉਂਦੇ ਨੇ, ਉਹ ਵੀ ਉਹਨਾਂ ਦੀ ਕਈ ਵਾਰੀ ਸਹੀ ਰੇਟ 'ਤੇ ਵਿਕ ਜਾਂਦੀ ਹੈ, ਲੋਕਾਂ ਦੇ ਹੱਥ ਰੰਗ ਲਏ ਜੀ, ਕਈ ਵਾਰੀ ਨਹੀਂ ਵਿਕਦੀ, ਉਹ ਖੜੀ ਵਾਹ ਦਿੰਦੇ ਨੇ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਫਿਰ? ਸੁਖਬੀਰ ਜੀ, ਸਾਡੇ ਕੋਲ ਸਾਰਾ ਤੋਂ ਪਹਿਲਾਂ ਤਾਂ ਇੱਕ ਸਾਡੀ ਬਦਕਿਸਮਤੀ ਹੈ, ਸਾਡੇ ਕੋਲ ਇੱਕ ਡਾਟਾ ਹੀ ਨਹੀਂ ਹੈਗਾ ਵੀ ਸਾਡੇ ਕੋਲ ਕਿੰਨੇ ਏਰੀਆ 'ਚ ਆਲੂ ਲੱਗ ਗਿਆ। ਆਲੂ ਦਾ ਤਾਂ ਸ਼ਾਇਦ ਮੇਬੀ ਹੋਊਗਾ, ਜਿਵੇਂ ਸਾਡੀ ਮੈਂ ਵੈਜੀਟੇਬਲ ਦੀ ਗੱਲ ਕਰਾਂ ਵੀ ਅੱਜ ਮਿਰਚ ਦੇ ਥੱਲੇ ਕਿੰਨਾ ਏਰੀਆ ਆ ਗਿਆ, ਟਮਾਟਰ ਥੱਲੇ ਕਿੰਨਾ ਏਰੀਆ ਆ ਗਿਆ। ਅਸੀਂ ਸਿਰਫ ਸੀਡ ਤੋਂ ਹੀ ਆਈਡੀਆ ਲਾਉਂਦੇ ਹਾਂ ਵੀ ਕਿਹੜੀ ਚੀਜ਼ ਦਾ ਸੀਡ ਵੱਧ ਵਿਕ ਗਿਆ। ਜਿਹੜੀ ਚੀਜ਼ ਦਾ ਸੀਡ ਵੱਧ ਵਿਕ ਗਿਆ ਉਹ ਅਸੀਂ ਉਸ ਸਾਲ ਨਹੀਂ ਲਾਉਂਦੇ। ਵੀ ਸਾਡੇ ਕੋਲ ਇੱਕ ਸਿਸਟਮ ਆਰਗੇਨਾਈਜ਼ ਕਰਨਾ ਚਾਹੀਦਾ, ਅੰਕੜਾ। ਇਹ ਤਾਂ ਫਿਰ ਸਰਕਾਰਾਂ ਕਰਨਗੀਆਂ ਸਿਸਟਮ ਵੀ ਇੰਨਾ ਤੁਸੀਂ ਲਾਉਣਾ ਜਾਂ ਆਹ ਰੇਟ ਦੀ, ਜਿਵੇਂ ਕਣਕ ਝੋਨਾ, ਜੇ ਉਹਦਾ ਵਧੀਆ ਰੇਟ ਮਿਲਦਾ ਤਾਂ ਵੱਧ ਲਾ ਰਹੇ ਨੇ। ਜੇ ਕਿਸੇ ਇੱਕ ਚੀਜ਼ ਦਾ ਰੇਟ ਬੰਨਿਆ ਜਾਊਗਾ ਤਾਂ ਉਹ ਸਹੀ ਰੇਟ ਤਾਂ ਉਹ ਲਾਉਣਗੇ ਉਹ ਨਹੀਂ। ਰੇਟ ਬੰਨਣ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਮੇਬੀ ਜਿਵੇਂ MSP ਇਹਦੀ ਸੀਗੀ, ਮੇਰਾ ਇਹਦੇ ਤੇ ਇੱਕ ਵੱਖਰਾ ਵਿਚਾਰ ਆ। ਜਦੋਂ ਪਿਆਜ਼ ਦੇ ਰੇਟ ਹਾਈ ਹੋ ਜਾਂਦੇ ਨੇ, ਗਵਰਨਮੈਂਟ ਆ ਕੇ ਕਾਊਂਟਰ ਖੋਲ ਦਿੰਦੀ ਹੈ, ਰੇਟ ਕੰਟਰੋਲ ਕਰਨ ਲਈ ਆਪਣਾ ਪੈਸਾ ਲਾ ਦਿੰਦੀ ਆ ਵੀ ਉਹਦੇ 'ਚ ਜਦੋਂ ਉਹਦਾ ਦੇਖੋ, ਮੰਡੀਕਰਨ ਦੇ ਇਲਾਵਾ ਉਹਦਾ ਇੱਕ ਨਾ ਮਿਨੀਮਮ ਜਿਵੇਂ ਵੀ ਖਰਚਾ ਕਿੰਨਾ ਮੇਰਾ, ਜਿਵੇਂ ਮੇਰੀ ਮਿਰਚ ਹੈ, ਮੇਰੇ ਤੇ 50 ਰੁਪਏ ਕਿਲੋ ਖਰਚਾ ਆਉਂਦਾ। ਜਦੋਂ ਇਹ 40 ਰੁਪਏ ਕਿਲੋ ਵਿਕਦੀ ਹੈ, ਉਦੋਂ ਸਰਕਾਰ ਨੂੰ ਸਾਡੇ ਨਾਲ ਆਉਣਾ ਚਾਹੀਦਾ। ਜਿਵੇਂ ਕਿ ਜਦ ਰੇਟ ਕੋਈ ਵੱਧਦਾ ਨਾ, ਉਦੋਂ ਸਰਕਾਰ ਆ ਕੇ ਮਾਰਕੀਟ ਦੇ ਵਿੱਚ ਪਬਲਿਕ ਲਈ ਜਦੋਂ ਦੋ ਖਬਰਾਂ ਲੱਗ ਜਾਣਾ ਵੀ ਗਰੀਬ ਦੇ ਪਹੁੰਚ ਤੋਂ ਬਾਹਰ, ਸਾਰਾ ਕੁਝ ਲੈ ਕੇ ਜਿੱਥੇ ਕਿਤੇ ਕਿਸੇ ਨੇ ਸਟੋਰ ਕੀਤਾ ਹੈ ਉਹਨੂੰ ਵੀ ਫੜਦੇ ਆ, ਹੋਰ ਬਾਹਰੋਂ ਵੀ ਇੰਪੋਰਟ ਕਰਦੇ ਆ, ਇਹਦੇ 'ਚ ਸਾਰਾ ਸਿਸਟਮ ਖੜਾ ਹੋ ਜਾਂਦਾ। ਇਸ ਤਰ੍ਹਾਂ ਜਿਵੇਂ ਸਾਡਾ ਹੁਣ ਕੋਈ ਚੀਜ਼ ਦਾ ਮੰਦਾ ਪੈ ਗਿਆ, PAU ਇੱਕ ਬਹੁਤ ਵਧੀਆ ਕੰਮ ਕਰ ਸਕਦੀ ਹੈ ਵੀ ਕਿਹੜੀ ਕ੍ਰੌਪ 'ਤੇ ਕਿੰਨਾ ਖਰਚਾ ਆਉਂਦਾ ਹੈ। ਗਦਾਵਰੀ ਹੋਈ ਹੈ ਸਾਡੀ ਵੀ ਕਿਹੜੀ ਚੀਜ਼ ਕਿੰਨੀ ਲੱਗੀ ਹੈ। ਜੇ ਉਹਦਾ ਉਸ ਰੇਟ ਤੋਂ ਥੱਲੇ ਆਉਂਦਾ ਸਪੋਰਟ, ਮੰਨ ਲਓ ਉਹਦਾ ਰੇਟ ਥੱਲੇ ਆਉਂਦਾ ਤਾਂ ਉਹਦੇ 'ਚ ਗੌਰਮੈਂਟ ਜਿਵੇਂ ਉੱਪਰ ਜਾਣ 'ਤੇ ਸਹਾਇਤਾ ਦਿੰਦੀ ਹੈ, ਥੱਲੇ ਆਉਣ 'ਤੇ ਵੀ ਕਿਸਾਨਾਂ ਨੂੰ ਸਹਾਇਤਾ ਕਰਨੀ ਪਊਗੀ। ਲੇਕਿਨ ਅੱਜ ਦੇ ਦਿਨ ਦੇ ਵਿੱਚ ਕਿਸਾਨ ਦੀ ਹਾਲਤ ਬਹੁਤ ਮਾੜੀ ਹੈ। ਕਿਸਾਨ ਗੰਨੇ ਦੇ ਗੱਲ ਕਰਦਾ ਹੈ, ਗੰਨੇ ਦੇ ਪੈਸੇ ਸਾਲ ਨਹੀਂ ਮਿਲਦੇ। ਆਲੂ ਦਾ 2 ਸਾਲਾਂ ਬਾਅਦ 3 ਸਾਲਾਂ ਬਾਅਦ ਐਤਕੀ ਸੀਜ਼ਨ ਆਇਆ, ਜੇ ਆਲੂ ਦਾ ਇਸ ਸਾਲ ਵੀ ਸੀਜ਼ਨ ਨਾ ਲੱਗਦਾ, ਕਿਸਾਨ ਵਿਚਾਰਾ ਇੰਨਾ ਕੁ ਟੁੱਟ ਚੁੱਕਿਆ ਸੀ ਕਿ ਉਹ ਅਗਲੀ ਕ੍ਰੌਪ ਲਾਉਣ ਲਈ ਵੀ ਬਹੁਤ ਜ਼ਿਆਦਾ ਮੁਸ਼ਕਲ ਸੀਗਾ। ਪਰ ਕੁਦਰਤ ਵੱਲੋਂ ਇੱਕ ਕ੍ਰੌਪ ਲੱਗ ਗਈ, ਇਹਦੇ ਨਾਲ ਸਾਡੀ ਜ਼ਿੰਦਗੀ ਨਹੀਂ ਲੰਘ ਜਾਣੀ। ਸਾਨੂੰ ਇੱਕ ਐਗਰੀਕਲਚਰ ਪਾਲਿਸੀ ਲੈ ਕੇ ਆਉਣੀ ਪੈਣੀ ਹੈ। ਅਸੀਂ ਕਰਨਾ ਕੀ ਹੈ, ਉਹਨੂੰ ਵੇਚਣਾ ਕਿੱਥੇ ਆ, ਇੱਕ ਬੈਠ ਕੇ ਵਿਚਾਰ ਕਰਨੀ ਪੈਣੀ ਹੈ। ਇੱਕ ਦੂਜੇ ਨੂੰ ਵੀ ਤੂੰ ਆਹ ਨਹੀਂ ਕਰਦਾ, ਇੱਕ ਦੂਜੇ ਨੂੰ ਅਸੀਂ ਤਾਨੇ ਮਿਹਣੇ ਦੇ ਕੇ ਨਹੀਂ ਸਰਨਾ ਸਾਡਾ। ਸਾਨੂੰ ਬੈਠਣਾ ਪੈਣਾ, ਸਾਨੂੰ ਚਿੰਤਨ ਕਰਨਾ ਪੈਣਾ ਵੀ ਜੀ ਸਾਡੀ ਖੇਤੀ ਹੈ, ਇਹਨੂੰ ਅਸੀਂ ਕਰਨਾ ਕਿਵੇਂ ਹੈ। ਕੀ ਅਸੀਂ ਇਹਦੇ 'ਚ ਫਰੂਟ ਪਲਾਂਟ ਲਾਈਏ, ਜੇ ਫਰੂਟ ਪਲਾਂਟ ਲੱਗਦੇ ਨੇ ਉਹਦੀ ਮਾਰਕੀਟ ਕਿੱਥੇ ਹੋਊ, ਜੇ ਮਾਰਕੀਟ ਤੋਂ ਰੇਟ ਘਟਦਾ ਤਾਂ ਜੇ ਅਸੀਂ ਪ੍ਰੋਸੈਸ ਕਰਦੇ ਹਾਂ ਉਹਦਾ ਕੀ ਰੇਟ ਦਊਗਾ ਪ੍ਰੋਸੈਸਿੰਗ ਵਾਲਾ। ਇੱਕ ਪੂਰਾ ਮਾਡਲ ਡਿਵੈਲਪ ਕਰਕੇ ਤਾਂ ਅੱਗੇ ਖੇਤੀ ਨੇ ਚੱਲਣਾ। ਜਿਹੜੀ ਹੁਣ ਤੱਕ ਦੀ ਖੇਤੀ ਹੈ, ਇਹ ਜਿੱਦਾਂ ਚਲਾ ਰਹੇ ਹਾਂ ਅਸੀਂ, ਇਹ ਇੱਕ ਸਰਕਾਰੀ ਖੇਤੀ ਹੈ। ਜੇ ਅੱਜ ਬਿਜਲੀ ਦੇ ਬਿੱਲ ਲੱਗ ਜਾਣ, ਅਸੀਂ ਦੱਸੋ ਵੀ ਉਹ ਫਾਰਮਰ ਕੀ ਲੈ ਕੇ ਜਾਊਗਾ ਘਰ ਨੂੰ। ਫਿਰ ਯੂਰੀਆ ਦੀ ਸਬਸਿਡੀ ਹੈ, DAP ਦੀ ਸਬਸਿਡੀ ਹੈ, ਜੇ ਉਹ ਸਬਸਿਡੀ ਬੈਕ ਹਟ ਜਾਵੇ। ਵਰਲਡ ਦੀ ਖੇਤੀ ਗਵਰਨਮੈਂਟ ਦੀ ਸਹਾਇਤਾ ਨਾਲ ਚੱਲਦੀ ਹੈ, ਇਹ ਤੋਂ ਭੱਜ ਨਹੀਂ ਸਕਦੇ ਅਸੀਂ। ਸਾਨੂੰ ਫਾਰਮਰ ਦੀ ਸਹਾਇਤਾ ਕਰਨੀ ਪੈਣੀ ਹੈ। ਉਹ ਸਹਾਇਤਾ ਕਰਨ ਦੀ ਵਿਧੀ ਨਵੀਂ ਕੀ ਹੈ, ਉਹ ਸਾਨੂੰ ਸਰਕਾਰ ਨੂੰ ਵੀ ਵਿਚਾਰਨੀ ਪੈਣੀ ਹੈ। ਸਾਨੂੰ ਚਾਹੀਦਾ ਕੀ ਹੈ, ਇਹ ਫਾਰਮਰ ਨੂੰ ਦੱਸਣਾ ਪੈਣਾ ਵੀ ਮੈਂ ਆਹ ਕਰਨ ਚੱਲਿਆ, ਮੈਨੂੰ ਆਹ ਚੀਜ਼ ਚਾਹੀਦੀ ਹੈ। ਉਹਦੇ 'ਤੇ ਜਾ ਕੇ ਤੁਸੀਂ ਕਿਤੇ ਵੀ ਜਾ ਕੇ ਜੇਕਰ ਕੋਈ ਧਰਨਾ ਵੀ ਲਾਉਣਾ ਤਾਂ ਕਿਸੇ ਗੱਲ 'ਤੇ ਲੱਗੇ ਵੀ ਮੈਂ ਆਹ ਚੀਜ਼ ਮੰਗੀ ਅਤੇ ਮੈਨੂੰ ਮਿਲੀ ਨਹੀਂ। ਵੀ ਇਹ ਨਹੀਂ ਮੈਂ ਵੇਚ ਕੇ ਪਾਲ ਕੇ ਲੈ ਗਿਆ, ਮੇਰੀ ਮੰਡੀ 'ਚ ਵਿਕੀ ਨਹੀਂ, ਮੈਂ ਉੱਦਣ ਧਰਨਾ ਲਾਵਾਂ। ਤੁਹਾਨੂੰ ਇੱਕ ਬੈਠ ਕੇ ਟਾਕ ਕਰਨੀ ਪੈਣੀ ਹੈ ਸਮੂਥਲੀ ਵੀ ਮੈਂ ਇੱਕ ਨਵਾਂ ਕੰਮ ਕਰਨ ਲੱਗਿਆ, ਮੈਨੂੰ ਇਹਦੇ ਲਈ ਐਗਰੋਨੋਮਿਸਟ ਚਾਹੀਦਾ, ਮੈਨੂੰ ਵਧੀਆ ਸੀਡ ਚਾਹੀਦੇ ਨੇ, ਮੈਨੂੰ ਇਨਫਰਾਸਟਰਕਚਰ ਚਾਹੀਦਾ, ਮੈਨੂੰ ਇਹਦੇ ਟ੍ਰੇਨਿੰਗ ਪ੍ਰੋਗਰਾਮ ਲਈ ਬਾਹਰ ਭੇਜੋ ਜਾਂ ਮੈਨੂੰ ਕੁਛ ਬਾਹਰੋਂ ਬੰਦਾ ਸੱਦੋ ਜਿਹੜਾ ਸਾਡੀ ਖੇਤੀ ਨੂੰ ਆ ਕੇ ਸਾਨੂੰ ਗਾਈਡ ਕਰੇ। ਇਹ ਬੈਠ ਕੇ ਗੁੱਸੇ ਵਾਲਾ ਕੰਮ ਨਹੀਂ, ਇਹ ਬੈਠ ਕੇ ਵਿਚਾਰਾਂ ਨਾਲ ਗੱਲ ਹੋ ਕੇ ਗੱਲ ਸਿਰੇ ਲੱਗਣੀ ਹੈ। ਜੇ ਆਪਾਂ ਸੋਚੀਏ ਨਾ ਵੀ ਇਹ ਅੱਜ ਦੀ ਸਰਕਾਰ ਦੇ ਵਿੱਚ ਮੰਨਦਾ ਵੀ ਕੋਈ ਵੀ ਗੱਲਾਂ ਆਮ ਲਾਗੂ ਨਹੀਂ ਹੁੰਦੀਆਂ, ਧਰਨੇ ਲਾਉਣੇ ਪੈਂਦੇ ਆ, ਉਹ ਤਾਂ ਜਦੋਂ ਕੋਈ ਸੁਣਦਾ ਨਹੀਂ ਤਾਂ ਉਹਦਾ ਅਗਲਾ ਪੱਖ ਇਹ ਆ ਉਹ ਲਾਉਣ ਤੋਂ ਬਾਅਦ ਫਿਰ ਉਹਦਾ ਪ੍ਰੈਸ਼ਰ ਦੇਖਿਆ ਜਾਂਦਾ ਕਿੰਨਾ ਕੁ, ਫਿਰ ਉਹਦੇ ਲਈ ਕੋਈ ਵੀ ਫੰਡ ਰਿਲੀਜ਼ ਕੀਤਾ ਜਾਂਦਾ। ਇਹ ਗਵਰਨਮੈਂਟ ਵੱਲੋਂ ਵੀ ਇੱਕ ਵਧੀਆ ਨੀਤੀ ਨਹੀਂ। ਕਿਸਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਕਾਰਪੋਰੇਟ ਦੇ ਹੱਥ ਦੇ ਵਿੱਚ ਹਿਮਾਚਲ ਦਾ ਸੇਬ ਆ ਗਿਆ। ਆਮ ਕਿਸਾਨ 20-30 ਰੁਪਏ ਕਿਲੋ ਆਪਾਂ ਮੰਡੀਆਂ 'ਚ ਸੇਬ ਮਾਰਕੀਟ 'ਚੋਂ ਖਾਂਦੇ ਸੀ, ਹੁਣ ਤੁਸੀਂ 60-70 ਰੁਪਏ ਤੋਂ ਥੱਲੇ ਨਹੀਂ। ਉਹਨਾਂ ਨੇ ਸਾਰਾ ਲੈ ਕੇ ਸਟੋਰ ਕਰ ਲਿਆ। ਕਾਰਪੋਰੇਟ ਤੋਂ ਜੇ ਅਸੀਂ ਖੇਤੀ ਕਰਾਉਣੀ ਹੈ, ਉਹਨੇ ਕਿਸਾਨ ਦੀ ਤਰ੍ਹਾਂ ਤਿਆਰ ਕਰਕੇ ਮੰਡੀ 'ਚ ਜਾ ਕੇ ਚੁੱਪ ਕਰਕੇ ਨਹੀਂ ਬਹਿਣਾ। ਜੇ ਉਹਨੂੰ ਬਚੂ ਉਹਨੇ ਤਾਂ ਦੇਣੀ ਹੈ। ਸਾਨੂੰ ਬਹੁਤ ਜ਼ਿਆਦਾ ਸਾਡਾ ਇੱਕ ਵਾਰ ਇਹ ਸਿਸਟਮ ਢਹਿ ਹੋ ਗਿਆ। ਇਹਨੂੰ ਬਣਾਉਣ ਲਈ ਇੱਕ ਕਿਸਾਨ ਦੀ ਜ਼ਿੰਦਗੀ ਲੱਗ ਜਾਂਦੀ ਆ, ਮੁੜ ਕੇ ਸ਼ਾਇਦ ਇਹਨੂੰ ਖੜਾ ਕਰਨ ਲਈ ਬਹੁਤ ਸਮਾਂ ਲੱਗੂਗਾ। ਸਰਕਾਰ ਨੂੰ ਛੋਟੇ ਲੈਵਲ ਦੇ ਕਿਸਾਨਾਂ ਨੂੰ ਵੱਡੇ ਲੈਵਲ ਲਈ ਡਿਫਰੈਂਟ ਪਾਲਿਸੀਆਂ ਬਣਾ ਕੇ ਇਹਨਾਂ ਨੂੰ ਇੱਕ ਸਿਸਟਮ ਆਰਗੇਨਾਈਜ਼ ਕਰਕੇ ਦੇਣਾ ਪਊਗਾ। ਨਹੀਂ ਸਾਡਾ ਆਉਣ ਵਾਲਾ ਸਮਾਂ ਕਿਸਾਨਾਂ ਦਾ ਨਹੀਂ, ਮਾਰਕੀਟ ਦੇ ਬੈਠਣ ਦਾ ਡਰ ਆ।
ਜੇ ਤੁਸੀਂ ਸੋਚੋ ਨਾ ਵੀ ਕਿਸਾਨ ਹਾਥੀ ਮਰ ਗਿਆ, ਚਮਜੂਆਂ ਨੇ ਦੁਪਹਿਰ ਨੂੰ ਮਰ ਜਾਣਾ, ਵੀ ਕਿਸਾਨ ਦੇ ਪੱਲੇ ਕੁਝ ਨਹੀਂ ਤਾਂ ਮਾਰਕੀਟ ਜਿਹੜਾ ਚਹਿਲ ਪਹਿਲ ਹੈ ਉੱਥੇ ਵੀ ਕੁਝ ਨਹੀਂ ਰਹਿਣਾ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਗੱਲ ਆਉਂਦੀ ਹੈ, ਇੱਕ ਜਿਹੜਾ ਕਿਸਾਨ ਆ ਉਹ ਸਾਰਿਆਂ ਦਾ ਢਿੱਡ ਭਰਦਾ, ਇੱਕ ਅੰਨਦਾਤਾ ਮੰਨਿਆ ਜਾਂਦਾ, ਪਰ ਉਹ ਅੱਜ ਆਪ ਖੁਦਕੁਸ਼ੀ ਦੇ ਰਾਹ 'ਤੇ ਤੁਰਿਆ ਹੋਇਆ, ਉਹਦੇ ਪਿੱਛੇ ਕੀ ਕਾਰਨ ਹੋ ਸਕਦਾ? ਸੁਖਬੀਰ ਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ, ਕਿਸੇ ਦਾ ਜੀ ਨਹੀਂ ਕਰਦਾ। ਇੱਕ ਹੁਣ ਜੀ ਮੈਂ ਤੁਹਾਡਾ ਪੋਲੀ ਹਾਊਸ ਬਾਰੇ ਕੋਈ ਮੈਨੂੰ ਦੇਖੂਗਾ ਤਾਂ ਬੋਲੂਗਾ, ਅਗਲਾ ਕਹੂਗਾ ਵੀ ਇਹਦਾ ਕੰਮ ਸੈੱਟ ਆਇਆ ਵਾ, ਇਹਦੇ ਕੋਲ 4 ਪੈਸੇ ਹੈਗੇ ਨੇ, ਇਹ ਲਾ ਰਿਹਾ। ਜੇ ਆਪਾਂ ਗਰੀਬ ਕਿਸਾਨ ਦੀ ਗੱਲ ਕਰੀਏ ਜਿਹੜਾ ਖੁਦਕੁਸ਼ੀ ਕਰਦਾ, ਉਹ ਇਹ ਆਨਸਰ ਦਿੰਦਾ ਕਿਉਂ? ਇਹਦਾ ਕੀ ਹੱਲ ਹੋ ਸਕਦਾ ਜੀ? ਦੇਖੋ, ਸ਼ੁਰੂਆਤ ਜਦੋਂ ਕਿਸੇ ਵੀ ਬੰਦੇ ਦੀ ਤੁਸੀਂ ਸਟੋਰੀ ਫੋਲਦੇ ਹੋ ਨਾ, ਉਹਦੇ ਪਿੱਛੇ ਬਹੁਤ ਬੜੀ ਇੱਕ ਹਿਸਟਰੀ ਹੁੰਦੀ ਹੈ, ਬਹੁਤ ਬੜੀ ਫਿਲਮ ਹੁੰਦੀ ਆ। ਉਹ ਫਿਲਮ ਜਿਹੜੇ ਬੰਦੇ ਦਾ ਨਾਲ ਦੇਖੀ ਹੈ ਉਹਨਾਂ ਨੂੰ ਤਾਂ ਪਤਾ ਹੈ ਵੀ ਇਹ ਚੀਜ਼ ਨੂੰ ਡਿਵੈਲਪ ਹੋਣ ਲਈ 92 ਤੋਂ ਮੈਨੂੰ 28 ਸਾਲ ਦਾ ਸਫ਼ਰ ਇੱਥੇ ਬੈਠ ਕੇ 10-10 ਘੰਟੇ ਲੇਬਰ ਨਾ ਅੱਜ ਵੀ ਕੰਮ ਕਰ ਲੈਂਦੇ ਆ। ਕੋਈ ਇਹਦੇ 'ਚ ਲਾਮੇ ਵਾਲੀ ਗੱਲ ਨਹੀਂ। ਸਾਡੇ 'ਚ ਜਿਹੜਾ ਦੂਜਾ ਪਾਰਟ ਹੈ ਵੀ ਅਸੀਂ ਕੋਈ ਵੀ ਚੀਜ਼ ਲੈ ਕੇ ਜਾਂਦੇ ਹਾਂ ਮੰਡੀ ਕਰਨ, ਅਸੀਂ ਉੱਥੇ ਸ਼ਰਮਿੰਦਾ ਮਹਿਸੂਸ ਕਰਦੇ ਹਾਂ, ਯਾਰ ਮੈਂ ਸਬਜ਼ੀ ਲੈ ਕੇ ਉੱਥੇ ਵੇਚੂੰਗਾ। ਮੈਨੂੰ ਅੱਜ ਮੈਂ ਸਾਡੇ ਪਿੰਡ 'ਚ ਜਿੱਥੇ ਵੀ ਕਹੋ, ਆਪਣੇ ਜਿਹੜੇ ਵੀ ਭਾਈਚਾਰੇ 'ਚ ਕਹੋ, ਮੈਂ ਜਾ ਕੇ ਰੇਹੜੀ 'ਤੇ ਅੱਜ ਵੀ ਵੇਚ ਸਕਦਾ। ਮੇਰੀ ਪ੍ਰੋਡਿਊਸ ਆ, ਮੈਂ ਉਹਨੂੰ ਪਾਲਿਆ, ਮੈਂ ਉਹਨੂੰ ਕਹੂੰਗਾ ਵੀ ਮੇਰਾ ਆਹ ਰੇਟ ਆ, ਤੂੰ ਲੈ। ਸਾਨੂੰ ਉਸ ਸਿਸਟਮ ਦੇ ਵਿੱਚ ਲੋਕਾਂ ਲਈ ਜਿਉਣਾ ਬੰਦ ਕਰਨਾ ਪਊਗਾ, ਸਾਨੂੰ ਆਪਣੇ ਆਪ ਲਈ ਜਿਉਣਾ ਪਊਗਾ। ਇਹ ਸਾਡੇ 'ਚ ਬਹੁਤ ਵੱਡੀ ਪ੍ਰੋਬਲਮ ਹੈ। ਅਸੀਂ ਸ਼ੁਰੂਆਤ ਦੇ ਵਿੱਚ ਮੰਡੀ 'ਚ ਜਾਂਦੇ ਹੁੰਦੇ ਸੀ, ਅਸੀਂ ਉੱਥੇ ਮਿਰਚ ਦੀਆਂ ਢੇਰੀਆਂ ਲਾ ਲੈਣੀਆਂ। ਜੇ ਕੋਈ ਵਿਆਹ ਸ਼ਾਦੀ ਵਾਲਾ ਸਬਜ਼ੀ ਮੰਡੀ ਲੈਣ ਆ ਗਿਆ, ਸਬਜ਼ੀ ਲੈਣ ਆ ਗਿਆ, ਅਸੀਂ ਉਹਨੂੰ ਦੇਖ ਕੇ ਲੁਕ ਜਾਂਦੇ ਸੀ। ਇੱਕ ਸਮਾਂ ਸੀ ਜੇ ਕਿਤੇ ਆਉਣਾ ਉਹਨੇ ਕਹਿਣਾ ਤੂੰ ਅੱਜ ਵੀ ਉਹ ਤਾਂ ਯਾਰ ਉੱਥੇ ਛੋਟੀਆਂ ਢੇਰੀਆਂ ਲਾਈ ਬੈਠਾ, ਇੱਕ ਗੱਲ ਚੱਲਦੀ ਸੀ ਆ ਕੇ। ਪਰ ਉਹ ਸਮਾਂ ਸੀ। ਅੱਜ ਉਹੀ ਲੋਕ ਸਾਨੂੰ ਇੱਥੇ ਮਿਲਣ ਆਉਂਦੇ ਨੇ, ਆਪਣੇ ਰਿਸ਼ਤੇਦਾਰ ਨੂੰ, ਆਪਣੇ ਫਰੈਂਡ ਨੂੰ ਲੈ ਕੇ ਆਉਂਦੇ ਨੇ। ਸ਼ੁਰੂਆਤ ਦੇ ਵਿੱਚ ਬਹੁਤ ਕੁਝ ਹੁੰਦਾ, ਪਰ ਜੇ ਤੁਹਾਡੇ 'ਚ ਜਜ਼ਬਾ ਹੈ ਤਾਂ ਇੱਕ ਦਿਨ ਆ ਕੇ ਜਿਹੜੀਆਂ ਚੀਜ਼ਾਂ ਨੈਗੇਟਿਵ ਹੁੰਦੀਆਂ ਨੇ, ਇੱਕ ਦਿਨ ਜਾ ਕੇ ਉਹ ਵੀ ਪੋਜ਼ਿਟਿਵ ਹੋ ਜਾਂਦੀਆਂ ਨੇ। ਉਹਦੇ ਲਈ ਤੁਹਾਨੂੰ ਹਿੰਮਤ, ਹੌਸਲਾ ਨਹੀਂ ਹਾਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ। ਮੈਂ ਜ਼ਰੂਰ ਚਾਹੁੰਦਾ ਵੀ ਮਿਹਨਤ ਕੋਈ ਇੱਕ ਲਾਈਨ ਪੜ੍ਹੋ, ਉਹਦੇ ਵਿੱਚ ਸਮਾ ਜਾਓ। ਫਿਰ ਇਹ ਨਾ ਦੇਖੋ ਸ਼ੁਰੂਆਤ ਦੇ ਵਿੱਚ ਵਾਧਾ ਘਾਟਾ ਜ਼ਰੂਰ ਦੇਖੋ, ਜਦ ਪਤਾ ਹੈ ਵੀ ਇਹ ਮੇਰੇ ਹੀ ਹੁਣ ਕਿਹਦੇ ਬਿਨਾਂ ਮੇਰਾ ਗੁਜ਼ਾਰਾ ਨਹੀਂ। ਇਸ ਤੋਂ ਇਲਾਵਾ ਜਿਹੜਾ ਕਰਜ਼ਾ ਚੜ੍ਹਨ ਦਾ ਕਾਰਨ, ਕਰਜ਼ਾ ਕਿਵੇਂ ਚੜ੍ਹਦਾ ਕਿਸਾਨ ਦੇ ਸਿਰ? ਤੁਸੀਂ ਵੀ ਏਡਾ ਕੰਮ ਕਰ ਰਹੇ ਹੋ, ਤੁਹਾਡੇ ਸਿਰ ਵੀ ਚੜ੍ਹਿਆ ਕਦੇ? ਕਰਜ਼ਾ ਸ਼ੁਰੂਆਤ ਦੇ ਵਿੱਚ ਬਹੁਤ ਵੱਡਾ ਕਰਜ਼ਾ ਸੀਗਾ। ਉਹਨੂੰ ਅਸੀਂ ਜੱਟ ਮੰਡੀਆਂ ਦੇ ਵਿੱਚ ਲਾ ਕੇ ਰਾਤਾਂ ਉੱਥੇ ਰਹੇ, ਅਸੀਂ ਉਹਨੂੰ ਉਤਾਰਿਆ। ਉਤਾਰਨ ਤੋਂ ਬਾਅਦ ਤੁਸੀਂ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ ਵੀ ਯਾਰ ਮੈਂ ਤਾਂ ਮਰ ਜਾਂਦਾ? ਦੇਖੋ, ਖੁਦਕੁਸ਼ੀ ਬੰਦਾ ਕਦੋਂ ਕਰਦਾ ਸੁਖਵੀਰ? ਜਦੋਂ ਬੰਦਾ ਹਾਰ ਜਾਂਦਾ, ਉਹ ਮੈਂਟਲੀ ਹਾਰਦਾ। ਅੱਜ ਜੇ ਮੇਰੇ ਕੋਲ ਆ ਕੁਛ ਤਾਂ ਉਹਦਾ ਤੈਨੂੰ ਕੀ ਪਾ, ਜੇ ਮੇਰੇ ਸਿਰ ਆ ਉਹਦਾ ਵੀ ਤੈਨੂੰ ਕੀ ਪਾ। ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਜੋੜਦੇ ਵੀ ਅੱਜ ਮੇਰੇ ਇੰਨੇ ਪੈਸੇ ਸਿਰ ਨੇ, ਮੂਹਰੇ ਮੇਰਾ ਬੱਚਾ ਬੇਟਾ ਬਾਹਰ ਜਾਣ ਨੂੰ ਕਹਿੰਦਾ, ਬੇਟੀ ਬਾਹਰ ਜਾਣ ਨੂੰ ਕਹਿੰਦਾ, ਮੈਂ ਇੰਨੇ ਪੈਸੇ ਕਿੱਥੋਂ ਲਿਆऊं, ਮੇਰਾ ਦਾਦਾ ਬਿਮਾਰ ਹੈ, ਮੇਰਾ ਬਾਬਾ ਬਿਮਾਰ ਹੈ। ਬੇਸਿਕਲੀ ਸਮੱਸਿਆ ਕੀ ਹੋਈ ਨਾ, ਮੈਡੀਕਲ ਸਾਇੰਸ ਥੋੜ੍ਹੀ ਜਿਹੀ ਡਿਵੈਲਪ ਕਰ ਗਈ। ਡਿਵੈਲਪ ਕਰਨ ਦੇ ਨਾਲ ਇੱਕ ਤਾਂ ਬੰਦੇ ਦਾ ਬੀਬੀ ਬਾਪੂ ਬਿਮਾਰ ਹੈ, ਇੱਕ ਦਾਦਾ ਦਾਦੀ ਬਿਮਾਰ ਹੈ, ਉਹਦੇ ਤੇ 4 ਬੰਦਿਆਂ ਦਾ ਵਜਨ ਆ ਗਿਆ। ਉਹਦੇ ਲਈ ਕੋਈ ਐਡੀ ਪਾਲਿਸੀ ਨਹੀਂ ਆਈ। ਜੇਕਰ ਭਾਈ ਕਨਈਆ ਸਕੀਮ ਆਈ, ਖਰਚੇ ਵੱਧ ਗਏ। ਨੰਬਰ 2, ਉਹਦੇ ਕੋਲ ਡੇ ਬੁੱਕ ਨਹੀਂ ਹੈ, ਉਹ ਆਪਣਾ ਲੇਖਾ ਜੋਖਾ ਨਹੀਂ ਕਰਦਾ। ਹੁਣ ਕਈ ਇੱਥੇ ਸਾਡੇ ਕੋਲ ਕਿਸਾਨ ਆ ਕੇ ਗੱਲ ਕਰਦੇ ਨੇ ਵੀ ਅਸੀਂ ਨਾ ਤਾਂ ਹੁਣ ਝੋਨੇ ਕਣਕ ਜੋ ਕੁਝ ਬਚਦਾ ਹੈ, ਗੰਨੇ ਦੀ ਸਰਕਾਰ ਪੈਸਾ ਨਹੀਂ ਦਿੰਦੀ, ਵੀ ਮੇਰੇ ਕੋਲ 5 ਕਿੱਲੇ ਜ਼ਮੀਨ ਹੈ, ਮੇਰੇ 20 ਲੱਖ ਰੁਪਈਆ ਸਿਰ ਆ, ਵੀ ਮੈਂ ਕੀ ਕਰਾਂ। ਉਹ ਆਈ ਸਾਲ ਕਹਿੰਦੇ 5-7 ਲੱਖ ਰੁਪਈਆ ਸਾਡੇ ਸਿਰ ਚੜ ਜਾਂਦਾ, ਵਿਆਜ ਵਧੀ ਜਾਂਦਾ। ਉਹਦੇ 'ਚ ਇੱਕ ਗੱਲ ਬਹੁਤ ਡੂੰਘੀ ਗੱਲ ਵਿਚਾਰਨੇ ਵਾਲੀ ਹੈ ਵੀ ਆਏ ਸਾਲ 5-7 ਲੱਖ ਰੁਪਈਆ ਵੱਧ ਹੈ। ਜੇ ਮੈਂ 20 ਲੱਖ ਨੂੰ ਵੀ ਲਾਵਾਂ ਤਾਂ ਕਰੋੜ ਰੁਪਏ ਦੀ ਉਹ ਬੰਦੇ ਕੋਲ ਪ੍ਰਾਪਰਟੀ ਆ, 25 ਲੱਖ ਸਿਰ ਹੋ ਜਾਂਦਾ ਹੈ। ਉਹ ਤੋਂ ਬਾਅਦ ਅਗਲੇ ਸਾਲ 35 ਤੇ ਜਾਊਗੇ, ਫਿਰ 45-50 ਤੇ ਜਾਊ। ਮੈਂ ਇੱਕ ਇਹੀ ਗੱਲ ਕਹਿ ਰਿਹਾ ਵੀ ਇਹਦੇ ਵੀ ਲਾਸਟ ਤੇ ਜ਼ਮੀਨ ਚਲੇ ਗਈ। ਜੇ ਤੈਨੂੰ ਇਹਨਾਂ ਪਤਾ ਵੀ ਮੇਰਾ ਉੱਧਰ ਨੂੰ ਜਾਂਦਾ ਹੈ, ਇਹਦੇ 3 ਕਾਰਨ ਨੇ। ਜਾਂ ਤਾਂ ਐਡਾ ਕੁ ਬਜਟ ਹੈ ਵੀ ਜੇ ਤੁਸੀਂ ਕਮਾਈ ਕਰਕੇ ਲਾ ਸਕਦੇ ਹੋ, ਫਿਰ ਤਾਂ ਤਕੜੇ ਹੋ ਕੇ ਕਮਾਈ ਕਰੋ ਸਭ ਤੋਂ ਪਹਿਲਾਂ। ਉਹ ਤੋਂ ਬਾਅਦ ਦੇ ਵਿੱਚ ਕੋਈ ਵੀ ਚੀਜ਼ ਮੰਨ ਲਾ ਵੀ ਮੇਰੀ ਕੋਈ ਚੀਜ਼ ਵਿਕਦੀ ਆ, ਮੈਂ ਉਹਨੂੰ ਵੇਚ ਕੇ ਕਰਜ਼ਾ ਲਾ ਲਾਂ। ਇੱਕ ਤੀਆ ਆਪਸ਼ਨ ਆ ਜਾਂਦਾ ਵੀ ਮੇਰਾ ਦੋਏ ਕੰਮ ਨਹੀਂ ਹੁੰਦੇ। ਫਿਰ ਅਸੀਂ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਨਾ ਕਿਸੇ ਦੇ ਦਿਓ, ਬੈਂਕ ਵਾਲਾ ਆਉਂਦਾ ਉਹਨੂੰ ਵੀ ਮੰਜਾ ਡਾ ਦਿਓ ਵੀ ਭਾਈ ਚਾਹ ਪਾਣੀ ਛੱਕ ਕੇ ਜਿੱਦਣ ਹੋਏ ਦੇਵਾਂਗੇ, ਕਿਸੇ ਨਾਲ ਬਾਦ ਬਵਾਦ ਨਾ ਕਰੋ। ਆਪਣਾ ਘਰ ਜੋਗਾ ਆਪ ਕਰਕੇ ਕਮਾ ਕੇ ਆਪਣੀ ਉਪਜੀਵਕਾ ਚਲਾਓ। ਕਿਉਂ ਜਿਹੜੇ ਇਹ ਸਿਸਟਮ ਨੇ ਅੱਜ ਕੱਲ੍ਹ, ਪਿਛਲੇ ਸਮੇਂ 'ਚ ਝਾਤ ਮਾਰ ਕੇ ਮਾਰੋ, ਜਿਨ੍ਹਾਂ ਦੇ ਪੁਰਾਣਾ ਕਰਜ਼ਾ ਸੀ ਸਾਰਾ ਮਾਫ ਹੋ ਗਿਆ, ਇੱਕ ਦਿਨ ਤੁਸੀਂ ਵੀ ਉਹ ਲੜੀ ਦੇ ਵਿੱਚ ਆ ਜਾਓਗੇ। ਆਪਣੀ ਜ਼ਿੰਦਗੀ ਨੂੰ ਐਂਡ ਨਾ ਕਰੋ, ਵੇਟ ਕਰੋ। ਇਹਦੇ ਲਈ ਮੈਂ ਇਹੀ ਕਹੂੰਗਾ ਵੀ ਖੁਦਕੁਸ਼ੀ ਹੱਲ ਨਹੀਂ ਹੈ। ਤੁਸੀਂ ਇੱਕ ਦਿਨ ਸੁੱਚ ਬੰਦ ਕਰਕੇ ਕਿਤੇ ਕੋਠੇ ਚੜ੍ਹ ਕੇ ਬੈਠ ਕੇ ਦੇਖੋ ਘਰੇ ਕੀ ਸਮੱਸਿਆ ਕੀ ਹੁੰਦਾ ਤੁਹਾਡੇ ਬਾਅਦ। ਖੁਦਕੁਸ਼ੀ ਕਰਨਾ ਕਿਤੇ ਪਿੱਛੇ ਅਮੀਰੀ ਆ ਜਾਂਦੀ ਆ।
ਤੁਸੀਂ ਇੱਕ ਜ਼ਿੰਮੇਵਾਰੀ ਤੋਂ ਭੱਜਦੇ ਹੋ। ਮੈਂ ਇੰਨੀ ਗੱਲ ਕਹੂੰਗਾ, ਤੁਹਾਡੇ ਛੋਟੇ ਬੱਚੇ ਨੇ, ਉਹ ਤੁਹਾਡੇ ਵੱਲ ਦੇਖ ਕੇ ਹੀ ਤੁਰਦੇ ਨੇ, ਤੁਹਾਨੂੰ ਤੁਹਾਡੀ ਉਂਗਲ ਫੜ ਕੇ ਤੁਰਨਾ ਸਿੱਖੇ ਨੇ। ਤੁਸੀਂ ਕੁਛ ਵੀ ਨਾ ਕਰੋ, ਘਰ ਬੈਠੇ ਹੋ ਨਾ, ਉਹਨਾਂ ਨੂੰ ਉਹੀ ਬਹੁਤ ਬੜਾ ਮਾਣ ਹੁੰਦਾ। ਮੈਂ ਇਹੀ ਕਹੂੰਗਾ ਵੀ ਇਹ ਸਮੇਂ ਨੇ ਇਦਾਂ ਦਾ ਨਹੀਂ ਰਹਿਣਾ, ਇਹਨੇ ਚੇਂਜ ਹੋਣਾ ਹੈ। ਵੀ ਖੁਦਕੁਸ਼ੀ ਹੱਲ ਨਹੀਂ ਹੈ। ਤੁਸੀਂ ਮਿਲੋ, ਖੁਦਕੁਸ਼ੀ ਇੱਕ ਡਿਪਰੈਸ਼ਨ, ਦੋ ਚੀਜ਼ਾਂ ਨੇ। ਜਿਨ੍ਹਾਂ ਦਾ ਕੋਈ ਚੰਗਾ ਮਿੱਤਰ ਨਹੀਂ ਨਾ, ਉਹ ਬੰਦੇ ਕਰਦੇ ਆ। ਜਿਹਦਾ ਕੋਈ ਚੰਗਾ ਮਿੱਤਰ ਵੀ ਹੈ ਨਾ, ਕਿ ਉਹ ਇੱਕ ਬੰਦੇ ਨੂੰ ਪ੍ਰੋਬਲਮ ਆਉਂ ਤਾਂ ਪਤਾ ਹੀ ਨਹੀਂ ਮੈਂ ਕੀ ਕਰ ਰਿਹਾ, ਉਹਦੇ ਕੋਲ ਜੇਕਰ ਕੋਈ ਉਹਦਾ ਸਿਆਣਾ ਮਿੱਤਰ ਵੀ, ਉਹ ਵੀ ਦੱਸਦਾ ਵੀ ਕੁਛ ਨਹੀਂ ਹੁੰਦਾ, ਉਹ ਫਲਾਣੇ ਦੇ ਸਿਰ ਵੀ ਨੇ, ਤੂੰ ਆਪਣਾ ਆਹ ਕਰ ਲਾ। ਵੀ ਉੱਥੇ ਕਈ ਵਾਰ ਸਾਡੇ ਕੋਲ ਉਹ ਚੀਜ਼ਾਂ ਵੀ ਨਹੀਂ ਹੁੰਦੀਆਂ ਕਮਾਈਆਂ ਹੋਈਆਂ, ਅਸੀਂ ਇਕੱਲੇ ਰਹਿ ਜਾਂਦੇ ਹਾਂ। ਸਾਡਾ ਅੰਦਰੋਂ ਇੰਨਾ ਨੈਗੇਟਿਵਿਟੀ ਭਾਰੂ ਹੋ ਜਾਂਦੀ ਹੈ ਵੀ ਅਸੀਂ ਲਾਸਟ ਮੂਮੈਂਟ 'ਤੇ ਜਾ ਕੇ ਇੱਕ ਅਣਚਾਹਿਆ ਕੰਮ ਕਰ ਬਹਿੰਦੇ ਹਾਂ। ਕਈ ਬੰਦੇ ਤਾਂ ਵਿਚਾਰੇ ਪੂਰੇ ਹੋਏ, ਕਈ ਬੰਦੇ ਅੱਧ ਵਿਚਾਲੇ ਲਟਕ ਜਾਂਦੇ ਨੇ, ਉਹ ਨਾ ਉੱਧਰ ਜੋਗੇ ਨਾ ਇੱਧਰ ਜੋਗੇ, ਉਲਟਾ ਖਰਚੇ ਨੂੰ ਕੰਮ ਹੋਰ ਹੋ ਜਾਂਦਾ। ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਇਹ ਬਹੁਤ ਵਾਰ ਆਇਆ, ਸੁਨਾਮੀ ਆਈ, ਲੋਕਾਂ ਦਾ ਸਾਰਾ ਕੁਝ ਤਬਾਹ ਹੋ ਗਿਆ। 47 ਦੇ ਵਿੱਚ ਪਾਕਿਸਤਾਨ ਤੋਂ ਤੁਰ ਕੇ ਆਏ ਨੇ ਬੰਦੇ ਝੋਲੇ ਲੈ ਕੇ, ਅੱਜ ਆਪਣੇ ਟੱਬਰ ਆਬਾਦ ਹੋ ਗਏ। ਸਮਾਂ ਬਹੁਤ ਬਲਵਾਨ ਆ, ਸਮੇਂ ਦੀ ਵੇਟ ਕਰੋ। ਇਹ ਇਦਾਂ ਦਾ ਨਹੀਂ ਰਹਿਣਾ ਜਿੱਦਾਂ ਦਾ ਤੁਸੀਂ ਸੋਚਦੇ ਹੋ। ਜੋ ਜ਼ਿੰਦਗੀ ਦੇ ਵਿੱਚ ਤੁਸੀਂ ਸੋਚਿਆ, ਜੇ ਤਾਂ ਕਿਸੇ ਬੰਦੇ ਨੂੰ ਉੱਦਾਂ ਦਾ ਮਿਲਿਆ, ਉਹ ਮੇਰੇ ਨਾਲ ਜ਼ਰੂਰ ਗੱਲ ਕਰੇ। ਸਮਾਂ ਤੁਹਾਡੇ ਸੋਚ ਮੁਤਾਬਕ ਨਹੀਂ ਚੱਲਦਾ, ਸਮੇਂ ਨੇ ਆਪਣੇ ਮੁਤਾਬਕ ਚੱਲਣਾ ਹੁੰਦਾ। ਇਸ ਲਈ ਮੇਰੀ ਇਹੀ ਬੇਨਤੀ ਹੈ ਵੀ ਅਸੀਂ ਜਿੰਨੇ ਜੋਗੇ ਹਾਂ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਕੁਛ ਨਾ ਕੁਛ ਸੁਝਾਅ, ਜੋ ਕੁਛ ਲਾਉਣੇ ਬੀਜਣੇ ਦਾ ਤਰੀਕਾ, ਅਸੀਂ ਤੁਹਾਨੂੰ ਦੇ ਕੇ ਤੋਰਾਂਗੇ। ਵੀ ਐਡੀ ਵੱਡੀ ਗੱਲ ਨਹੀਂ ਹੁੰਦੀ ਵੀ ਤੁਸੀਂ ਇੱਕ ਗੱਲ ਨੂੰ ਲੈ ਕੇ ਐਡਾ ਵੱਡਾ ਸਟੈਪ ਲੈ ਲਓ, ਇਹ ਹੱਲ ਨਹੀਂ ਹੈ। ਮੇਰੀ ਇਹੀ ਬੇਨਤੀ ਹੈ ਵੀ ਤੁਸੀਂ ਆਪਣੀ ਡੇ ਬੁੱਕ ਲਾਓ। ਡੇ ਬੁੱਕ ਤੋਂ ਬਾਅਦ ਆਪਣਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਬੰਦੇ ਕਹਿੰਦੇ ਕੰਮ ਕੀ ਕਰੀਏ, ਨਾ ਤਾਂ ਸਾਡੇ ਕੋਈ ਗੰਨੇ ਦੇ ਪੈਸੇ ਮੁੜਦੇ ਨੇ, ਨਾ ਝੋਨੇ ਕਣਕ ਨਾ। ਮੈਂ ਬੰਦੇ ਨੂੰ ਇਹੀ ਗੱਲ ਕਹਿਣਾ ਵੀ ਜਿਹੜਾ ਹੁਣ ਤੁਹਾਡਾ ਬਜਟ ਵੱਧਦਾ ਜਾਂਦਾ, ਜਿੱਦਣ ਇਹ ਪੂਰਾ ਹੋ ਗਿਆ, ਜਿਹੜਾ ਉਦਣ ਕੰਮ ਸਟਾਰਟ ਕਰਨਾ ਉਹ ਅੱਜ ਕਰ। ਇੱਕ ਦਿਨ ਕਰਨਾ ਪੈਣਾ ਰੋਟੀ ਲਈ, ਤਾਂ ਉਦਣ ਵੀ ਲੋਕਾਂ ਨੂੰ ਪਤਾ ਹੋਊਗਾ ਨਾ ਵੀ ਤੇਰੀ ਜਾਇਦਾਦ ਵਿਕ ਗਈ। ਤੂੰ ਉਹ ਕੰਮ ਅੱਜ ਸਟਾਰਟ ਕਰ, ਜਿਹੜੀ ਤੇਰੇ ਕੋਲ ਜਾਇਦਾਦ ਆ ਉਹ ਬਚ ਜੂਗਾ ਆਪਣੀ। ਵੀ ਕੰਮ ਕਰਨਾ ਪੈਣਾ, ਆਪਾਂ ਭੱਜ ਨਹੀਂ ਸਕਦੇ। ਆਪਣੇ ਜਿਹੜੇ ਖਰਚੇ ਨੇ, ਪਰਿਵਾਰਕ ਰੁਝੇਵੇਂ ਨੇ, ਜ਼ਿੰਮੇਵਾਰੀਆਂ ਨੇ, ਇਹਨਾਂ ਤੋਂ ਆਪਾਂ ਭੱਜ ਨਹੀਂ ਸਕਦੇ। ਇਹਦੇ ਲਈ ਇੱਕ ਸੰਗਠਿਤ, ਜਿਵੇਂ ਹੁਣ ਪ੍ਰੋਡਿਊਸਰ ਕੰਪਨੀਆਂ ਰਜਿਸਟਰਡ ਹੋਣੀਆਂ ਨੇ, ਨਵੇਂ ਉੱਠੋ, ਯੰਗ ਮੁੰਡੇ ਪੜ੍ਹੇ ਲਿਖੇ ਨੇ। ਸਾਡੇ ਵੇਲੇ ਤਾਂ ਕੋਈ ਇੰਟਰਨੈਟ ਨਹੀਂ ਸੀ, ਕੁਝ ਨਹੀਂ ਸੀ, ਹੁਣ ਤਾਂ ਬਹੁਤ ਕੁਛ ਹੈ ਤੁਰਨ ਲਈ। ਵੀ ਤੁਸੀਂ ਇੱਕ ਕਾਰਵਾ ਬਣੋ, ਹਿੰਮਤ ਨਾ ਹਾਰੋ, ਅਸੀਂ ਤੁਹਾਡੇ ਨਾਲ ਆ, ਸਾਡੇ ਕੋਲ ਆਓ। ਜਿਹੜੀ ਚੀਜ਼ ਅਸੀਂ ਲਾਉਂਦੇ ਆ, ਤੁਸੀਂ ਕਿਹੜੀ ਵੀ ਚੀਜ਼ ਚਾਹੀਦੀ ਹੈ, ਇੱਥੇ ਤੁਸੀਂ ਸਾਡੇ ਸੁਸਾਇਟੀ ਦੀ ਮੈਂਬਰਸ਼ਿਪ ਲਓ। ਜੋ ਵੀ ਟੈਕਨੋਲੋਜੀ ਹੈ, ਜਿੱਥੇ ਅਸੀਂ ਵੇਚਦੇ ਹਾਂ, ਅਸੀਂ ਤੁਹਾਨੂੰ ਜ਼ਰੂਰ ਗਾਈਡ ਕਰਾਂਗੇ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਫਸਲਾਂ ਦਾ ਮੰਡੀਕਰਨ ਹੋ ਗਿਆ, ਜਾਂ ਜਿਵੇਂ ਤੁਸੀਂ ਪਾਕਿਸਤਾਨ ਦੀ ਗੱਲ ਕਰੀ ਆ, ਤਾਂ ਆਪਾਂ ਜਿਹੜੀ ਤੁਸੀਂ ਇੱਥੇ ਸਬਜ਼ੀ ਵੇਚਦੇ ਹੋ, ਜੇ ਆਪਾਂ ਬਾਹਰ ਵਿਦੇਸ਼ਾਂ 'ਚ ਵੇਚੀਏ ਤਾਂ ਇਹਦਾ ਰੇਟ ਆਪਾਂ ਨੂੰ ਵੀ ਵੱਧ ਮਿਲ ਸਕਦਾ। ਕਦੇ ਤੁਸੀਂ ਇਹੋ ਜਿਹੀ ਕੋਸ਼ਿਸ਼ ਕੀਤੀ ਆ? ਵਿਦੇਸ਼ਾਂ ਦੇ ਵਿੱਚ ਚੀਜ਼ ਨੂੰ ਭੇਜਣਾ ਕਾਫੀ ਡਿਫੀਕਲਟ ਕੰਮ ਹੈ, ਕੋਈ ਏਡਾ ਸੌਖਾ ਕੰਮ ਨਹੀਂ ਹੈ। ਸਾਡੇ ਕੋਲ ਤਾਂ ਲੋਕ ਅਮਰੀਕਾ ਤੋਂ ਬਾਹਰੋਂ ਆ ਕੇ, ਸਾਡੇ ਕੋਲ ਏਡੀ ਬੜੀ ਮੰਡੀ ਹੈ, ਸਾਡੇ ਕੋਲ ਤਾਂ ਦੁਨੀਆ ਉਰੇ ਨੂੰ ਆਉਂਦੀ ਹੈ, ਸਾਨੂੰ ਬਾਹਰ ਜਾਣ ਦੀ ਲੋੜ ਨਹੀਂ। ਸਾਡੇ ਕੋਲ ਕੁਆਲਿਟੀ ਫੂਡ ਹੈ ਨਹੀਂ ਮਾਰਕੀਟ 'ਚ। ਸਾਨੂੰ ਕੁਆਲਿਟੀ ਫੂਡ ਤਿਆਰ ਕਰਕੇ, ਸਾਡੀ ਮਾਰਕੀਟ ਦੇ ਵਿੱਚ ਪੈਸਟੀਸਾਈਡ ਨਾਲ ਭਰਿਆ ਪਿਆ ਫੂਡ ਸਾਰਾ, ਤੁਸੀਂ ਪੈਸਟੀਸਾਈਡ ਫ੍ਰੀ ਨੇਚਰਲ ਫਾਰਮਿੰਗ ਵਾਲੇ ਪਾਸੇ ਆਓ। ਅਸੀਂ ਤੁਹਾਨੂੰ ਉਹਦੇ 'ਚ ਕਿਹੜੀਆਂ ਚੀਜ਼ਾਂ ਕਿਵੇਂ ਕਰਨੀਆਂ ਨੇ, ਅਸੀਂ ਤੁਹਾਨੂੰ ਜੋ ਸਾਨੂੰ ਆਉਂਦਾ ਅਸੀਂ ਤੁਹਾਨੂੰ ਉਹ ਦੱਸਾਂਗੇ। ਵੀ ਕੁਆਲਿਟੀ ਫੂਡ ਮਾਰਕੀਟ 'ਚ ਹੈ ਨਹੀਂ, ਤੁਸੀਂ ਲੈ ਕੇ ਆਓ। ਲੋਕ ਤਾਂ ਲੱਭਦੇ ਫਿਰਦੇ ਆ ਤੁਹਾਨੂੰ, ਪਰ ਉਹਦੇ ਲਈ ਤੁਹਾਨੂੰ ਡਿਫਰੈਂਟ ਕਰਨਾ ਪਊਗਾ, ਉਹਦੇ ਲਈ ਕੁਛ ਨਾ ਕੁਛ ਤੁਹਾਨੂੰ ਮਿਹਨਤ ਕਰਨੀ ਪਊਗੀ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕਿ ਆਪਣੇ ਜਿਹੜੇ, ਜੇ ਆਪਾਂ ਫਸਲ ਕੋਈ ਲਾਉਣ ਲੱਗ ਜਾਈਏ, ਕਣਕ ਆਲੂ ਲਾਉਣ ਲੱਗ ਜਾਈਏ, ਪਿਆਜ਼ ਲਾਉਣ ਲੱਗ ਜਾਈਏ, ਤਾਂ ਉਹਦੀ ਆਪਣੇ ਕੋਲ ਪੈਦਾਵਾਰ ਵੱਧ ਜਾਂਦੀ। ਜਿਵੇਂ ਆਪਣਾ ਗਵਾਂਢੀ ਮੁਲਕ ਪਾਕਿਸਤਾਨ ਹੈ ਜੀ, ਇੱਧਰ ਵੱਲ ਆਪਾਂ ਆਪਣਾ ਜਿਹੜਾ ਸਮਾਨ ਉਹ ਵੇਚੀਏ ਤਾਂ ਆਪਾਂ ਨੂੰ ਕੋਈ ਨਫਾ ਜ਼ਿਆਦਾ ਹੀ ਹੋਊਗਾ। ਸੁਖਬੀਰ, ਜਦੋਂ ਤੁਸੀਂ ਪਾਕਿਸਤਾਨ ਦੇ ਲਾਂਘੇ ਦੀ ਗੱਲ ਕਰਦੇ ਹੋ, ਪ੍ਰੋਬਲਮ ਇੱਥੇ ਸੈਂਟਰ ਗਵਰਨਮੈਂਟ ਦੀ ਕਾਇਦ ਹੈ। ਜਦੋਂ ਸਾਨੂੰ ਇਹ ਕੋਈ ਇੱਦਾਂ ਦੀ ਸਾਨੂੰ ਲਾਂਘਾ ਦੇ ਦੇਣ, ਮੈਂ ਤੁਹਾਨੂੰ ਯਕੀਨ ਨਾ ਕਹਿਣਾ ਕਿ ਸਾਡੇ ਬੱਚੇ 2-3 ਸਾਲ 'ਚ ਵਾਪਸ ਆ ਜਾਣੇ ਜਿਹੜੇ ਗਏ ਨੇ। ਕਿਉਂ? ਸਾਡੇ ਕੋਲ ਨਾਲ ਸਾਰਾ ਰੇਗਿਸਤਾਨ ਏਰੀਆ ਪਿਆ ਅਤੇ ਬਹੁਤ ਵੱਡੀ ਡਿਮਾਂਡ ਹੈ। ਅਸੀਂ ਇੱਥੋਂ ਉਹਨੂੰ ਪੂਰਾ ਵਧੀਆ ਤਰੀਕੇ ਨਾਲ ਆਪਰੇਟ ਕਰ ਸਕਦੇ ਹਾਂ। ਲੇਕਿਨ ਸਮੱਸਿਆ ਇਹ ਆ ਵੀ ਜਦੋਂ ਇੱਥੋਂ ਚੀਜ਼ ਬਾਹਰ ਜਾਣ ਲੱਗਦੀ ਹੈ, ਜਿਹੜੇ ਲੋਕਲ ਪ੍ਰਾਈਸ ਨੇ ਉਹ ਉੱਠ ਖੜਦੇ ਆ। ਉਹ ਉੱਠਣ ਦੇ ਨਾਲ ਜਿਹੜਾ ਆਮ ਬੰਦਾ, ਜਿਹੜਾ ਬੰਦਾ ਸ਼ਹਿਰੀ ਹੈ, ਉਹਨੂੰ ਇਹ ਲੱਗਦਾ ਵੀ ਹੁਣ ਇਹ ਚੀਜ਼ਾਂ ਪਹੁੰਚ ਤੋਂ ਦੂਰ ਹੋ ਗਈਆਂ। ਹੁਣ 15 ਰੁਪਏ ਕਿਲੋ ਤਾਂ ਮੰਨ ਲਓ ਟਮਾਟਰ ਤੇ 10 ਤੋਂ 12-15 ਰੁਪਏ ਕਿਲੋ ਪਰ ਕੇਜੀ ਕੋਸਟ ਆ ਜਾਂਦੀ ਹੈ। ਕੰਜ਼ਿਊਮਰ ਉਹਨੂੰ 10 ਰੁਪਏ ਲੈਣ ਨੂੰ ਰਾਜੀ ਆ। ਉਹ ਜਿਹੜਾ 5 ਰੁਪਏ ਘਾਟਾ ਪਾ ਕੇ ਫਾਰਮਰ ਕਿੰਨੇ ਕੁ ਸਾਲ ਲਾਊਗਾ? ਤੁਸੀਂ ਇੱਕ ਫਾਰਮਰ ਦੀ ਜਗ੍ਹਾ ਕਦੇ ਫਾਰਮਰ ਖੜ ਕੇ ਬਣ ਕੇ ਤਾਂ ਦੇਖੋ ਵੀ ਇੱਕ ਚੀਜ਼ ਲਾ ਕੇ 6 ਮਹੀਨੇ ਵੇਟ ਕਰਨੀ ਪੈਂਦੀ ਹੈ। ਉਹ ਤੋਂ ਬਾਅਦ ਉਹ ਫੁੱਲ ਲੱਗਦਾ ਹੈ, ਉਹ ਤੋਂ ਬਾਅਦ ਉਹਨੂੰ ਇੰਨੇ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਤੁਸੀਂ ਸੁੱਤੇ ਪਏ ਹੁੰਦੇ ਹੋ ਖੇਤਾਂ ਦੇ ਵਿੱਚ, ਵਿਚਾਰੇ ਪਾਣੀ ਛੱਡਦੇ ਫਿਰਦੇ ਹੁੰਦੇ ਆ। ਇੱਥੇ ਸਾਰੇ ਫੈਕਟਰੀ ਨੂੰ ਲਾਈਟ ਦੇਣ ਨੂੰ ਕਿ ਇੱਥੇ ਸਾਡੀਆਂ ਲਾਈਟਾਂ ਵੀ ਕਈ ਵਾਰ ਰਾਤ ਨੂੰ ਆਉਂਦੀਆਂ।
ਮੁੜ ਕੇ ਵੇਚਣ ਦੀ ਸੋਚ ਪੈ ਜਾਂਦੀ ਅੱਗੇ ਵਿਕੂ ਨਹੀਂ ਵਿਕੂ। ਔਰ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਵੇਚਣ ਵਾਲਾ ਬੰਦਾ ਵੀ ਹੈ, ਪਹਿਲਾਂ ਜਿਹੜੇ ਸੇਠ ਜਾਂ ਸ਼ਾਹ ਸ਼ਬਦ ਸੀਗੇ ਉਹ ਮਾਰਕੀਟ 'ਚੋਂ ਗਾਇਬ ਹੋ ਗਏ। ਤੁਸੀਂ ਸਿਰ ਖੜੇ ਦਾ ਖਾਲਸਾ, ਜੇ ਕੋਲ ਖੜੇ ਦਾ ਰੇਟ ਹੋਰ ਹੈ, ਜੇ ਤੁਸੀਂ ਨਾਲ ਗਏ ਤਾਂ ਰੇਟ ਹੋਰ ਹੈ। ਸਮਾਂ ਬਹੁਤ ਹੀ ਜ਼ਿਆਦਾ ਬਦਲ ਚੁੱਕਿਆ ਹੈ, ਇਸ ਲਈ ਤੁਹਾਨੂੰ ਵੀ ਸਮੇਂ ਮੁਤਾਬਕ ਬਦਲਣਾ ਪੈਣਾ ਹੈ। ਵੀ ਜੇਕਰ ਸਾਡਾ ਹੁਣ ਮੰਨ ਲਓ ਕਿਸੇ ਚੀਜ਼ 'ਚ ਫਾਇਦਾ ਹੀ ਨਹੀਂ, ਫਿਰ ਉਹਨੂੰ ਲਾਉਣ ਦਾ ਵੀ ਕਿਹਦੇ ਲਈ ਕੰਮ ਕਰਦੇ ਆ, ਇੱਕ ਤਾਂ ਉਹ ਸੋਚਣਾ ਪਊ ਨਾ ਬੈਠ ਕੇ। ਬਾਕੀ ਰਹੀ ਗੱਲ ਆਪਣੇ, ਕਈ ਵਾਰ ਅਸੀਂ ਹੜਤਾਲ ਕਰ ਦਿੰਦੇ ਹਾਂ। ਹੜਤਾਲ ਪਿੱਛੇ ਵੀ ਹੜਤਾਲਾਂ ਹੋਈਆਂ, ਸਾਡਾ ਬਹੁਤ ਵੱਡਾ ਨੁਕਸਾਨ ਹੋਇਆ, ਵੈਜੀਟੇਬਲ ਦਾ ਵੀ, ਦੁੱਧ ਵਾਲਿਆਂ ਦਾ ਵੀ। ਮੈਂ ਕਹਿੰਦਾ ਹੜਤਾਲ ਨਾ ਕਰੋ, ਇੱਕ ਵਾਰ ਇੱਕ ਸਾਲ ਇਹ ਮਿਥ ਲਓ ਵੀ 2023 ਦੇ ਵਿੱਚ ਵੀ ਅਸੀਂ ਇੱਕ ਸਾਲ ਖੇਤੀ ਫ੍ਰੀ ਕਰਾਂਗੇ, ਵੀ ਜੱਟ ਛੁੱਟੀ 'ਤੇ ਜਾਣਗੇ। ਕੋਈ ਸਜੇ ਜਥੇਬੰਦੀਆਂ ਨੇ ਰਲ ਕੇ ਕਰਨਾ ਨੈਸ਼ਨਲ ਲੈਵਲ 'ਤੇ, ਨਾਲੇ ਸਰਕਾਰ ਦਾ ਥੋੜ੍ਹਾ ਜਿਹਾ ਵਹਿਮ ਦੂਰ ਹੋ ਜੂ ਵੀ ਕਣਕ ਆ ਸਕਦੀ ਹੈ, ਚੀਨੀ ਆ ਸਕਦੀ ਹੈ। ਇੰਨੇ ਲੋਕਾਂ ਨੂੰ ਇਹ ਤਾਂ ਇੱਕ ਪਿਆਜ਼ ਘੱਟ ਜੇ ਸਰਕਾਰ ਲੜਖੜਾ ਜਾਂਦੀ ਆ। ਜੇ ਇਹ ਚੀਜ਼ਾਂ ਸਾਰੀਆਂ ਇੱਕ ਵਾਰ ਮਾਰਕੀਟ 'ਚ ਤੁਸੀਂ ਸਾਲ ਲਈ ਇੱਕ ਛੁੱਟੀ ਓ ਕਰ ਦਿਓ, ਜਦ ਕੁਛ ਬਚਦਾ ਹੀ ਨਹੀਂ, ਵੀ ਖਾਣ ਜੋਗਾ ਬੰਦਾ ਬੀਜੂਗਾ, ਇੱਕ ਸਾਲ ਕਿਸਾਨ ਛੁੱਟੀ 'ਤੇ ਜਾਣਗੇ। ਇਹ ਜਿਹੜੀਆਂ ਪਾਲਿਸੀਆਂ ਨੇ ਰਾਤੋਂ ਰਾਤ ਨਾ ਬਣੀਆਂ ਤਾਂ ਤੁਸੀਂ ਦੇਖਿਓ ਇਹਨਾਂ ਗੱਲਾਂ ਦੇ ਰਿਜ਼ਲਟ ਮਿਲਣੇ ਨੇ। ਇਹ ਜੇ ਆਪਾਂ ਸੋਚੀਏ ਨਾ ਵੀ ਸੜਕਾਂ ਰੋਕ ਲਈਏ, ਫਾਰਮਰ ਦੀ ਸਬਜ਼ੀ ਨਾ ਜਾਣ ਦਈਏ, ਉਹਨੇ ਵਿਚਾਰੇ ਨੇ ਉਹਦੇ ਵਿੱਚੋਂ ਹੀ ਲੇਬਰ ਨੂੰ ਪੈਸੇ ਦੇਣੇ ਨੇ, ਉਹਦੇ ਵਿੱਚੋਂ ਦਵਾਈਆਂ ਵਾਲੇ ਦੇ ਦੇਣੇ ਨੇ, ਉਹ ਵਿਚਾਰਾ ਗੱਭੇ ਫਸ ਜਾਂਦਾ। ਲੈ ਕੇ ਜਾਂਦਾ ਤਾਂ ਔਖਾ, ਨਹੀਂ ਲੈ ਕੇ ਜਾਂਦਾ ਉਹ ਤਾਂ ਔਖਾ। ਇੱਕ ਗਰੀਬ ਨੇ ਜਿਹੜੇ ਨੇ ਸਬਜ਼ੀ ਲੈ ਕੇ ਵੇਚ ਕੇ ਜਵਾਕਾਂ ਨੂੰ ਸ਼ਾਮ ਨੂੰ ਰੋਟੀ ਖਵਾਉਣੀ ਆ, ਜੇ ਆਪਾਂ ਕੋਈ ਧਰਨਾ ਲਾਉਂਦੇ ਆ ਉਹ ਫਿਰ ਪਰਿਵਾਰ ਭੁੱਖਾ ਸੌਂਦਾ। ਦੇਖੋ ਇਹਦੇ ਨਾਲ ਇਹ ਇੱਕ ਚੇਨ ਹੈ ਪੂਰੀ। ਸਾਡੇ ਇੱਥੇ ਅਸੀਂ 100 ਬੰਦੇ ਦੀ ਰੋਟੀ ਆ ਸਾਡੇ ਫਾਰਮ 'ਤੇ, ਅਸੀਂ 40-50 ਬੰਦੇ ਇੱਥੇ ਆ, 40-50 ਬੰਦੇ ਵੇਚਣ ਵਾਲੇ ਨੇ। ਇੱਕ 100 ਬੰਦਿਆਂ ਦੀ ਸਾਡੀ ਰੁਜ਼ਗਾਰ ਦਾ ਸਾਧਨ ਇਕੱਠਾ ਹੋਇਆ ਹੈ। ਇਹੀ ਗਵਰਨਮੈਂਟ ਦੀ ਪਾਲਿਸੀ ਹੁੰਦੀ ਹੈ ਵੀ ਸਾਰੇ ਬੰਦੇ ਜੁੜ ਕੇ ਇੱਕ ਚੇਨ 'ਚ ਕੰਮ ਕਰਨ। ਉਹ ਚੇਨ ਨੂੰ ਵੱਡਾ ਕਰਨ ਲਈ ਅੱਜ ਸਮੇਂ 'ਚ ਜਿਹੜੀਆਂ ਚੀਜ਼ਾਂ ਦੀ ਲੋੜ ਹੈ, ਹੁਣ ਮੂਹਰੇ ਸਮਿਆਂ ਦੇ ਵਿੱਚ ਸਬਜ਼ੀਆਂ ਜੇ ਸੋਚੋ ਨਾ ਵੀ ਰੇਹੜੀਆਂ ਤੇ ਨਹੀਂ ਵਿਕਣੀਆਂ। ਹੁਣ ਇਹਨਾਂ ਲਈ ਸਾਨੂੰ ਕੋਈ ਉਹਨੂੰ ਵੇਚਣ ਲਈ ਸਾਫ਼ ਸੁਥਰੀ ਜਗ੍ਹਾ, ਉਹਨਾਂ ਦੇ ਸਪਲਾਈ ਪੁਆਇੰਟ ਜਾਂ ਇੱਥੇ ਪੈਕਿੰਗ ਪੁਆਇੰਟ ਜਾਂ ਫਾਰਮਰ ਦੇ ਉੱਤੇ ਲੈਵਲ 'ਤੇ ਕੋਲਡ ਰੂਮ, ਉਹ ਚੀਜ਼ਾਂ ਹੌਲੀ ਹੌਲੀ ਲੈ ਕੇ ਆਉਣੀਆਂ। ਪੰਜਾਬ ਐਗਰੋ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਮੈਂ ਉਮੀਦ ਕਰਦਾ ਵੀ ਕਿਸਾਨ ਵੀਰ ਮਿਹਨਤ ਕਰਨੀ ਪੈਣੀ ਹੈ, ਵੀ ਜੇ ਅਸੀਂ ਹਰ ਗੱਲ ਨੂੰ ਨੈਗੇਟਿਵ ਲਵਾਂਗੇ ਤਾਂ ਸਾਡੇ ਜੋ ਕੁਝ ਵੀ ਨਹੀਂ ਪੱਲੇ ਪੈਣੇ ਵਾਲਾ। ਪੋਜ਼ੀਟਿਵਿਟੀ ਦੇ ਨਾਲ ਇੱਕ ਵਾਰ ਫਿਰ ਜੋ ਵੀ ਅਸੀਂ ਕਰ ਸਕਦੇ ਹਾਂ ਉਹਨੂੰ ਆਪਣੇ ਤਰੀਕੇ ਦੇ ਨਾਲ ਆਰਗੇਨਾਈਜ਼ ਕਰਕੇ ਅਸੀਂ ਸ਼ੁਰੂ ਕਰੀਏ। ਜਿੱਥੇ ਸਰਕਾਰਾਂ ਦਾ ਰੋਲ ਬਣਦਾ, ਉਹ ਵੀ ਹੁਣ ਇੱਕ ਵਾਰ ਕਿਸਾਨ ਵਾਲੇ ਪਾਸੇ ਖੁੱਲ੍ਹਦਿਲੀ ਦੇ ਨਾਲ ਆਉਣ। ਇੱਕ ਸਾਲ ਜਿਹੜਾ ਗਲੀਆਂ ਨਾਲੀਆਂ ਵਾਲਾ ਹੋਰ ਪੈਸਾ ਜੋ ਵੀ ਆਪਾਂ ਇਹਨਾਂ ਕਈ ਵਾਰ ਬਣੀ ਹੁੰਦੀ ਹੈ, ਬਣੀ ਬਣਾਈ ਉਹ ਫਿਰ ਪੱਟ ਲੈਂਦੇ ਨੇ ਉਹਨੂੰ, ਵੀ ਉਹਨਾਂ ਚੀਜ਼ਾਂ ਨੂੰ ਹਟ ਕੇ ਜਿੱਥੇ ਲੋੜ ਹੈ ਇੱਕ ਵਾਰ ਪੈਸੇ ਨੂੰ ਉੱਥੇ ਇਨਵੈਸਟ ਕੀਤਾ ਜਾਵੇ, ਤਾਂ ਜੋ ਜਿਹੜਾ ਐਡਾ ਵੱਡਾ 70% ਆਪਣੀ ਐਗਰੀਕਲਚਰ 'ਤੇ ਡਿਪੈਂਡੈਂਸੀ ਹੈ, ਵੀ ਉਹ ਜਿਹੜੇ ਲੋਕਾਂ ਨੂੰ ਲੋੜ ਹੈ, ਜਿਹੜੇ ਬੰਦੇ ਵਿਚਾਰੇ ਉਹ ਵੀ ਇੱਕ ਜ਼ਿੰਦਗੀ ਦੇ ਵਿੱਚ ਜਨਮ ਲੈ ਕੇ ਆਏ ਨੇ, ਉਹਨਾਂ ਦੇ ਵੀ ਸ਼ੌਕ ਹੋਣਗੇ, ਉਹਨਾਂ ਦੇ ਵੀ ਬੱਚੇ ਨੇ, ਉਹਨਾਂ ਦੀਆਂ ਵੀ ਮੰਨ ਲਓ ਉਮੀਦਾਂ ਨੇ। ਅਸੀਂ ਉਹਨਾਂ ਦਾ ਵੀ, ਕਿਉਂ ਵੀ ਸਾਡੇ ਕੰਟਰੀ ਦੇ ਨਾਗਰਿਕ ਨੇ, ਅਸੀਂ ਉਹਨਾਂ ਦੀ ਲਾਈਫ ਬਾਰੇ ਵੀ ਸੋਚੀਏ, ਚਾਹੇ ਉਹ ਸਟੇਟ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ। ਅਸੀਂ ਕਾਰਪੋਰੇਟ ਤੋਂ ਡਿਵੈਲਪਮੈਂਟ ਕਰਾਉਣ ਦੇ ਚੱਕਰਾਂ 'ਚ ਜਿਹੜਾ ਸਾਡਾ ਇਨਫਰਾਸਟਰਕਚਰ ਬਣਿਆ ਹੋਇਆ, ਕਿਤੇ ਇਹ ਨਾ ਆਪਣਾ ਖੋਲੀਏ ਮੁੜ ਕੇ। ਜੇਕਰ ਇੱਕ ਵਾਰ ਇਹ ਕਿਸਾਨ ਦੇ ਕੋਲੋਂ ਇੱਕ ਟਰੈਕਟਰ ਹੀ ਨਿਕਲ ਗਿਆ, ਇੱਕ ਇੰਪਲੀਮੈਂਟ ਨਿਕਲ ਗਏ, ਉਹ ਕਦੋਂ ਲਊਗਾ? ਉਹ ਤੋਂ ਲੈ ਨਹੀਂ ਹੋਣੇ। ਤੇ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਵੀ ਇੱਕ ਨਵਾਂ ਸਿਸਟਮ ਲੈ ਕੇ ਗੌਰਮੈਂਟ ਵੀ ਇਮਾਨਦਾਰੀ ਨਾਲ ਕੰਮ ਕਰੇ, ਕਿਸਾਨ ਵੀ ਉੱਠਣ ਇੱਕ ਵਾਰ ਆਪਣੇ ਗਰੁੱਪਾਂ ਦੇ ਵਿੱਚ ਹੋ ਕੇ, ਜਿਹੜੀ ਵੀ ਚੀਜ਼ ਦੀ ਲੋੜ ਹੈ ਇਕੱਲੇ ਬਣ ਕੇ ਨਹੀਂ ਹੋਣੀ। ਜਿਹੜੀ ਮੂਹਰੇ ਖੇਤੀ ਹੈ ਉਹ ਆਰਗੇਨਾਈਜ਼ ਹੋ ਕੇ ਇੱਕ ਗਰੁੱਪ ਖੇਤੀ ਦੇ ਵਿੱਚ ਆਉਣਾ ਪੈਣਾ ਆਪਾਂ ਨੂੰ। ਇੰਨੇ ਜ਼ਿਆਦਾ ਮਸ਼ੀਨਰੀ, ਇੰਨੇ ਜ਼ਿਆਦਾ ਪੈਸੇ ਲਾ ਕੇ ਸਾਡੀ ਆਊਟਪੁੱਟ ਨਹੀਂ ਨਿਕਲਣੀ। ਹੁਣ ਤੱਕ ਅਸੀਂ ਕੱਢ ਲਈ, ਸਾਡੇ ਕੋਲ MSP ਸੀਗੀ। ਹੁਣ ਮੂਹਰੇ ਵਾਲੇ ਸਮੇਂ ਦੇ ਵਿੱਚ ਸਾਨੂੰ ਗਰੁੱਪ 'ਚ ਇਕੱਠੇ ਹੋ ਕੇ ਕੋਈ ਵੀ ਚੀਜ਼ ਹੈ ਉਹ ਸਾਨੂੰ ਉੱਦਾਂ ਦੇ ਕੰਸੈਪਟ ਲੈ ਕੇ ਆਉਣੇ ਪੈਣਗੇ, ਜਿਹਦੇ ਵਿੱਚ ਸਰਕਾਰ ਵੱਲੋਂ ਗਰੁੱਪ ਦੇ ਵਿੱਚ ਜਿਵੇਂ ਇੰਪਲੀਮੈਂਟ ਨੇ 80% ਸਬਸਿਡੀ ਦੇ ਰਹੀ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਗੌਰਮੈਂਟ ਵੱਲੋਂ ਬਹੁਤ ਸਕੀਮਾਂ ਚੱਲਦੀਆਂ ਵੀ ਨੇ। ਆਪਾਂ ਕਹੀਏ ਵੀ ਕੰਮ ਨਹੀਂ ਹੁੰਦਾ, 2-2 ਲੱਖ ਰੁਪਈਆ ਲੋਕਾਂ ਦਾ ਮਾਫ ਵੀ ਹੋਇਆ, ਲੇਕਿਨ ਉਹਦੇ 'ਚ ਮੈਂ ਇੱਕ ਗੱਲ ਜ਼ਰੂਰ ਮੈਂਸ਼ਨ ਕਰਨਾ ਪਊਗਾ ਵੀ ਅਸੀਂ ਸਾਰੇ ਪੈਸੇ ਭਰਾਏ। ਜਿਹੜੇ ਬੰਦੇ ਨੇ ਭਰਾਏ ਨੇ ਉਹਨਾਂ ਦੀ ਕੋਈ ਮਾਫੀ ਨਹੀਂ, ਜਿਹੜੇ ਬੰਦੇ ਨੇ ਭਰਾਏ ਨਹੀਂ ਉਹਨਾਂ ਨੂੰ ਮਾਫੀ ਮਿਲ ਗਈ। ਤੇ ਇਹ ਕੈਪਟਨ ਸਾਹਿਬ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਚਲੋ ਤੁਸੀਂ ਜਿਹੜੇ ਬੰਦੇ ਨੇ ਨਹੀਂ ਭਰਾਏ ਉਹਨਾਂ ਨੇ ਵੀ ਇੱਕ ਵਿਆਜ ਵੀ ਦਿੱਤਾ ਹੈ, ਆਪਣੇ ਸਟੇਟ ਲਈ ਵੀ ਕੰਮ ਕਰਿਆ, ਸੈਂਟਰ ਲਈ ਵੀ ਕੰਮ ਕਰਿਆ, ਵੀ ਉਹ ਵੀ ਬਰਾਬਰ ਦੀ ਹੱਕਦਾਰ ਨੇ। ਉਹਨਾਂ ਦੇ ਨਾਲ ਵੀ ਜਾਣੀ ਇੱਕ ਇੱਦਾਂ ਦਾ ਅੱਗੇ ਕੰਸੈਪਟ ਲੈ ਕੇ ਆਓ, ਜਿਹੜੇ ਬੰਦੇ ਭਰਾਏ ਯਾਰ ਅਣਭਰਾਏ। ਉਹ ਜਿਹੜਾ ਬੰਦਾ ਛੋਟਾ ਜ਼ਿਮੀਂਦਾਰ ਉਹ ਛੋਟਾ ਹੀ ਆ, ਉਹ ਇਹ ਨਹੀਂ ਜਿਹਨੂੰ ਭਰਾ ਤੇ ਉਹ ਬੜਾ ਹੋ ਗਿਆ। ਉਹ ਸਿਰਫ ਇੱਕ ਵਿਚਾਰਾ ਆਪਣੇ ਸਿਸਟਮ ਨੂੰ ਖੜਾ ਕਰਨ ਲਈ ਆਪਣੀ ਮਿਹਨਤ ਕਰਕੇ ਬੈਂਕਾਂ ਦਾ ਵਜਨ ਸਿਰ ਦੇ ਬਰਾਬਰ ਚੱਕ ਕੇ ਤੁਰਦਾ ਹੈ। ਇੱਕ ਬੰਦਾ ਤੁਰਦਾ ਨਹੀਂ, ਸ਼ਾਇਦ ਨਾ ਤੁਰਨੇ ਵਾਲੇ ਨੇ ਕੋਈ ਨਸ਼ਾ ਵੀ ਕੀਤਾ ਹੋਵੇ, ਕਿਤੇ ਮਿਸਯੂਜ਼ ਵੀ ਕੀਤਾ ਹੋਵੇ ਪੈਸੇ ਦਾ, ਉਹ ਬੰਦੇ ਨੂੰ ਪੈਸਾ ਮਿਲ ਰਿਹਾ। ਜਿਹੜੇ ਬੰਦੇ ਨੇ ਮਿਹਨਤ ਕੀਤੀ ਹੈ ਉਹਨੂੰ ਨਹੀਂ ਮਿਲ ਰਿਹਾ। ਉਹਦੇ ਲਈ ਜਿਹੜੇ ਇਹ ਜਿਹੇ ਕੰਮ ਨੇ ਉਹਨਾਂ ਨੂੰ ਮੇਰੇ ਏਰੀਏ ਦੇ ਨਾਲ ਹੁਣ ਤਾਂ ਸਾਡੇ ਕੋਲ ਸਾਰਾ ਡਾਟਾ ਪਿਆ। ਮੰਨ ਲਓ 10 ਲੱਖ ਫਾਰਮਰ ਆ, 10 ਲੱਖ ਫਾਰਮਰ 'ਚੋਂ ਅਸੀਂ ਕਹਿੰਦੇ ਹਾਂ ਵੀ 30 ਲੱਖ ਨੂੰ ਪਾਤਾ,
ਆਪਣੇ 3 ਲੱਖ ਨੂੰ ਪਾਤਾ ਵੀ ਤੁਸੀਂ ਉਹਦੀ ਅਮਾਊਂਟ ਘਟਾ ਕੇ 10 ਲੱਖ ਨੂੰ 20,000 30,000 ਕਰਕੇ ਉਹਦੀ 2 ਲੱਖ ਤੱਕ ਪੂਰੀ ਕਰ ਦਿੰਦੇ, ਮਿਲਦਾ ਸਾਰਿਆਂ ਨੂੰ। ਫਿਰ ਇਹ ਸ਼ਿਕਵਾ ਨਹੀਂ ਸੀਗਾ। ਹੁਣ ਸਾਨੂੰ ਸ਼ਿਕਵਾ ਇਹ ਹੈ ਵੀ ਅਸੀਂ ਪੈਸੇ ਵੀ ਭਰਾਏ, ਸਾਨੂੰ ਮਿਲਿਆ ਨਹੀਂ। ਆਮ ਜਨਤਾ ਤੇ ਬੋਝ ਪੈਣਾ ਦਾ ਸਾਰੇ ਦਾ। ਬਿਲਕੁਲ ਬਿਲਕੁਲ। ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਐਡਾ ਵੱਡਾ ਸਿਸਟਮ ਲਗਾਇਆ ਗਿਆ ਇੱਥੇ, ਜੇਕਰ ਕੋਈ ਵੀ ਕਿਸਾਨ ਵੀਰ ਤੁਹਾਡੇ ਕੋਲ ਟ੍ਰੇਨਿੰਗ ਲੈਣਾ ਚਾਹੁੰਦਾ ਤਾਂ ਤੁਹਾਡੇ ਇੱਥੇ ਕੋਈ ਸਿਸਟਮ ਬਣਾਇਆ ਹੋਇਆ ਹੈਗਾ? ਸੁਖਬੀਰ ਜੀ, ਅਸੀਂ ਇੱਥੇ ਪ੍ਰੋਪਰ ਸਾਡਾ ਗਰੁੱਪ ਹੈ 350 ਫਾਰਮਰ ਦਾ। ਅਸੀਂ ਕ੍ਰੌਪ ਲਾਉਣ ਤੋਂ ਪਹਿਲਾਂ ਮੀਟਿੰਗ ਰੱਖਦੇ ਹਾਂ, ਉਹਦੇ 'ਚ ਅਸੀਂ ਜਿਹੜੀਆਂ ਬੇਸਿਕ ਗੱਲਾਂ ਨੇ ਉਹਨੂੰ ਬੈਠ ਕੇ ਵਿਚਾਰਦੇ ਹਾਂ। ਜੇ ਕਿਸੇ ਸਾਇੰਟਿਸਟ ਜਾਂ PhD ਦੇ ਐਕਸਪਰਟ ਦੀ ਲੋੜ ਆ, ਉਹਨੂੰ ਵੀ ਇੱਥੇ ਬੁਲਾਉਂਦੇ ਹਾਂ। KVK ਸਮਰਾਲੇ ਤੋਂ ਸਾਨੂੰ ਬਹੁਤ ਵੱਡੀ ਸਹਾਇਤਾ ਮਿਲਦੀ ਰਹਿੰਦੀ ਹੈ, ਉੱਥੇ ਦੇ ਸਾਇੰਟਿਸਟ ਇੱਥੇ ਆਉਂਦੇ ਰਹਿੰਦੇ ਸਾਡੇ ਕੋਲ। ਵੀ ਉਸ ਤੋਂ ਉਪਰੰਤ ਜਿੰਨੇ BSc ਐਗਰੀਕਲਚਰ MSc ਐਗਰੀਕਲਚਰ ਵਾਲੇ ਸਟੂਡੈਂਟ ਇੱਥੇ ਆਉਂਦੇ ਆ, ਕਮੇਟੀ 'ਚੋਂ ਟ੍ਰੇਨਿੰਗ ਕਲਾਸ ਉਰੇ ਆਉਂਦੇ ਆ, ਉਹਨਾਂ 'ਚ ਜੋ ਵੀ ਅਸੀਂ ਕਰਦੇ ਹਾਂ ਅਸੀਂ ਉਹਨਾਂ ਦੇ ਅੱਗੇ ਜ਼ਰੂਰ ਜਿੰਨਾ ਸਾਨੂੰ ਆਉਂਦਾ ਹੈ ਉਹਨਾਂ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਅਸੀਂ ਇਹਨੂੰ ਹੌਲੀ ਹੌਲੀ, ਸਾਡਾ ਸੁਪਨਾ ਹੈ ਵੀ ਜੇਕਰ ਅਸੀਂ ਸਪੇਨ ਜਾਂਦੇ ਹਾਂ, ਸਪੈਨਿਸ਼ ਦੇ ਵਿੱਚ BSc ਐਗਰੀਕਲਚਰ ਹੈ, ਇਟਲੀ ਜਾਂਦੇ ਹਾਂ, ਇਟਲੀ ਦੇ ਵਿੱਚ, ਇਟਾਲੀਆ ਦੇ ਵਿੱਚ ਹੈ। ਅਸੀਂ ਸੋਚਦੇ ਹਾਂ ਵੀ ਜਿਹੜੀ BSc ਐਗਰੀਕਲਚਰ ਹੈ ਉਹਦਾ ਡਿਪਲੋਮਾ ਇੱਕ ਪੰਜਾਬੀ 'ਚ। 70% ਐਗਰੀਕਲਚਰ ਸਟੇਟ ਸਾਡੀ ਏਡੀ ਵੱਡੀ ਹੈ, ਸਾਡੇ ਕੋਲ ਜਿਹੜੀ ਸਾਡੇ ਬੱਚਿਆਂ ਦੀ ਐਜੂਕੇਸ਼ਨ ਲੈਵਲ ਐਡਾ ਰਿਚ ਨਹੀਂ ਹੈਗਾ। ਉਹ ਇੰਗਲਿਸ਼ ਦੇਖ ਕੇ ਹੀ ਇਹਨਾਂ ਗੱਲਾਂ ਤੋਂ ਬੈਕ ਰਹਿ ਜਾਂਦੇ ਨੇ। ਅਸੀਂ ਕਹਿੰਦੇ ਵੀ ਜੇਕਰ ਉਹ ਪੰਜਾਬੀ 'ਚ ਕਰੂ ਤਾਂ ਪੰਜਾਬ 'ਚ ਸਕਸੈਸ ਹੋ ਜੂ, ਹਿੰਦੀ 'ਚ ਕਰ ਲੂ ਤਾਂ ਨੈਸ਼ਨਲ ਲੈਵਲ 'ਤੇ ਚੱਲ ਜੂ। ਜੇ ਉਹਨੇ ਇੰਗਲਿਸ਼ 'ਚ ਕਰ ਲਿਆ ਫਿਰ ਉਰੇ ਨਹੀਂ ਰਹਿੰਦਾ, ਉਹ ਬਾਹਰ ਲਈ ਅਸੀਂ ਤਿਆਰ ਕਰਦੇ ਹਾਂ ਉਹਨੂੰ। ਸਾਨੂੰ ਲੋੜ ਆ ਉਰੇ ਵਾਲੇ ਤਿਆਰ ਕਰਨ ਦੀ। ਵੀ ਸਾਡੀ ਜਿਹੜੀ ਸਿਸਟਮ ਨੇ ਐਜੂਕੇਸ਼ਨ ਦੇ ਵੀ ਉਹ ਸਾਨੂੰ ਨਵੇਂ ਲੈ ਕੇ ਆਉਣੇ ਪੈਣਗੇ। ਅਸੀਂ ਉਹ ਜਿਵੇਂ ਡਿਪਲੋਮੇ ਕੋਰਸ ਦੀ ਗੱਲ ਕਰਦੇ ਹਾਂ ਵੀ ਜਿਹੜੀ ਵੀ ਕ੍ਰੌਪ ਬੇਸਡ ਡਿਪਲੋਮਾ ਕੋਰਸ ਅਸੀਂ ਇੱਥੇ ਸਾਡੇ ਕੋਲ ਇੰਫਰਾਸਟਰਕਚਰ ਦੀ ਅਸੀਂ ਬਣਾਈ ਆ ਪ੍ਰਪੋਜ਼ਲ, ਗੌਰਮੈਂਟ ਦੇ ਕੋਲ ਅਸੀਂ ਉਹਨੂੰ ਪਹੁੰਚਦੀ ਕਰਾਂਗੇ ਵੀ ਸਾਡੇ ਕੋਲ ਅਕੋਮੋਡੇਸ਼ਨ ਥੋੜ੍ਹੀ ਬਣ ਜੇ। ਅਸੀਂ ਇਹਨੂੰ ਕ੍ਰੌਪ ਬੇਸਡ ਡਿਪਲੋਮਾ ਕੋਰਸ ਚਲਾਈਏ ਵੀ ਕਿਸੇ ਨੇ ਪੋਲੀਹਾਊਸ ਲਾਉਣਾ ਹੈ ਉਹਦੇ ਲਈ ਅਸੀਂ ਇਹ ਤੋਂ ਇਹ ਡੇਟਾ ਤੱਕ ਚਲਾਵਾਂਗੇ। ਓਪਨ ਦੇ ਵਿੱਚ ਤੁਸੀਂ ਮਿਰਚ ਲਾਉਣੀ ਹੈ ਉਹਦੇ ਲਈ ਇਹ ਡੇਟਾ 'ਚ ਚੱਲੇਗਾ। ਜਿਹੜੇ ਫਾਰਮਰ ਗਲਤੀਆਂ ਕਿੱਥੇ ਨੇ ਉਹ ਗਲਤੀਆਂ ਨਾ ਕਰਨ, ਉਹ ਇਹ ਤੋਂ ਸਿੱਖ ਕੇ ਜਾ ਕੇ ਹੀ ਕੰਮ ਸ਼ੁਰੂ ਕਰਨ। ਨਹੀਂ, ਕਈ ਵਾਰੀ ਸ਼ੁਰੂਆਤ ਦੇ ਵਿੱਚ ਜਦੋਂ ਬੰਦੇ ਦੇ ਵਿੱਚ ਪੂਰਾ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ ਉਹਨੂੰ ਉੱਤੇ ਨੁਕਸਾਨ ਹੋ ਜਾਂਦਾ, ਬੰਦਾ ਉਹ ਤੋਂ ਬਾਹਰ ਹੋ ਜਾਂਦਾ ਹੈ। ਅਸੀਂ ਕਹਿੰਦੇ ਬੇਸਿਕ ਟ੍ਰੇਨਿੰਗ ਹੋ ਕੇ ਹੀ ਬੰਦਾ ਫੀਲਡ 'ਚ ਜਾਵੇ। ਉਸ ਤੋਂ ਉਪਰੰਤ ਉਰੇ ਜਿਹੜੀ ਗੱਲਬਾਤ ਹੈ ਇਕੱਲੀ ਬੀਜਣ ਦੀ ਨਹੀਂ, ਉਰੇ ਤਾਂ ਸਾਡੇ ਕੰਸੈਪਟ ਦਾ ਮਾਡਲ ਇਹ ਆ ਵਿਦਆਊਟ ਮਿਡਲ ਮੈਨ ਫਾਰਮਿੰਗ, ਵੀ ਅਸੀਂ ਬੀਜਣੀ ਵੀ ਆਪ ਹੈ, ਤਿਆਰ ਵੀ ਆਪ ਕਰਨੀ ਹੈ, ਵੇਚਣੀ ਵੀ ਆਪ। ਉਹਦੇ ਲਈ ਅਸੀਂ ਇੱਕ ਇਹ ਬਿਲਕੁਲ ਲੇਟੈਸਟ ਮਾਡਲ 'ਤੇ ਕੰਮ ਕਰ ਰਹੇ। ਸਾਨੂੰ ਇਹਦੇ 'ਚ ਬਹੁਤ ਵਧੀਆ ਪ੍ਰੋਫਿਟ ਵੀ ਮਿਲ ਰਿਹਾ। ਨੋਟਬੰਦੀ ਨੇ ਸਾਡਾ ਜ਼ਰੂਰ ਨੁਕਸਾਨ ਕੀਤਾ, ਪਰ ਅਸੀਂ ਇਸ ਸਾਲ ਤੋਂ ਫਿਰ ਥੋੜ੍ਹੇ ਪਹਿਲਾਂ ਨਾਲੋਂ ਠੀਕ ਹੋਏ ਹਾਂ। ਇਸ ਲਈ ਮੇਰੀ ਇਹੀ ਬੇਨਤੀ ਹੈ ਵੀ ਕੋਈ ਵੀ ਕੰਮ ਕਰਨਾ ਤੁਸੀਂ ਸਾਡੇ ਕੋਲ ਇੱਥੇ ਮੁਸ਼ਕਾਬਾਦ ਫਾਰਮਰ ਐਗਰੀਮਾਰਟ 'ਤੇ ਆਓ। ਅਸੀਂ ਤੁਹਾਡੀ ਜਿੰਨੇ ਹੋ ਸਕਦੇ ਆ ਤੁਹਾਡੀ ਹੈਲਪ ਵੀ ਕਰਾਂਗੇ। ਹਾਂ, ਤੁਹਾਡੇ ਕੋਲ ਉੱਥੇ ਫਾਰਮਰ ਜ਼ਿਆਦਾ ਨੇ, ਅਸੀਂ ਉੱਥੇ ਆ ਵੀ ਸਕਦੇ ਹਾਂ ਤੁਹਾਡੇ ਕੋਲ, ਤੁਸੀਂ ਸਾਨੂੰ ਉੱਥੇ ਬੁਲਾ ਸਕਦੇ ਹੋ ਤਾਂ ਜੋ ਇਹਨੂੰ ਕੰਮ ਨੂੰ ਰਲ ਕੇ ਵੱਡਾ ਹੋਣਾ। ਇਹ ਇਕੱਲਾ ਦਵਿੰਦਰ ਇੱਕ ਨਹੀਂ ਚਾਹੀਦਾ, ਇਹ ਤਾਂ ਹਰ ਪਿੰਡ 'ਚ 5-5 ਦਵਿੰਦਰ ਚਾਹੀਦੇ ਨੇ ਤਾਂ ਜਾ ਕੇ ਗੱਲ ਬਣਨੀ ਹੈ। ਇੱਕ ਨਾਲ ਨਹੀਂ ਗੱਲ ਚੱਲਣੀ। ਇਹ ਸਨ ਦਵਿੰਦਰ ਸਿੰਘ ਜਿਨ੍ਹਾਂ ਨੇ ਕਿ ਸਾਨੂੰ ਦੱਸਿਆ ਕਿ ਜਿਹੜੇ ਕਿਸਾਨ ਵੀਰ ਨੇ ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕਰ ਸਕਦੇ ਨੇ ਅਤੇ ਆਪਣੀ ਜਿਹੜੀ 5 ਏਕੜ ਤੋਂ ਵੀ ਉਹ ਲੱਖਾਂ ਦਾ ਮੁਨਾਫਾ ਕਮਾ ਸਕਦੇ ਨੇ। ਕੈਮਰਾਮੈਨ ਅਤੁਲ ਦੇ ਨਾਲ ਮੈਂ ਸੁਖਵੀਰ ਭੰਗੂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।